उम्मीद करदा तुसीं भले चंगे होवोगे ते अपनी जिंदगी नूं इंजॉय कर रहे होवोगे। अज असीं 9वीं जमात दी SST दे चैप्टर नंबर 10 दे पार्ट 4 विच एंटर होण जा रहे हां। इस पार्ट नूं शुरू करन तो पहलां मैं लोकतंत्र दे कुछ मुੱਢਲੇ सिद्धांत, लोकतंत्र दा की महत्व है ते लोकतंत्र दी सफलता दे विच किहड़ियां रुकावटां ने उन्हां बारे ਤੁਹਾਡੇ ਨਾਲ ਪਹਿਲੇ ਡਿਸਕਸ਼ਨ ਕਰ ਚੁੱਕਾ ਹਾਂ। ਸੋ ਇਸ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਜੇ ਤੁਸੀਂ ਪਿਛਲੀਆਂ 3 ਵੀਡੀਓਜ਼ ਨੂੰ ਦੇਖ ਲਿਆ ਹੈ ਤਾਂ ਤੁਹਾਨੂੰ ਇਸ ਵੀਡੀਓ ਨੂੰ ਸਮਝਣ 'ਚ ਕੋਈ ਪਰੇਸ਼ਾਨੀ ਨਹੀਂ ਆਉਣ ਵਾਲੀ। ਜੇ ਤੁਸੀਂ ਸਿੱਧਾ ਇਹਨੂੰ ਦੇਖ ਰਹੇ ਹੋ ਤਾਂ ਜ਼ਿਆਦਾ ਸਮਝ ਨਹੀਂ ਆਏਗਾ। ਮੇਰੀ ਇਹ ਵੀ ਬੇਨਤੀ ਹੈ ਕਿ ਜੇ ਤੁਹਾਨੂੰ ਲੱਗ ਰਿਹਾ ਹੈ ਕਿ ਮੈਂ ਤੁਹਾਡੀ ਪੜ੍ਹਾਈ 'ਚ ਕਿਸੇ ਵੀ ਤਰੀਕੇ ਦੀ ਮਦਦ ਕਰ ਰਿਹਾ ਹਾਂ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਆਪਣੇ ਦੋਸਤਾਂ ਨਾਲ ਜਿਹੜਾ ਹੈ ਇਸ ਚੈਨਲ ਨੂੰ ਸਾਂਝਾ ਕਰਨਾ ਹੈ। ਸੋ ਅੱਜ ਅਸੀਂ ਗੱਲ ਕਰਨੀ ਹੈ ਕਿ ਲੋਕਤੰਤਰ ਨੂੰ ਜੇ ਤੁਸੀਂ ਸਫਲ ਬਣਾਉਣਾ ਹੈ ਤਾਂ ਉਹਦੇ ਲਈ ਕੀ ਪ੍ਰੀ ਰੈਕੁਜ਼ਿਟਸ ਨੇ, ਕਿਹੜੀਆਂ ਮੁੱਢਲੀਆਂ ਜ਼ਰੂਰਤਾਂ ਨੇ। ਜੇ ਤੁਸੀਂ ਉਹਨਾਂ ਨੂੰ ਪੂਰਾ ਕਰੋਗੇ ਤਾਂ ਲੋਕਤੰਤਰ ਜੋ ਹੈ ਉਹ ਇੱਕ ਚੰਗੀ ਸ਼ਾਸਨ ਪ੍ਰਣਾਲੀ ਵੱਲੋਂ ਵਜੋਂ ਉਹ ਨਿਕਲ ਕੇ ਸਾਡੇ ਸਾਹਮਣੇ ਆਏਗਾ। ਸੋ ਸਭ ਤੋਂ ਪਹਿਲਾਂ ਤਾਂ ਲੋਕਤੰਤਰ ਦਾ ਮਤਲਬ ਪਤਾ ਹੋਣਾ ਚਾਹੀਦਾ। ਲੋਕਤੰਤਰ ਦਾ ਮਤਲਬ ਉਹੀ ਹੈ ਜੋ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ। ਲੋਕਤੰਤਰ ਦੇ ਜੇ ਮੁੱਢਲੇ ਸਿਧਾਂਤਾਂ ਨੂੰ ਤੁਸੀਂ ਥੋੜ੍ਹਾ ਜਿਹਾ ਵੀ ਰਿਵਾਈਜ਼ ਕਰੋ ਕਿ ਹਰ ਇੱਕ ਨੂੰ ਖੁੱਲ੍ਹ ਕੇ ਬੋਲਣ ਦੀ ਜੋ ਹੈ ਉਹ ਆਜ਼ਾਦੀ ਹੋਣੀ ਚਾਹੀਦੀ ਹੈ, ਆਪਣੇ ਆਪਣੇ ਵਿਚਾਰ ਰੱਖਣ ਦੀ ਜੋ ਹੈ ਆਜ਼ਾਦੀ ਹੋਣੀ ਚਾਹੀਦੀ ਹੈ। ਠੀਕ ਹੈ ਜੀ। ਅਸਹਿਮਤੀ ਲਈ, ਆਲੋਚਨਾ ਲਈ ਜੋ ਹੈ ਉਹ ਸਪੇਸ ਹੋਣੀ ਚਾਹੀਦੀ ਹੈ। ਹਿੰਸਾ ਦੀ ਕੋਈ ਵੀ ਜਗ੍ਹਾ ਨਹੀਂ ਹੁੰਦੀ ਹੈ ਲੋਕਤੰਤਰ ਦੇ ਵਿੱਚ। ਔਰ ਚਾਹੇ ਉਸ ਹਿੰਸਾ ਦੇ ਨਾਲ, ਚਾਹੇ ਹਿੰਸਾਤਮਕ ਸਾਧਨਾਂ ਨਾਲ ਸਾਰੇ ਸਮਾਜ ਦੀ ਭਲਾਈ ਹੁੰਦੀ ਹੋਵੇ ਤਾਂ ਵੀ ਜੋ ਹੈ ਹਿੰਸਾ ਨਹੀਂ ਕਰਨੀ ਹੈ। ਜਿਹੜੀ ਸੱਤਾ ਹੈ ਸ਼ਾਸਨ ਦੇ ਵਿੱਚ, ਜੋ ਆਮ ਜਨਤਾ ਹੈ ਉਸ ਦੀ ਭਾਗੀਦਾਰੀ ਹੋਣੀ ਚਾਹੀਦੀ ਹੈ ਤੇ ਸ਼ਾਸਨ ਤੇ ਸ਼ਾਸਕਾਂ ਨੂੰ ਚਲਾਉਣ ਵਾਲਿਆਂ ਦੀ ਜਿਹੜੀ ਚੋਣ ਹੈ ਉਹ ਵੀ ਆਮ ਜਨਤਾ ਵੱਲੋਂ ਹੋਣੀ ਚਾਹੀਦੀ ਹੈ। ਸ਼ਾਸਕਾਂ ਨੂੰ ਕਦੇ ਵੀ ਜੋ ਹੈ ਆਮ ਜਨਤਾ ਵੱਲੋਂ ਹਟਾਇਆ ਜਾ ਸਕਦਾ ਹੈ ਉਹਨਾਂ ਦੀ ਗੱਦੀ ਤੋਂ, ਉਹਨਾਂ ਦੇ ਸ਼ਾਸਨ ਤੋਂ ਜੋ ਆਮ ਲੋਕਾਂ ਤੇ ਕਰ ਰਹੇ ਨੇ, ਆਮ ਜਨਤਾ ਦੇ ਉੱਤੇ ਕਰ ਰਹੇ ਨੇ। ਸੋ ਲੋਕਤੰਤਰ ਦੀ ਡੈਫੀਨੇਸ਼ਨ ਜਿਹੜੀ ਹੈ ਉਹ ਹਾਲੇ ਤੱਕ ਮੈਂ ਸਿਰਫ ਇੰਨੀ ਹੀ ਦੱਸੀ ਹੈ ਕਿ ਸ਼ਾਸਨ ਵਿੱਚ ਆਮ ਜਨਤਾ ਦੀ ਭਾਗੀਦਾਰੀ ਹੁੰਦੀ ਹੈ ਲੋਕਤੰਤਰ ਦੇ ਵਿੱਚ, ਤਾਂ ਹੀ ਇਸ ਨੂੰ ਲੋਕਾਂ ਦਾ ਤੰਤਰ ਜੋ ਹੈ ਉਹ ਕਿਹਾ ਜਾਂਦਾ ਹੈ। ਸੋ ਪਿਛਲੀ ਵੀਡੀਓ 'ਚ ਮੈਂ ਕੁਝ ਕਮੀਆਂ ਦੀ ਗੱਲ ਕੀਤੀ ਸੀ, ਜਿਹਦੇ 'ਚ ਮੈਂ ਸਭ ਤੋਂ ਪਹਿਲੀ ਕਮੀ ਦੱਸੀ ਸੀ ਕਿ ਲੋਕਤੰਤਰ ਜੇ ਸਫਲ ਨਹੀਂ ਹੋ ਪਾ ਰਿਹਾ ਤਾਂ ਉਹਦਾ ਕਾਰਨ ਹੈ ਅਨਪੜ੍ਹਤਾ, ਉਹਦਾ ਦੂਸਰਾ ਕਾਰਨ ਹੈ ਗਰੀਬੀ। ਠੀਕ ਹੈ, ਕਿਉਂਕਿ ਗਰੀਬ ਲੋਕ ਜੋ ਹੈ ਉਹਨਾਂ ਨੂੰ ਸਿਰਫ ਔਰ ਸਿਰਫ ਆਪਣੀ ਰੋਟੀ ਕਮਾਉਣ ਤੱਕ ਜੋ ਹੈ ਉਹ ਉਹੀ ਮਤਲਬ ਰਹਿ ਜਾਂਦਾ ਹੈ। ਉਹਨਾਂ ਦਾ ਜਨਤਕ ਮਾਮਲਿਆਂ ਦੇ ਵਿੱਚ ਉਹਨਾਂ ਦਾ ਕਿਸੇ ਵੀ ਤਰੀਕੇ ਦਾ ਜੋ ਹੈ ਉਹ ਯੋਗਦਾਨ ਨਹੀਂ ਹੁੰਦਾ ਹੈ। ਸਮਾਜ ਦੇ ਵਿੱਚ ਉਹਨਾਂ ਦੀ ਕੋਈ ਅਹਿਮ ਭੂਮਿਕਾ ਨਹੀਂ ਹੁੰਦੀ ਹੈ। ਤੇ ਉਸੇ ਤਰੀਕੇ ਮੈਂ ਜੋ ਹੈ ਉਦਾਸੀਨ ਲੋਕਾਂ ਦੀ ਗੱਲ ਕੀਤੀ ਸੀ, ਨਿਰਾਸ਼ ਵਿਅਕਤੀਆਂ ਦੀ ਗੱਲ ਕੀਤੀ ਸੀ, ਆਲਸੀ ਵਿਅਕਤੀਆਂ ਦੀ ਗੱਲ ਕੀਤੀ ਸੀ। ਸੋ ਅੱਜ ਉਹਨਾਂ ਤੋਂ ਹੀ ਉਹਨਾਂ ਪੁਆਇੰਟਸ ਤੋਂ ਹੀ, ਜਿਵੇਂ ਆਹ ਦੇਖੋ ਤੁਹਾਡੇ ਸਾਹਮਣੇ ਮੈਂ ਪੁਆਇੰਟਸ ਲਿਆ ਦਿੱਤੇ ਜਿਹੜੇ ਮੈਂ ਪਿਛਲੀ ਵੀਡੀਓ ਸਮਝਾਏ ਸੀ ਕਿ ਅਨਪੜ੍ਹਤਾ ਕਿਵੇਂ ਵੱਡਾ ਕਾਰਨ ਹੈ, ਗਰੀਬੀ ਕਿਵੇਂ ਕਾਰਨ ਹੈ, ਉਹਦੀਆਂ ਉਦਾਸੀਨਤਾ ਕਿਵੇਂ ਕਾਰਨ ਹੈ, ਬਿਮਾਰੀ ਕਿਵੇਂ ਕਾਰਨ ਹੈ, ਖੇਤਰਵਾਦ, ਜਾਤੀਵਾਦ ਦੀ ਜਿਹੜੀ ਸਮੱਸਿਆਵਾਂ ਉਹ ਕਾਰਨ, ਉਹ ਕਿਵੇਂ ਕਾਰਨ ਹੈ ਕਿ ਜੋ ਤੁਹਾਡਾ ਲੋਕਤੰਤਰ ਹੈ ਉਹ ਸਫਲ ਨਹੀਂ ਹੋ ਪਾ ਰਿਹਾ। ਲੋਕਤੰਤਰ ਦੇ ਰਾਹ ਵਿੱਚ ਆਉਣ ਵਾਲੀਆਂ ਰੁਕਾਵਟਾਂ ਕੀ ਨੇ। ਠੀਕ ਹੈ। ਸੋ ਗਰੀਬ ਦੇਸ਼ਾਂ ਲਈ ਜੋ ਹੈ ਉਹ, ਜਾਂ ਜਿਹੜੇ ਡਿਵੈਲਪਿੰਗ ਕੰਟਰੀਜ਼ ਨੇ ਉਹਨਾਂ ਵਿੱਚ ਲੋਕਤੰਤਰ ਨਾ ਸਫਲ ਹੋਣ ਦੇ ਕਾਰਨ ਅਸੀਂ ਆਲਰੇਡੀ ਪੜ੍ਹ ਚੁੱਕੇ ਹਾਂ। ਸੋ ਅੱਜ ਜੇ ਕਿਸੇ ਵੀ ਦੇਸ਼ ਦੇ ਵਿੱਚ ਲੋਕਤੰਤਰ, ਜੇ ਕੋਈ ਸਪੋਜ਼ ਕਰ ਲਓ ਅੱਜ ਨਾ ਕਿਸੇ ਵੀ ਦੇਸ਼ ਦੇ ਵਿੱਚ ਰਾਜੇ ਰਾਜਿਆਂ ਦਾ ਸ਼ਾਸਨ ਹੈ ਔਰ ਉੱਥੇ ਉਹ ਲੋਕਤੰਤਰ ਨੂੰ ਜਿਹੜਾ ਹੈ ਉਹ ਅਸੈਪਟ ਕਰਨਾ ਚਾਹੁੰਦੇ ਨੇ। ਠੀਕ ਹੈ, ਲੇਕਿਨ ਉਸ ਤੋਂ ਪਹਿਲੇ ਉਹ ਕਹਿੰਦੇ ਕਿ ਕੀ ਪ੍ਰੀ ਰੈਕੁਜ਼ਿਟਸ ਨੇ, ਯਾਨੀ ਕਿ ਕਿਹੜੇ ਹਾਲਾਤ ਨੇ ਜੇ ਉਹ ਪੈਦਾ ਹੋਣ ਤਾਂ ਹੀ ਜੇ ਲੋਕਤੰਤਰ ਸਫਲ ਹੋਏਗਾ। ਤਾਂ ਆਪਾਂ ਅੱਜ ਉਸ ਦੇਸ਼ ਨੂੰ, ਇੱਕ ਨਵਾਂ ਬਣਿਆ ਜੋ ਦੇਸ਼ ਹੈ ਜਾਂ ਇੱਕ ਨਵਾਂ ਜੋ ਡੈਮੋਕ੍ਰੇਸੀ ਵੱਲ ਵੱਧਦਾ ਹੋਇਆ ਦੇਸ਼ ਹੈ ਰਾਜੇ ਮਹਾਰਾਜਿਆਂ ਦੇ ਸ਼ਾਸਨ ਤੋਂ, ਅਸੀਂ ਉਹਨਾਂ ਨੂੰ ਸਮਝਾਉਣਾ ਹੈ, ਉਸ ਦੇਸ਼ ਦੇ ਲੋਕਾਂ ਨੂੰ ਇਹ ਸਮਝਾਉਣਾ ਹੈ ਕਿ ਤੁਹਾਡੇ ਦੇਸ਼ 'ਚ ਜੇ ਇਹ ਸਾਰੀਆਂ ਚੀਜ਼ਾਂ ਹੋਣਗੀਆਂ ਤੁਹਾਡਾ ਲੋਕਤੰਤਰ ਜੋ ਹੈ ਉਹ ਸਫਲ ਹੋ ਜਾਏਗਾ। ਠੀਕ ਹੈ, ਤਾਂ ਪੁਆਇੰਟ ਆਈ ਥਿੰਕ 12 ਜਾਂ 13 ਪੁਆਇੰਟ ਦੇ ਰੱਖੇ ਹੈ, ਦੇਖ ਲੈਣੇ ਕਿੰਨੇ ਪੁਆਇੰਟ ਹੈ ਜੀ। ਤੁਹਾਡੇ 12 ਪੁਆਇੰਟ ਨੇ, ਲੇਕਿਨ ਮੈਂ ਇੱਕ ਐਸੀ ਸਕੀਮ ਲਾਈ ਹੈ ਕਿ ਮੈਂ ਸਿਰਫ ਔਰ ਸਿਰਫ ਤੁਹਾਨੂੰ 3 ਪੁਆਇੰਟ ਪੜ੍ਹਾਊਂਗਾ। ਉਹ 3 ਪੁਆਇੰਟਸ ਦੇ ਵਿੱਚੋਂ ਹੀ, ਯਾਨੀ ਕਿ ਇੱਕ ਪੁਆਇੰਟ ਫੜਿਆ ਕਰਾਂਗੇ ਉਹ 'ਚੋਂ 4 ਪੁਆਇੰਟ ਅੱਗੇ ਨਿਕਲ ਜਾਇਆ ਕਰਨਗੇ, ਫਿਰ ਇੱਕ ਪੁਆਇੰਟ ਫੜਾਂਗੇ ਉਹ 'ਚੋਂ 4 ਪੁਆਇੰਟ ਅੱਗੇ ਨਿਕਲ ਜਾਣਗੇ। ਸੋ ਇਸ ਤਰੀਕੇ ਕਰਕੇ ਜਿਹੜਾ ਹੈ ਤੁਹਾਨੂੰ ਇਹਦੀ ਕਹਾਣੀ ਬਣਾ ਕੇ ਸਮਝਾ ਦਾਂਗਾ, ਜਿਹਦੇ ਨਾਲ ਤੁਸੀਂ ਈਜ਼ੀਲੀ ਜੋ ਹੈ ਹਰ ਚੀਜ਼ ਨੂੰ ਰਿਲੇਟ ਕਰ ਪਾਓਗੇ। ਜਿਵੇਂ ਕਿ ਮੈਂ ਪਿਛਲੀ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਕਾਰਨ ਉਹ ਅਨਪੜ੍ਹਤਾ ਨੂੰ ਫੜਿਆ ਸੀਗਾ। ਸੋ ਅੱਜ ਆਪਾਂ ਅਨਪੜ੍ਹਤਾ ਨੂੰ ਹੀ ਜਿਹੜਾ ਹੈ ਦੂਰ ਕਰਕੇ ਇਸ ਜੋ ਲੋਕਤੰਤਰ ਦੀ ਰਾਹ ਹੈ ਉਸਨੂੰ ਪੱਧਰਾ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ।
ਸਭ ਤੋਂ ਪਹਿਲੀ ਗੱਲ ਕਹਿੰਦਾ ਜੀ ਜਿਹੜਾ ਪੜ੍ਹਿਆ ਲਿਖਿਆ ਨਾਗਰਿਕ ਹੈ, ਜਿਹੜੇ ਨਾਗਰਿਕ ਨੇ ਉਹਨਾਂ ਨੂੰ ਪੜ੍ਹਾਈ ਲਿਖਾਈ ਕਰਾਓ, ਮਤਲਬ ਆਪਣੇ ਦੇਸ਼ ਦੇ ਵਿੱਚ ਜੋ ਹੈ ਉਹ ਲਿਟਰੇਸੀ ਰੇਟ ਜਿਹੜਾ ਹੈ ਵਧਾਓ, ਮਤਲਬ ਪੜ੍ਹੇ ਲਿਖੇ ਅਨਪੜ੍ਹਾਂ ਦੀ ਤਾਦਾਦ ਨੂੰ ਵੀ ਜਿਹੜਾ ਹੈ ਤੁਸੀਂ ਘਟਾਉਣਾ ਹੈ। ਜਿਹੜੀ ਨੌਲੇਜ ਤੁਸੀਂ ਸਕੂਲਾਂ 'ਚ ਦਿੱਤੀ ਹੈ ਉਸ ਨੂੰ ਵਿਜ਼ਡਮ ਦੇ ਵਿੱਚ ਵੀ ਕਨਵਰਟ ਕਰੋ। ਆਮ ਜਨਤਾ ਦੇ ਵਿੱਚ ਜੋ ਹੈ ਉਹ ਬੁੱਧੀ ਦਾ ਵਿਕਾਸ ਕਰੋ, ਉਹ ਸਵੈ ਵਿਵੇਕ ਦਾ ਜੋ ਹੈ ਉਹ ਵਿਕਾਸ ਕਰੋ, ਤਾਂ ਕਿ ਉਹਨਾਂ ਵੱਲੋਂ ਆਪਣੀ ਬੁੱਧੀ ਨੂੰ ਵਰਤ ਕੇ ਜੋ ਹੈ ਉਹ ਆਪਣੇ ਨੁਮਾਇੰਦਿਆਂ ਦੀ ਚੋਣ ਕੀਤੀ ਜਾ ਸਕੇ, ਚੰਗੇ ਨੁਮਾਇੰਦਿਆਂ ਦੀ ਚੋਣ ਜੋ ਹੈ ਉਹਨਾਂ ਵੱਲੋਂ ਕੀਤੀ ਜਾ ਸਕੇ। ਤਾਂ ਇਹਨਾਂ ਨੇ ਕਿਹਾ, ਕਹਿੰਦਾ ਪੜ੍ਹੇ ਲਿਖੇ ਜਿਹੜੇ ਲੋਕ ਹੈ ਉਹ ਲੋਕਤੰਤਰ ਨੂੰ ਸਫਲ ਬਣਾਉਣਗੇ, ਕਿਉਂਕਿ ਲੋਕਤੰਤਰ ਦਾ ਮਤਲਬ ਕੀ ਹੈ? ਸ਼ਾਸਨ ਵਿੱਚ ਭਾਗੀਦਾਰੀ। ਜੇ ਤੁਸੀਂ ਏਬਲ ਹੀ ਨਹੀਂ ਹੋਵੋਗੇ, ਯੋਗ ਹੀ ਨਹੀਂ ਹੋਵੋਗੇ, ਤਾਂ ਤੁਸੀਂ ਸ਼ਾਸਨ ਵਿੱਚ ਜੋ ਹੈ ਉਹ ਭਾਗੀਦਾਰੀ ਕਿਵੇਂ ਕਰ ਸਕਦੇ ਹੋ? ਚਾਹੇ ਲੋਕਤੰਤਰ ਸਿੱਧਾ ਹੋਵੇ, ਚਾਹੇ ਉਸ ਸਮੇਂ ਅਪ੍ਰਤੱਖ ਲੋਕਤੰਤਰ ਹੋਵੇ। ਮੈਂ ਦੋਨਾਂ ਦੀ ਐਗਜ਼ਾਮਪਲ ਵੀ ਦੱਸ ਦਿੰਦਾ। ਜੇ ਪ੍ਰਤੱਖ ਲੋਕਤੰਤਰ ਹੋਏਗਾ, ਪ੍ਰਤੱਖ ਲੋਕਤੰਤਰ ਜੋ ਹੈ ਅੱਜ ਵੀ ਸਾਡੇ ਦੇਸ਼ 'ਚ ਕਿਸੇ ਹੱਦ ਤੱਕ ਪ੍ਰਤੱਖ ਲੋਕਤੰਤਰ ਕਿੱਥੇ ਦੇਖਣ ਨੂੰ ਮਿਲਦਾ? ਗ੍ਰਾਮ ਸਭਾ ਦੇ ਵਿੱਚ। ਗ੍ਰਾਮ ਸਭਾ ਜਿਹੜੀ ਹੈ ਉਹਦੇ ਵਿੱਚ ਇੱਕ ਪਿੰਡ ਦੇ 18 ਸਾਲ ਤੋਂ ਵੱਧ ਦੇ ਜਿੰਨੇ ਵੀ ਵਿਅਕਤੀ ਨੇ ਉਹ ਮੈਂਬਰ ਹੁੰਦੇ ਨੇ, ਠੀਕ ਹੈ। ਤੇ ਸਾਰੇ ਪਿੰਡ ਵੱਲੋਂ ਉਸ ਗ੍ਰਾਮ ਸਭਾ ਦੇ ਵਿੱਚ ਬੈਠ ਕੇ ਜੋ ਹੈ ਉਹ ਪਿੰਡ ਦੇ ਵਿਕਾਸ ਦੇ ਲਈ ਜੋ ਹੈ ਉਹ ਨੀਤੀਆਂ ਤੈਅ ਕੀਤੀਆਂ ਜਾਂਦੀਆਂ ਨੇ, ਵਿਕਾਸ ਦੇ ਕਾਰਜਕ੍ਰਮ ਜੋ ਹੈ ਉਹ ਤੈਅ ਕੀਤੇ ਜਾਂਦੇ ਨੇ। ਸੋ ਪ੍ਰਤੱਖ ਲੋਕਤੰਤਰ ਦਾ, ਡਾਇਰੈਕਟ ਡੈਮੋਕ੍ਰੇਸੀ ਦਾ ਜੋ ਪ੍ਰਤੱਖ ਲੋਕਤੰਤਰ ਦਾ ਇੱਕ ਉਦਾਹਰਣ ਹੈ ਤੁਹਾਡੇ ਪਿੰਡ ਦੀ ਗ੍ਰਾਮ ਸਭਾ, ਠੀਕ ਹੈ। ਤੇ ਇਨਡਾਇਰੈਕਟ ਜੋ ਤੁਹਾਡੀ ਡੈਮੋਕ੍ਰੇਸੀ ਹੈ ਉਸ ਦਾ ਐਗਜ਼ਾਮਪਲ ਹੈ ਤੁਹਾਡੀ ਲੋਕ ਸਭਾ ਜਾਂ ਵਿਧਾਨ ਸਭਾ ਦੇ ਵਿੱਚ ਜੋ ਨੁਮਾਇੰਦੇ ਚੁਣਦੇ ਹੋ ਤੁਸੀਂ, ਉਹ ਜੋ ਕਿ ਮੈਂ ਆਲਰੇਡੀ ਬਹੁਤ ਵਾਰ ਪੜ੍ਹਾ ਚੁੱਕਿਆ ਹਾਂ। ਚੈਪਟਰ 12 ਚੈਪਟਰ 13 ਜੋ ਹੈ ਖਤਮ ਕੀਤਾ ਹੈ, ਉਹਦੇ ਵਿੱਚ ਮੈਂ ਬਾਰ-ਬਾਰ ਇਹਨਾਂ ਦਾ ਲੋਕ ਸਭਾ ਤੇ ਵਿਧਾਨ ਸਭਾ ਦਾ ਜ਼ਿਕਰ ਜੋ ਹੈ ਕੀਤਾ, ਜਿਹਦੇ ਚ ਮੈਂ ਸੰਸਦੀ ਪ੍ਰਣਾਲੀ ਨੂੰ ਜੋ ਹੈ, ਸੰਸਦੀ ਲੋਕਤੰਤਰ ਪ੍ਰਣਾਲੀ ਨੂੰ ਜੋ ਹੈ ਉਹ ਇਨਡਾਇਰੈਕਟ ਡੈਮੋਕ੍ਰੇਸੀ ਮੰਨਿਆ ਸੀ, ਠੀਕ ਹੈ। ਤਾਂ ਵਾਪਿਸ ਆਣਾ, ਕਹਿੰਦਾ ਪੜ੍ਹੇ ਲਿਖੇ ਜਿਹੜੇ ਲੋਕ ਨੇ ਉਹ ਲੋਕਤੰਤਰ ਨੂੰ ਸਫਲ ਬਣਾ ਸਕਦੇ ਨੇ। ਜਿਹੜੇ ਤੁਹਾਡੇ ਡਾਇਰੈਕਟ ਡੈਮੋਕ੍ਰੇਸੀ ਦੇ ਵਿੱਚ ਇਹ 18+ ਜੋ ਲੋਕ ਨੇ ਗ੍ਰਾਮ ਸਭਾ ਦੇ ਵਿੱਚ ਬੈਠਣ ਵਾਲੇ, ਜੇ ਇਹ ਜੁਝਾਰੂ ਹੋਣਗੇ ਔਰ ਇਹਨਾਂ ਵੱਲੋਂ ਜੋ ਇਹਨਾਂ ਨੂੰ ਪੜ੍ਹਾਇਆ ਗਿਆ ਹੈ ਉਸ ਨੂੰ ਵਿਜ਼ਡਮ 'ਚ ਕਨਵਰਟ ਕੀਤਾ ਗਿਆ ਹੋਇਆ, ਆਪਣੇ ਸਵੈ ਵਿਵੇਕ ਨਾਲ ਜੋ ਹੈ ਆਪਣੇ ਪਿੰਡ ਲਈ ਚੰਗੀਆਂ ਨੀਤੀਆਂ ਬਣਾਉਣਗੇ, ਚੰਗੇ ਕਾਰਜਕ੍ਰਮ ਬਣਾਉਣਗੇ, ਠੀਕ ਹੈ। ਤਾਂ ਡਾਇਰੈਕਟ ਡੈਮੋਕ੍ਰੇਸੀ ਦਾ ਇਹਨਾਂ ਦਾ ਇਹ ਰੋਲ ਹੈ। ਔਰ ਜੇ ਤੁਸੀਂ ਇਨਡਾਇਰੈਕਟ ਡੈਮੋਕ੍ਰੇਸੀ ਦੀ ਗੱਲ ਕਰੋਗੇ, ਜਿੱਥੇ ਇਹਨਾਂ ਨੇ ਆਪਣੇ ਨੁਮਾਇੰਦੇ ਚੁਣ ਕੇ ਭੇਜਣੇ ਆ ਸੰਸਦੀ ਲੋਕਤੰਤਰ ਦੇ ਵਿੱਚ, ਉਸ ਕੇਸ ਦੇ ਵਿੱਚ ਇਹ ਚੰਗੇ ਨੁਮਾਇੰਦੇ ਜਿਹੜੇ ਪੜ੍ਹੇ ਲਿਖੇ ਨੁਮਾਇੰਦੇ ਨੇ, ਠੀਕ ਹੈ, ਜਿਨ੍ਹਾਂ ਨਾਲ ਇਹਨਾਂ ਦੀ ਪੜ੍ਹੇ ਲਿਖੇ ਲੋਕਾਂ ਦੀ ਸਵੈ ਵਿਵੇਕ ਵਾਲੇ ਲੋਕਾਂ ਦੀ ਵਿਚਾਰਧਾਰਾ ਮਿਲਦੀ ਹੈ, ਉਹਨਾਂ ਨੂੰ ਜਿਹੜਾ ਹੈ ਇਹ ਸੰਸਦ ਦੇ ਵਿੱਚ ਜਾਂ ਤੁਹਾਡੀ ਵਿਧਾਨ ਸਭਾ ਦੇ ਵਿੱਚ ਚੁਣ ਕੇ ਭੇਜਣਗੇ। ਇਸ ਤਰ੍ਹਾਂ ਪੜ੍ਹੇ ਲਿਖੇ ਲੋਕ ਜੋ ਹੈ ਉਹ ਲੋਕਤੰਤਰ ਦੇ ਵਿੱਚ ਐਜ਼ ਅ ਪਿਲਰ ਕੰਮ ਕਰਨਗੇ। ਕੇਵਲ ਪੜ੍ਹੇ ਲਿਖੇ ਲੋਕ ਹੀ ਦੇਸ਼ ਦੀਆਂ ਆਰਥਿਕ, ਸਮਾਜਿਕ ਤੇ ਰਾਜਨੀਤਿਕ ਸਮੱਸਿਆਵਾਂ ਨੂੰ ਸਮਝ ਸਕਦੇ ਨੇ, ਠੀਕ ਹੈ ਜੀ, ਤੇ ਉਹਨਾਂ ਨੂੰ ਹੱਲ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਨੇ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਡਾਇਰੈਕਟ ਡੈਮੋਕ੍ਰੇਸੀ ਹੈ ਜੇ ਗ੍ਰਾਮ ਪੱਧਰ ਤੇ ਗੱਲ ਹੋ ਰਹੀ ਹੈ, ਯਾਨੀ ਕਿ ਗ੍ਰਾਮ ਪੱਧਰ ਤੇ ਗੱਲ ਹੋ ਰਹੀ ਹੈ, ਮਤਲਬ ਤੁਹਾਡੇ ਗ੍ਰਾਮ ਸਭਾ ਦੇ ਵਿੱਚ ਗੱਲ ਹੋ ਰਹੀ ਹੈ, ਤਾਂ ਉੱਥੇ ਇਹਨਾਂ ਲੋਕਾਂ ਵੱਲੋਂ ਪਿੰਡ ਦੀਆਂ ਜਿਹੜੀਆਂ ਵੀ ਸਮੱਸਿਆਵਾਂ ਨੇ, ਚਾਹੇ ਉਹ ਆਰਥਿਕ ਨੇ, ਚਾਹੇ ਰਾਜਨੀਤਿਕ ਨੇ, ਚਾਹੇ ਸਮਾਜਿਕ ਨੇ, ਉਹਨਾਂ ਸਮੱਸਿਆਵਾਂ ਦੀ ਇਹਨਾਂ ਨੂੰ ਗੂੜ ਨੌਲੇਜ ਤਾਂ ਹੈਗੀ ਹੈ। ਨੌਲੇਜ ਹੋਣ ਦੇ ਨਾਲ ਜੋ ਹੈ ਉਹ ਆਪਣੇ ਦਿਮਾਗ ਦੇ ਨਾਲ ਇਹਨਾਂ ਦੇ ਸੋਲੂਸ਼ਨ ਵੀ ਹੈ, ਕਿਉਂਕਿ ਬਿਮਾਰੀ ਜੋ ਹੋਏਗੀ, ਬਿਮਾਰੀ ਦਾ ਪਤਾ ਲੱਗਣ ਤੋਂ ਬਾਅਦ, ਉਸ ਨੂੰ ਡਾਇਗਨੋਸ ਕਰਨ ਤੋਂ ਬਾਅਦ ਜੋ ਹੈ ਉਹਦਾ ਟ੍ਰੀਟਮੈਂਟ ਵੀ ਇਹ ਲੋਕ ਕਰ ਪਾਣਗੇ। ਉਸ ਤੋਂ ਬਾਅਦ ਇਹਨਾਂ ਲੋਕਾਂ ਵੱਲੋਂ ਹੀ ਜਦੋਂ ਇਹਨਾਂ ਨੂੰ ਆਰਥਿਕ, ਸਮਾਜਿਕ ਤੇ ਰਾਜਨੀਤਿਕ ਸਮੱਸਿਆਵਾਂ ਦੇਸ਼ ਪੱਧਰ ਤੇ ਵੀ ਪਤਾ ਹੈ, ਠੀਕ ਹੈ ਜੀ, ਉਸ ਕੇਸ ਦੇ ਵਿੱਚ ਇਹ ਆਪਣੇ ਜੋ ਚੁਣੇ ਹੋਏ MLAs ਤੇ MPs ਨੂੰ ਵੀ ਜੋ ਹੈ ਉਹ ਫੀਡਬੈਕ ਦੇਣਗੇ ਕਿ ਸਾਡੀਆਂ ਇਹ ਸਮੱਸਿਆਵਾਂ ਨੇ, ਠੀਕ ਹੈ ਜੀ, ਤੁਸੀਂ ਸਾਡੇ ਤੇ ਸ਼ਾਸਕ ਹੋ, ਠੀਕ ਹੈ ਜੀ, ਤੁਸੀਂ ਸਾਡੇ ਲਈ ਜੋ ਹੈ ਨੀਤੀਆਂ ਕਾਨੂੰਨ ਬਣਾਉਣੇ ਹੈ ਤੇ ਅਸੀਂ ਆਪਣਾ ਜੋ ਹੈ ਉਹ ਫੀਡਬੈਕ ਦੇ ਰਹੇ ਹਾਂ ਤੁਹਾਨੂੰ, ਠੀਕ ਹੈ ਜੀ। ਉਸ ਫੀਡਬੈਕ ਦੇ ਵਿੱਚ ਜੋ ਹੈ ਉਸ ਜਨਤਾ ਵੱਲੋਂ ਦੱਸਿਆ ਜਾਏਗਾ ਕਿ ਸੋਲੂਸ਼ਨ ਕੀ ਹੋ ਸਕਦੇ ਨੇ। ਸੋ MLA MPs ਨੂੰ ਵੀ ਜੋ ਹੈ ਉਹ ਆਪਣੇ ਕੰਮ ਦਾ ਜੋ ਨਾਲ ਦੀ ਨਾਲ ਰਿਸਪੌਂਸ ਮਿਲਦਾ ਜਾ ਰਿਹਾ ਹੈ, ਠੀਕ ਹੈ, ਜਨਤਾ ਉਹਨਾਂ ਨੂੰ ਕਿੰਨਾ ਸਹਿਯੋਗ ਕਰ ਰਹੀ ਹੈ, ਇਸੇ ਤੋਂ MLA MPs ਨੂੰ ਪਤਾ ਲੱਗਦਾ ਰਹਿੰਦਾ ਹੈ ਕਿ ਆਮ ਜਨਤਾ ਨੂੰ ਉਹਨਾਂ 'ਚ ਕਿੰਨਾ ਕੁ ਜੋ ਹੈ ਉਹ ਅੱਜ ਵੀ ਯਕੀਨ ਹੈ। ਉਸ ਤੋਂ ਬਾਅਦ ਕਹਿੰਦਾ ਜਿਹੜੀ ਸਿੱਖਿਆ ਹੈ ਨਾ, ਮੈਂ ਪਿਛਲੀ ਵੀਡੀਓ ਦੇ ਵਿੱਚ ਬਹੁਤ ਚੰਗੀ ਤਰੀਕੇ ਸਮਝਾਇਆ ਸੀਗਾ, ਉਸ ਤੋਂ ਪਿਛਲੀ ਵੀਡੀਓ 'ਚ ਵੀ ਇਹ ਗੱਲ ਸਮਝਾਈ ਸੀ ਮੈਂ ਤੁਹਾਨੂੰ, ਇੱਕ ਉਦਾਰਵਾਦੀ ਵਿਅਕਤੀ ਜੋ ਹੈ ਉਹ ਕਿਹੋ ਜਿਹਾ ਵਿਅਕਤੀ ਹੋ ਸਕਦਾ, ਉਹਦੀ ਜੋ ਹੈ ਗੁਣ ਦੱਸੇ ਸੀਗੇ। ਤਾਂ ਮੈਂ ਇਹ ਵੀ ਦੱਸ ਚੁੱਕਿਆ ਵਾਂ ਕਿ ਜੋ ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ ਇੱਕ ਪੋਲੀਟੀਕਲ ਸ਼ਾਸਨ ਪ੍ਰਣਾਲੀ ਤੋਂ ਇਲਾਵਾ ਜੋ ਹੈ ਉਹ ਜ਼ਿੰਦਗੀ ਜੀਉਣ ਦਾ ਇੱਕ ਤਰੀਕਾ ਵੀ ਹੈ। ਜਿਵੇਂ ਕਿ ਮੈਂ ਦੱਸਿਆ ਸੀਗਾ, ਇੱਕ ਵਿਅਕਤੀ ਜੋ ਡੈਮੋਕ੍ਰੇਸੀ ਨੂੰ ਪਸੰਦ ਕਰਦਾ ਹੈ ਉਹ ਉਦਾਰ ਵਿਅਕਤੀ ਹੋਏਗਾ। ਉਦਾਰ ਵਿਅਕਤੀ ਹੋਣ ਦਾ ਮਤਲਬ ਹੈ ਉਹ ਹਰ ਇੱਕ ਦੇ ਵਿਚਾਰਾਂ ਲਈ
ਓਪਨ ਹੋਏਗਾ, ਉਹ ਹਰ ਇੱਕ ਦੀ ਗੱਲ ਨੂੰ ਸੁਣੇਗਾ, ਉਹ ਸਹਿਣਸ਼ੀਲ ਹੋਏਗਾ, ਉਹ ਹਿੰਸਾ ਦਾ ਪ੍ਰਯੋਗ ਬਿਲਕੁਲ ਨਹੀਂ ਕਰੇਗਾ, ਉਹ ਸ਼ਾਂਤੀਪੂਰਵਕ ਜੋ ਮਤਭੇਦ ਹੈ ਉਹਨਾਂ ਨੂੰ ਸੁਲਝਾਉਣ ਦੇ ਵਿੱਚ ਜੋ ਹੈ ਉਹ ਰੁਚੀ ਰੱਖੇਗਾ। ਸੋ ਕਹਿੰਦਾ ਜਿਹੜੀ ਸਿੱਖਿਆ ਹੈ ਉਹ ਵਿਅਕਤੀਆਂ ਨੂੰ ਜਾਨਵਰ ਤੋਂ ਯਾਨੀ ਕਿ ਅਸਭ्य ਤੋਂ ਸਭ्य ਬਣਾਉਂਦੀ ਹੈ। ਠੀਕ ਹੈ, ਸਭ्य ਬਣਨ ਦੇ ਲਈ ਕੀ ਕਰਨਾ ਪਏਗਾ, ਜੋ ਮੈਂ ਤੁਹਾਨੂੰ ਦੱਸਿਆ ਕਿ ਤੁਹਾਡੇ 'ਚ ਸਹਿਣਸ਼ੀਲਤਾ ਹੋਣੀ ਚਾਹੀਦੀ, ਦੂਜੇ ਵਿਚਾਰਾਂ ਨੂੰ ਸੁਣਨਾ ਹੈ ਤੁਸੀਂ। ਠੀਕ ਹੈ, ਉਹ ਤੋਂ ਉਹਨਾਂ ਤੋਂ ਜੇ ਕੁਝ ਵੈਲਿਡ ਪੁਆਇੰਟ ਸਿੱਖੇ ਜਾ ਸਕਦੇ ਹੈ ਤਾਂ ਸਾਰੀ ਜ਼ਿੰਦਗੀ ਸਿੱਖਦੇ ਵੀ ਰਹਿਣਾ, ਕਿਉਂਕਿ ਛੋਟੇ ਤੋਂ ਛੋਟਾ ਬੱਚਾ ਵੀ ਤੁਹਾਨੂੰ ਕੁਛ ਨਾ ਕੁਛ ਚੰਗਾ ਸਿਖਾ ਸਕਦਾ ਹੈ। ਤਾਂ ਸਿੱਖਿਆ ਜਿਹੜੀ ਹੈ ਉਹ ਲੋਕਾਂ ਦੇ ਮਨਾਂ ਵਿੱਚ ਉਦਾਰਵਾਦੀ ਰੁਚੀਆਂ ਪੈਦਾ ਕਰਦੀ ਹੈ। ਉਦਾਰਵਾਦੀ ਜੋ ਵਿਚਾਰ ਨੇ ਉਹ ਉਦਾਰਵਾਦੀ ਵਿਚਾਰ ਕੀ ਤਿਆਰ ਕਰਦੇ ਨੇ ਲੋਕਤੰਤਰ, ਕਿਉਂਕਿ ਇਹਨਾਂ ਦੇ ਵਿੱਚ ਕੀ ਹੈ, ਇੱਕ ਸਿੰਕਰੋਨਾਈਜੇਸ਼ਨ ਹੈ, ਇੱਕ ਤਾਲਮੇਲ ਬਣਿਆ ਹੋਇਆ ਹੈ। ਲੋਕਤੰਤਰ ਜੋ ਹੈ ਉਹ ਉਦਾਰਵਾਦੀ ਵਿਚਾਰਾਂ ਨੂੰ ਹੀ ਰਿਪਰੈਜ਼ੈਂਟ ਕਰਦਾ ਹੈ, ਕਿਉਂਕਿ ਲੋਕਤੰਤਰ ਦੇ ਵਿੱਚ ਕੀ ਹੁੰਦਾ, ਲੋਕਤੰਤਰ ਦਾ ਮੈਂ ਪਹਿਲੇ ਦੱਸਿਆ ਕਿ ਹਰ ਇੱਕ ਨੂੰ ਬੋਲਣ ਦੀ ਆਜ਼ਾਦੀ ਦਿਓ, ਅਸਹਿਮਤੀ ਨੂੰ ਬਰਦਾਸ਼ਤ ਕਰੋ, ਔਰ ਜੋ ਹੈ ਆਲੋਚਨਾ ਵੀ ਕਿਸੇ ਨਾ ਕਿਸੇ ਹੱਦ ਤੱਕ ਹੋਏਗੀ, ਅਸਹਿਮਤੀਆਂ ਵੀ ਹੋਣਗੀਆਂ, ਔਰ ਉਹਨਾਂ ਅਸਹਿਮਤੀਆਂ ਨੂੰ ਹੈਂਡਲ ਵੀ ਕਰਨਾ, ਮਤਭੇਦਾਂ ਨੂੰ ਹੈਂਡਲ ਵੀ ਕਰਨਾ, ਹਿੰਸਾ ਦੀ ਵਰਤੋਂ ਨਹੀਂ ਕਰਨੀ ਹੈ। ਠੀਕ ਹੈ, ਹਰ ਇੱਕ ਦਾ ਜੋ ਹੈ ਸ਼ਾਸਨ ਦੇ ਵਿੱਚ ਜੋ ਹੈ ਭਾਗੀਦਾਰੀ ਦੇ ਵਿੱਚ, ਸ਼ਾਸਨ ਦੇ ਵਿੱਚ ਜੋ ਹੈ ਉਹਦੀ ਭਾਗੀਦਾਰੀ ਹੈ। ਸੋ ਇਹ ਸਾਰੀਆਂ ਗੱਲਾਂ ਤਾਂ ਲੋਕਤੰਤਰ ਦੇ ਜਿਹੜੇ ਮੁੱਢਲੇ ਸਿਧਾਂਤ ਸਮਝਾਏ ਗਏ। ਸੋ ਪੜ੍ਹੇ ਲਿਖੇ ਨਾਗਰਿਕਾਂ ਵਾਲਾ ਪੁਆਇੰਟ ਮੈਂ ਤੁਹਾਨੂੰ ਸਮਝਾ ਦਿੱਤਾ ਕਿ ਪੜ੍ਹੇ ਲਿਖੇ ਲੋਕ ਜੋ ਹੈ ਅਗਰ ਉਸ ਦੇਸ਼ ਦੇ ਵਿੱਚ, ਜੋ ਕਿ ਮੈਂ ਜਿਵੇਂ ਦੱਸਿਆ ਨਾ ਕਿ ਆਪਾਂ ਹੁਣ ਦੇਸ਼ ਦੇ ਲੋਕਾਂ ਨੂੰ, ਕਿਸੇ ਦੇਸ਼ ਦੇ ਲੋਕਾਂ ਨੂੰ ਸਮਝਾ ਰਹੇ ਹਾਂ ਕਿ ਭਾਈ ਸਾਹਿਬ ਜੇ ਤੁਸੀਂ ਲੋਕਤੰਤਰ ਅਪਣਾਉਣਾ ਤਾਂ ਇਹ ਸਾਰਾ ਕੁਝ ਕਰਨਾ ਤੁਹਾਨੂੰ ਪਏਗਾ, ਤਾਂ ਪਹਿਲਾਂ ਤੁਸੀਂ ਆਪਣੇ ਲੋਕਾਂ ਦੇ ਜਿਹੜੇ ਤੁਹਾਡੇ ਲੋਕ ਨੇ ਉਹ ਪੜ੍ਹੇ ਲਿਖੇ ਹੋਣੇ ਚਾਹੀਦੇ ਨੇ। ਠੀਕ ਹੈ, ਹੁਣ ਜਦੋਂ ਪੜ੍ਹ ਲਿਖ ਜਾਣਗੇ ਤਾਂ ਉਹਨਾਂ ਦੀਆਂ ਜਿਹੜੀਆਂ ਨੈਤਿਕ ਕਦਰਾਂ ਕੀਮਤਾਂ ਨੇ, ਨੈਤਿਕ ਕਦਰਾਂ ਕੀਮਤਾਂ ਕਿਹੜੀਆਂ, ਸਹਿਣਸ਼ੀਲਤਾ ਜਿਵੇਂ ਇੱਕ ਨੈਤਿਕ ਕਦਰ ਕੀਮਤ ਹੈ, ਨੈਤਿਕ ਜੋ ਹੈ ਕਦਰ ਕੀਮਤਾਂ ਦਾ ਵਿਕਾਸ ਹੋ ਜਾਏਗਾ। ਨੈਤਿਕ ਕਦਰ ਕੀਮਤਾਂ ਦਾ ਵਿਕਾਸ ਹੋਣ ਕਰਕੇ ਕੀ ਹੋਏਗਾ, ਉਹਨਾਂ ਦਾ ਜਿਹੜਾ ਆਚਰਣ ਹੈ ਉਹ ਉੱਚਾ ਹੋ ਜਾਏਗਾ ਤੇ ਉਹਨਾਂ ਨੂੰ ਇਹ ਗੱਲਾਂ ਸਮਝ ਆ ਜਾਣਗੀਆਂ ਨੈਤਿਕ ਕਦਰਾਂ ਕੀਮਤਾਂ ਦੇ ਵਿੱਚ। ਜਿਵੇਂ ਇੱਕ ਕਦਰ ਕੀਮਤ ਹੈਗੀ ਹੈ ਇਮਾਨਦਾਰੀ, ਭ੍ਰਿਸ਼ਟਾਚਾਰ ਨਹੀਂ ਕਰਾਂਗੇ। ਠੀਕ ਹੈ ਜੀ, ਇਹ ਪੜ੍ਹਨ ਲਿਖਣ ਨਾਲ ਪਤਾ ਲੱਗਦਾ ਹੈ ਕਿ ਭ੍ਰਿਸ਼ਟਾਚਾਰ ਦਾ ਜਿਹੜਾ ਨੁਕਸਾਨ ਹੈ ਉਹ ਸਿਰਫ ਔਰ ਸਿਰਫ ਬਾਕੀ ਲੋਕਾਂ ਨੂੰ ਨਹੀਂ, ਪੂਰੇ ਸਮਾਜ ਦੇ ਵਿੱਚ ਜੇ ਮੈਂ ਵੀ ਰਹਿ ਰਿਹਾ ਤਾਂ ਮੈਨੂੰ ਵੀ ਜੋ ਹੈ ਕਿਸੇ ਨਾ ਕਿਸੇ ਲੈਵਲ ਤੇ ਜਾ ਕੇ ਇਸ ਭ੍ਰਿਸ਼ਟਾਚਾਰ ਨੂੰ ਜੇ ਮੈਂ ਅੱਜ ਵਧਾਵਾ ਦੇ ਰਿਹਾ ਹਾਂ ਤਾਂ ਮੈਨੂੰ ਵੀ ਕਿਸੇ ਨਾ ਕਿਸੇ ਹੱਦ ਜਾ ਕੇ ਇਹਦਾ ਸੇਕ ਜਿਹੜਾ ਹੈ ਕਦੇ ਨਾ ਕਦੇ ਕਿਸੇ ਨਾ ਕਿਸੇ ਦਿਨ ਜੋ ਹੈ ਉਹ ਝੱਲਣਾ ਹੀ ਪਏਗਾ। ਠੀਕ ਹੈ, ਤਾਂ ਪੜ੍ਹਾਈ ਲਿਖਾਈ ਸਾਨੂੰ ਇਹ ਸਮਝਾਉਂਦੀ ਹੈ। ਸੋ ਪੜ੍ਹਾਈ ਲਿਖਾਈ ਸਾਨੂੰ ਨੈਤਿਕ ਕਦਰਾਂ ਕੀਮਤਾਂ ਸਿਖਾਉਂਦੀਆਂ, ਜਿਵੇਂ ਕਿ ਇਮਾਨਦਾਰੀ ਹੋ ਗਈ, ਜਿਵੇਂ ਕਿ ਸਹਿਣਸ਼ੀਲਤਾ ਹੋ ਗਈ। ਠੀਕ ਹੈ, ਸੋ ਜੇ ਬੰਦਾ ਪੜ੍ਹ ਲਿਖ ਗਿਆ ਤਾਂ ਉਹਦੀਆਂ ਨੈਤਿਕ ਕਦਰਾਂ ਕੀਮਤਾਂ ਉੱਚੀਆਂ ਹੋ ਜਾਣਗੀਆਂ। ਨੈਤਿਕ ਕਦਰਾਂ ਕੀਮਤਾਂ ਉੱਚੀਆਂ ਹੋਈਆਂ ਤਾਂ ਉਹਦਾ ਆਚਰਣ ਜੋ ਹੈ ਉਹ ਉੱਚੇ ਆਚਰਣ ਦਾ ਵਿਅਕਤੀ ਬਣ ਜਾਏਗਾ। ਠੀਕ ਹੈ, ਤੇ ਨਾ ਤਾਂ ਉਹ ਭ੍ਰਿਸ਼ਟਾਚਾਰ ਕਰੇਗਾ, ਉਸ ਤੋਂ ਬਾਅਦ ਉਹ ਹਰ ਇੱਕ ਦੇ ਵਿਊ ਪੁਆਇੰਟ ਨੂੰ ਸੁਣਨ ਦੀ ਜੋ ਹੈ ਉਹ ਸ਼ਮਤਾ ਰੱਖੇਗਾ, ਮਾਦਾ ਰੱਖੇਗਾ, ਔਰ ਸਮਾਜ ਦੇ ਵਿੱਚ ਰੈਗੂਲਰ ਜੋ ਹੈ ਵਿਚਾਰ ਵਟਾਂਦਰਾ ਹੁੰਦਾ ਜਾਏਗਾ। ਤੇ ਸਾਡਾ ਸਮਾਜ ਜਿਹੋ ਜਿਹਾ ਹੁੰਦਾ ਹੈ ਉਹੋ ਜਿਹੇ ਸਾਡੇ ਲੀਡਰ ਹੁੰਦੇ ਨੇ। ਜੇਕਰ ਸਾਡੇ ਦੇਸ਼ ਦੇ ਲੋਕ ਜੋ ਹੈ ਉਹ ਕਰਪਟ ਹੋਣਗੇ, ਉਹਨਾਂ ਨੂੰ ਕਿਸੇ ਦੀ ਗੱਲ ਸੁਣਨ ਦੀ ਆਦਤ ਨਹੀਂ ਹੋਏਗੀ, ਉਹ ਜਾਨਵਰ ਹੋਣਗੇ, ਤਾਂ ਸਾਡੇ ਚੁਣੇ ਹੋਏ ਨੁਮਾਇੰਦੇ ਵੀ ਉਹੋ ਜਿਹੇ ਹੀ ਹੋਣਗੇ, ਕਿਉਂਕਿ ਜਿਹੋ ਜਿਹੀ ਕੋਕੋ ਉਹੋ ਜਿਹੇ ਕੋਕੋ ਦੇ ਬੱਚੇ। ਸੋ ਅਸੀਂ ਜਿਹੜੇ ਨੁਮਾਇੰਦਿਆਂ ਨੂੰ ਚੁਣ ਰਹੇ ਆ ਉਹ ਸਾਡੇ ਵਿੱਚੋਂ ਹੀ ਤਾਂ ਜਾ ਰਹੇ ਨੇ, ਸਾਡੇ ਵਰਗੇ ਹੀ ਤਾਂ ਨੇ। ਠੀਕ ਹੈ, ਸੋ ਜਿਹੋ ਜਿਹੇ ਅਸੀਂ ਹੋਵਾਂਗੇ ਉਹੋ ਜਿਹੇ ਅਸੀਂ ਆਪਣੇ ਸ਼ਾਸਕ ਚੁਣ ਲਵਾਂਗੇ, ਜੋ ਤੁਹਾਡੇ ਚਾਣਕਿਆ ਸਾਹਿਬ ਵੀ ਕਹਿੰਦੇ ਹੁੰਦੇ ਸੀ, ਪਿਛਲੀ ਵੀਡੀਓ 'ਚ ਮੈਂ ਦੱਸਿਆ ਸੀ। ਸੋ ਪੜ੍ਹੇ ਲਿਖੇ ਨਾਗਰਿਕਾਂ ਵਾਲੇ ਪੁਆਇੰਟ ਤੋਂ ਹੀ ਮੈਂ ਨੈਤਿਕ ਆਚਰਣ ਵਾਲੀ ਗੱਲ ਵੀ ਕਰ ਲਈ ਕਿ ਪੜ੍ਹਨ ਲਿਖਣਾ ਜੋ ਹੈ ਨੈਤਿਕ ਕਦਰਾਂ ਕੀਮਤਾਂ ਜਿਹੜੀਆਂ ਤੁਹਾਡੀਆਂ ਉੱਪਰ ਚੱਲਦੀਆਂ। ਨੈਤਿਕ ਕਦਰਾਂ ਕੀਮਤਾਂ ਕਿਹੜੀਆਂ ਹੁੰਦੀਆਂ, ਜਿਵੇਂ ਕਿ ਇਮਾਨਦਾਰੀ ਹੋ ਗਈ, ਸਹਿਣਸ਼ੀਲਤਾ ਹੋ ਗਈ, ਇੱਦਾਂ ਦੀਆਂ ਹੋਰ 2-3 ਦੇਖ ਲੈਣਾ ਕਿਹੜੀਆਂ ਹੋ ਸਕਦੀਆਂ ਵਾ। ਸਹਿਯੋਗ ਹੋ ਗਈ, ਲੋ ਜੀ ਤੁਸੀਂ ਦੂਸਰੇ ਨਾਲ ਸਹਿਯੋਗ ਕਰਨ ਲਈ ਤਿਆਰ ਹੋ ਜਾਂਦੇ ਹੋ। ਠੀਕ ਹੈ ਜੀ, ਉਸ ਤੋਂ ਬਾਅਦ ਅਹਿੰਸਾ ਹੋ ਗਈ। ਚਲੋ 4 ਮੈਂ ਹੀ ਲਿਖਾ ਦਿਆਂ ਤੁਹਾਨੂੰ। ਓਕੇ, ਸੋ ਉੱਚੇ ਆਚਰਣ ਵਾਲੇ ਲੋਕ ਜਿਹੜੇ ਹੈ ਲੋਕਤੰਤਰ ਨੂੰ ਸਫਲ ਬਣਾਉਣਗੇ। ਕਿਵੇਂ ਬਣਾਉਣਗੇ ਮੈਂ ਦੱਸਤਾ। ਠੀਕ ਹੈ ਜੀ, ਜੇਕਰ ਦੇਸ਼ ਦੇ ਲੋਕ, ਰਾਜਨੀਤੀ ਨੇਤਾ ਤੇ ਸ਼ਾਸਕ ਜਿਹੜੇ ਹੈ ਉਹ ਭ੍ਰਿਸ਼ਟ ਹਨ ਤਾਂ ਲੋਕਤੰਤਰ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਢੇਰੀ ਹੋ ਜਾਏਗਾ। ਠੀਕ ਹੈ ਜੀ, ਤੁਹਾਨੂੰ ਦਿਖ ਹੀ ਰਿਹਾ ਹੋਏਗਾ, ਕਿਉਂਕਿ ਤੁਹਾਡੇ ਅੱਜ ਦੇ ਸਮਾਜ ਦੇ ਵਿੱਚ ਜੋ ਹੈ ਇਹ ਸਾਰੇ ਗੁਣ, ਜਿੰਨੀਆਂ ਨੈਤਿਕ ਕਦਰਾਂ ਕੀਮਤਾਂ ਜਿਹੜੀਆਂ ਘਟ ਗਈਆਂ, ਕਿਉਂਕਿ ਪੜ੍ਹਾਈ ਜਿਹੜੀ ਹੈ ਉਹ ਸਿਰਫ ਔਰ ਸਿਰਫ ਕੀ ਰਹਿ ਗਿਆ ਹੈ, ਕੁਝ ਲੋਕਾਂ ਲਈ ਵਪਾਰ ਦਾ ਜ਼ਰੀਆ ਰਿਹਾ ਹੈ, ਜਿਹੜੀਆਂ ਸਕੂਲ ਐਡਮਿਨਿਸਟ੍ਰੇਸ਼ਨ ਜਾਂ ਮੈਨੇਜਮੈਂਟਸ ਨੇ। ਠੀਕ ਹੈ, ਔਰ ਸਿਰਫ ਸਮਾਜ ਦੇ ਵਿੱਚ ਜੋ ਹੈ ਉਹ ਪੜ੍ਹੇ, ਕਿੰਨੀਆਂ ਡਿਗਰੀਆਂ ਪੜ੍ਹੇ ਹੋ ਉਹਦੇ ਤੇ ਜੋ ਹੈ ਤਵੱਜੋ ਦਿੱਤੀ ਜਾ ਰਹੀ ਹੈ। ਕਿੰਨਾ ਗੁੜੇ ਹੋ, ਕਿੰਨਾ ਨੌਲੇਜ ਨੂੰ ਤੁਸੀਂ ਵਿਜ਼ਡਮ ਦੇ ਵਿੱਚ ਕਨਵਰਟ ਕੀਤਾ ਹੈ, ਉਹਦੇ ਬਾਰੇ ਕੋਈ ਵੀ ਨਹੀਂ ਸੋਚ ਰਿਹਾ ਹੈ। ਠੀਕ ਹੈ ਜੀ, ਹੁਣ ਇੱਕ ਵਿਅਕਤੀ ਜਦੋਂ ਪੜ੍ਹ ਲਿਖ ਜਾਏਗਾ ਉਸਦੀ ਨੈਤਿਕ ਕਦਰਾਂ ਕੀਮਤਾਂ ਵੱਧ ਗਈਆਂ, ਉਹਦਾ ਨੈਤਿਕ ਆਚਰਣ ਉੱਚਾ ਹੋ ਗਿਆ। ਉਸ ਤੋਂ ਬਾਅਦ ਜਦੋਂ ਇੱਕ ਵਿਅਕਤੀ ਪੜ੍ਹ ਲਿਖ ਗਿਆ, ਹੁਣ ਉਹਦਾ ਜਿਹੜਾ ਅਗਲਾ ਉਹਦਾ ਇੱਕ ਫਰਜ਼ ਹੈ, ਉਹਦਾ ਇੱਕ ਕਰਤੱਵ ਹੈ। ਠੀਕ ਹੈ, ਕਿ ਉਹ ਆਪਣੇ ਆਪ ਨੂੰ ਰੈਗੂਲਰ ਜੋ ਉਹਨੇ ਪੜ੍ਹਿਆ ਉਹਨੂੰ ਜੋ ਹੈ ਕਨਵਰਟ ਕਰੇ ਵਿਜ਼ਡਮ ਦੇ ਵਿੱਚ। ਉਸ ਤੋਂ ਬਾਅਦ ਇਹ ਤਾਂ ਉਹਦਾ ਫਰਜ਼ ਹੈ। ਠੀਕ ਹੈ, ਕਰਤੱਵ ਹੈ। ਦੂਸਰੀ ਗੱਲ, ਉਹ ਆਪਣੇ ਆਪ ਨੂੰ ਅਪਡੇਟਡ ਰੱਖੇ, ਆਪਣੇ ਆਪ ਨੂੰ ਜੋ ਹੈ ਉਹ ਅਲਰਟ ਰੱਖੇ, ਉਹ ਆਪਣੇ ਆਪ ਨੂੰ
अलर्ट रखे। ये पढ़े लिखे व्यक्ति ਦੇ ਗੁਣ ਹੁੰਦੇ ਨੇ। ਠੀਕ ਹੈ, ਇੱਕ ਤਾਂ ਜੋ ਹੈ ਉਹਦਾ ਕਰਤੱਵ ਹੈ ਕਿ ਨੌਲੇਜ ਨੂੰ ਕਿਹਦੇ 'ਚ ਕਨਵਰਟ ਕਰਨਾ, ਉਹਨੇ ਨੌਲੇਜ ਨੂੰ ਕਨਵਰਟ ਕਰਨਾ ਹੈ ਵਿਜ਼ਡਮ ਦੇ ਵਿੱਚ। ਦੂਸਰਾ ਉਹ ਆਪਣੇ ਆਪ ਨੂੰ ਅਪਡੇਟਡ ਤੇ ਅਲਰਟ ਰੱਖੇਗਾ। ਕਹਿੰਦਾ ਚੇਤਨ ਤੇ ਜਾਗਰੂਕ ਨਾਗਰਿਕ। ਹੁਣ ਆਹ ਜਦੋਂ ਹੁਣ ਵੀ ਆਪਣੇ ਦੇਸ਼ ਦੇ ਵਿੱਚ ਇਲੈਕਸ਼ਨਸ ਹੁੰਦੇ ਨੇ, ਤੁਸੀਂ ਦੇਖਿਆ ਹੋਏਗਾ ਕਿ ਵੱਖ-ਵੱਖ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਯੰਗਸਟਰਸ ਵੱਲੋਂ ਬਹੁਤ ਸਾਰੇ ਯੰਗਸਟਰ ਜਿਹੜੇ ਹੈ ਉਹ ਚੌਂਕਾਂ ਤੇ ਮੋੜਾਂ ਤੇ ਰੋਕ ਕੇ ਜੋ ਹੈ ਸਵਾਲ ਪੁੱਛਦੇ ਨੇ। ਸੋ ਉਹ ਜਿਹੜੇ ਬੱਚੇ ਨੇ ਉਹ ਚੇਤਨ ਤੇ ਜਾਗਰੂਕ ਨਾਗਰਿਕ ਨੇ। ਠੀਕ ਹੈ, ਉਹਨਾਂ ਨੂੰ ਜੋ ਹੈ ਕਿਸੇ ਦੇ ਵੀ ਬੂਟ ਲਿਕਿੰਗ ਕਰਨੀ ਨਹੀਂ ਆਉਂਦੀ। ਸੋ ਇਹੋ ਜਿਹੀ ਨਾਗਰਿਕ ਜੋ ਹੈ ਉਹ ਸਾਡੇ ਸਮਾਜ ਦੇ ਵਿੱਚ ਹੋਣੇ ਚਾਹੀਦੇ, ਕਿਉਂਕਿ ਨਾਗਰਿਕ ਇਹ ਚਾਹੁੰਦੇ ਨੇ, ਨਾਗਰਿਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੀ ਸ਼ਾਸਨ ਦੇ ਵਿੱਚ ਭਾਗੀਦਾਰੀ ਹੈ, ਅਸੀਂ ਤੁਹਾਨੂੰ ਨੁਮਾਇੰਦਿਆਂ ਨੂੰ ਜੋ ਹੈ ਚੁਣ ਕੇ ਆਪਣੇ ਉੱਤੇ ਸ਼ਾਸਨ ਕਰਨ ਲਈ ਜੋ ਹੈ ਉਹ ਦੇਸ਼ ਦੀ ਸੰਸਦ ਦੇ ਵਿੱਚ ਭੇਜ ਰਹੇ ਹਾਂ। ਠੀਕ ਹੈ, ਤਾਂ ਸਾਡੇ ਕੋਲੋਂ ਤੁਹਾਡੇ ਤੋਂ ਲੇਖਾ ਜੋਖਾ ਲੈਣ ਦਾ ਸਾਨੂੰ ਪੂਰਾ ਅਧਿਕਾਰ ਹੈ ਔਰ ਅਸੀਂ ਤੁਹਾਨੂੰ ਲਗਾਤਾਰ ਪ੍ਰਸ਼ਨ ਜੋ ਹੈ ਪੁੱਛਦੇ ਰਵਾਂਗੇ। ਠੀਕ ਹੈ, ਤਾਂ ਕਹਿੰਦਾ ਚੇਤਨ ਤੇ ਜਾਗਰੂਕ ਨਾਗਰਿਕ ਜੋ ਹੈ ਲੋਕਤੰਤਰ ਨੂੰ ਸਫਲ ਬਣਾਉਂਦੇ ਨੇ। ਬਾਰ-ਬਾਰ ਇੱਕ ਰਾਈਟ ਦੇਖੋ, ਤੁਸੀਂ ਧਿਆਨ ਨਾਲ ਦੇਖੋ, ਸਫਲ ਬਣਾਉਂਦੇ ਨੇ। ਲਾਈਨਾਂ ਰਿਪੀਟ ਲਿਖੀਆਂ ਹੋਈਆਂ, ਤੁਸੀਂ ਬਿਲਕੁਲ ਵਰੀ ਨਹੀਂ ਕਰਨੀ। ਔਰ ਐਗਜ਼ੈਕਟ ਜੋ ਇਹਨਾਂ ਨੇ ਲਿਖਿਆ ਉਹ ਇੱਦਾਂ ਲਿਖਣਾ ਨਹੀਂ ਲਿਖਣਾ ਹੈ। ਮੈਂ ਤੁਹਾਨੂੰ ਜਿਵੇਂ ਸਮਝਾ ਰਿਹਾ ਤਾਂ ਜੋ ਤੁਹਾਨੂੰ ਸਮਝ ਆ ਰਿਹਾ ਤੁਸੀਂ ਆਪਣੀ ਸੌਖੀ ਪੰਜਾਬੀ ਭਾਸ਼ਾ ਦੇ ਵਿੱਚ ਉਸ ਤਰੀਕੇ ਹੀ ਲਿਖਣਾ ਹੈ। ਨਾਗਰਿਕਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਹਮੇਸ਼ਾ ਜਾਗਰੂਕ ਰਹਿਣਾ ਚਾਹੀਦਾ ਹੈ। ਤੁਹਾਡੇ ਅਧਿਕਾਰ, ਜਿਵੇਂ ਮੈਂ ਐਗਜ਼ਾਮਪਲ ਦਿੱਤੀ ਸੀਗੀ ਕਿ ਸਾਡੇ ਦੇਸ਼ ਦੇ ਵਿੱਚ ਫੰਡਾਮੈਂਟਲ ਰਾਈਟਸ ਨੇ। ਫੰਡਾਮੈਂਟਲ ਰਾਈਟ ਦੇ ਵਿੱਚ ਮੈਂ ਐਗਜ਼ਾਮਪਲ ਆਰਟੀਕਲ 19 ਦੀ ਵੀ ਦਿੱਤੀ ਹੋਈ ਹੈ। ਆਰਟੀਕਲ 19 ਦੀ ਜਿਹੜੀ ਐਗਜ਼ਾਮਪਲ ਦਿੱਤੀ, ਜਿਹਦੇ ਵਿੱਚ ਤੁਹਾਨੂੰ ਜੋ ਹੈ ਕੁਝ ਪੋਲੀਟੀਕਲ ਰਾਈਟਸ ਦਿੱਤੇ ਗਏ ਹੈ। ਬੋਲਣ ਦਾ ਅਧਿਕਾਰ ਹੈ, ਤੁਹਾਨੂੰ ਸੰਘ ਬਣਾਉਣ ਦਾ ਅਧਿਕਾਰ ਹੈ, ਯਾਨੀ ਕਿ ਐਸੋਸੀਏਸ਼ਨ ਬਣਾ ਸਕਦੇ ਹੋ, ਤੁਸੀਂ ਦੇਸ਼ 'ਚ ਕਿਤੇ ਵੀ ਘੁੰਮਣ ਜਾ ਸਕਦੇ ਹੋ, ਕੋਈ ਵੀ ਧੰਦਾ ਕਰ ਸਕਦੇ ਹੋ। ਉਸ ਤੋਂ ਬਾਅਦ ਸ਼ਾਂਤੀਪੂਰਨ ਧਰਨਾ ਪ੍ਰਦਰਸ਼ਨ ਕਰ ਸਕਦੇ ਹੋ ਜੇ ਤੁਸੀਂ ਸਰਕਾਰਾਂ ਦੇ ਪ੍ਰਤੀ, ਸਰਕਾਰਾਂ ਦੇ ਜੋ ਨਿਰਣੇ ਹੈ ਉਹਨਾਂ ਤੋਂ ਖੁਸ਼ ਨਹੀਂ ਹੋ, ਜੋ ਸ਼ਾਸਕਾਂ ਵੱਲੋਂ ਨਿਰਣੇ ਲਏ ਜਾ ਰਹੇ ਹੈ, ਸ਼ਾਸਕਾਂ ਵੱਲੋਂ ਕੋਈ ਤਾਨਾਸ਼ਾਹੀ ਕੀਤੀ ਜਾ ਰਹੀ ਹੈ, ਕੋਈ ਆਪਣੀ ਮਨਮਰਜ਼ੀ ਕੀਤੀ ਜਾ ਰਹੀ ਹੈ। ਸੋ ਉਸ ਕੇਸ ਦੇ ਵਿੱਚ ਜੋ ਹੈ ਤੁਹਾਡੇ ਵੱਲੋਂ ਧਰਨਾ ਪ੍ਰਦਰਸ਼ਨ ਵੀ ਕੀਤਾ ਜਾ ਸਕਦਾ, ਵਿਰੋਧ ਕੀਤਾ ਜਾ ਸਕਦਾ ਸਰਕਾਰ ਦਾ। ਠੀਕ ਹੈ, ਤਾਂ ਇਹ ਕਹਿੰਦਾ ਕਿ ਨਾਗਰਿਕਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਹਮੇਸ਼ਾ ਜਾਗਰੂਕ ਰਹਿਣਾ ਚਾਹੀਦਾ ਹੈ। ਤਾਂ ਫੰਡਾਮੈਂਟਲ ਰਾਈਟਸ ਜਿਹੜੇ ਹੈ ਹਰ ਵਿਅਕਤੀ ਨੂੰ ਜੋ ਹੈ ਇਸ ਦੇਸ਼ ਦੇ ਵਿੱਚ ਮਿਲੇ ਹੋਏ ਨੇ, ਹਰ ਨਾਗਰਿਕ ਨੂੰ ਜੋ ਹੈ ਫੰਡਾਮੈਂਟਲ ਰਾਈਟਸ ਮਿਲੇ ਹੋਏ ਨੇ। ਸੋ ਇਹ ਹੁਣ ਚੇਤਨ ਨਾਗਰਿਕ ਦੀ ਜਿਹੜੀ ਹੈ ਉਹ ਨਿਸ਼ਾਨੀ ਹੈ ਜੇ ਉਹਨੂੰ ਆਪਣੇ ਫੰਡਾਮੈਂਟਲ ਰਾਈਟਸ ਪਤਾ ਹੈ। ਲੇਕਿਨ ਇਸ ਦੇ ਨਾਲ ਨਾਲ ਉਸਨੂੰ ਆਪਣੀ ਜੋ ਫੰਡਾਮੈਂਟਲ ਡਿਊਟੀਜ਼ ਨੇ, ਜਿਵੇਂ ਕਹਿੰਦੇ ਨੇ ਕਿ ਦੇਸ਼ ਹਮੇ ਦੇਤਾ ਹੈ ਸਭ ਕੁਝ, ਹਮ ਵੀ ਤੋਂ ਕੁਝ ਦੇਣਾ ਸਿੱਖੇ। ਤਾਂ ਫੰਡਾਮੈਂਟਲ ਡਿਊਟੀਜ਼ ਦੀ ਜੇ ਗੱਲ ਕਰੀਏ, ਫੰਡਾਮੈਂਟਲ ਰਾਈਟਸ ਨਾਲ ਫੰਡਾਮੈਂਟਲ ਡਿਊਟੀਜ਼ ਦੀ ਗੱਲ ਕਰੀਏ ਤਾਂ ਇੱਕ ਡਿਊਟੀ ਹੈ ਕਿ ਤੁਸੀਂ ਆਪਣੇ ਪਰਿਆਵਰਨ ਦਾ ਧਿਆਨ ਰੱਖਣਾ ਹੈ। ਦੂਜੀ ਡਿਊਟੀ ਹੈ ਤੁਸੀਂ ਆਪਣੇ ਜਿੰਨੇ ਵੀ ਨੈਸ਼ਨਲ ਸਿੰਬਲਸ ਨੇ, ਜਿਵੇਂ ਦੇਸ਼ ਦਾ ਫਲੈਗ ਹੈ, ਠੀਕ ਹੈ, ਭਾਰਤ ਦਾ ਸੰਵਿਧਾਨ ਹੈ, ਉਹਦੇ ਪ੍ਰਤੀ ਸਨਮਾਨ, ਇੱਜ਼ਤ ਰੱਖਣੀ ਹੈ। ਤੀਸਰਾ ਹੈ ਕਿ ਤੁਸੀਂ ਕਿਸੇ ਸਰਕਾਰੀ ਜਿਹੜੀ ਪ੍ਰਾਪਰਟੀ ਹੈ ਉਹਦੀ ਤੋੜ-ਫੋੜ ਨਹੀਂ ਕਰਨੀ। ਇੱਦਾਂ ਦੀ 11 ਡਿਊਟੀਜ਼ ਨੇ। ਠੀਕ ਹੈ, ਸੋ ਇਹ ਤੁਹਾਡੀ ਜ਼ਿੰਮੇਵਾਰੀ ਹੈ। ਔਰ ਆਰਟੀਕਲ 51A ਦੇ ਵਿੱਚ ਇਹਦਾ ਜ਼ਿਕਰ ਕੀਤਾ ਗਿਆ ਹੈ। ਸਾਡੇ ਸੰਵਿਧਾਨ ਦੇ ਆਰਟੀਕਲ 51A ਦੇ ਵਿੱਚ ਇਹਦਾ ਜ਼ਿਕਰ ਕੀਤਾ ਗਿਆ ਹੈ। ਠੀਕ ਹੈ, ਕਿ ਤੁਹਾਡੇ ਕੁਝ ਫੰਡਾਮੈਂਟਲ ਡਿਊਟੀਜ਼ ਵੀ ਨੇ। ਠੀਕ ਹੈ ਜੀ, ਨੋ ਡਾਊਟ ਇਹਨਾਂ ਡਿਊਟੀਆਂ ਨੂੰ ਪੂਰਾ ਨਹੀਂ ਕਰੋਗੇ ਤਾਂ ਤੁਹਾਨੂੰ ਜਿਹੜਾ ਹੈ ਉਹ ਸਜ਼ਾ ਤਾਂ ਕੋਈ ਨਹੀਂ ਮਿਲੇਗੀ, ਪਨਿਸ਼ਮੈਂਟ ਨਹੀਂ ਮਿਲੇਗੀ। ਲੇਕਿਨ ਇਹ ਤੁਹਾਡੀ ਨੈਤਿਕ ਜ਼ਿੰਮੇਵਾਰੀ ਹੈ ਕਿ ਜੇ ਮੈਂ ਪਹਿਲੇ ਦੱਸਤਾ ਕਿ ਦੇਸ਼ ਹਮੇ ਦੇਤਾ ਹੈ ਸਭ ਕੁਝ, ਹਮ ਵੀ ਤੋਂ ਕੁਝ ਦੇਣਾ ਸਿੱਖੇ। ਸੋ ਇਹ ਸਾਡੇ ਕੋਲੋਂ ਐਕਸਪੈਕਟ ਕੀਤਾ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਅਧਿਕਾਰਾਂ ਤੇ ਕਲੇਮ ਕਰਦੇ ਹੋ ਤਾਂ ਤੁਹਾਨੂੰ ਜੋ ਹੈ ਕੁਝ ਡਿਊਟੀਜ਼ ਵੀ, ਤੁਹਾਨੂੰ ਕੁਝ ਕਰਤੱਵ ਵੀ ਜੋ ਹੈ ਉਹ ਪੂਰੇ ਕਰਨੇ ਪੈਣਗੇ। ਠੀਕ ਹੈ ਜੀ, ਕਹਿੰਦਾ ਇਹ ਕਦੋਂ ਹੋਏਗਾ? ਲੋਕ ਆਪਣੇ ਅਧਿਕਾਰਾਂ ਪ੍ਰਤੀ ਜੋ ਹੈ ਉਹ ਸੁਚੇਤ ਰਹਿਣਗੇ ਔਰ ਨਾਲ ਨਾਲ ਆਪਣੇ ਕਰਤੱਵਾਂ ਨੂੰ ਵੀ ਪੂਰਾ ਕਰਨਗੇ ਜਿਹੜੇ ਕਰਤੱਵ ਮੈਂ ਦੱਸੇ ਨੇ। ਜੇਕਰ ਨਾਗਰਿਕ ਚੇਤਨ ਨਹੀਂ ਹੋਣਗੇ ਤਾਂ ਕੋਈ ਵੀ ਸਰਕਾਰ ਜੋ ਹੈ ਉਹ ਤਾਨਾਸ਼ਾਹ ਬਣ ਜਾਏਗੀ। ਜੇ ਸਾਰੇ ਪਾਸੇ ਬੂਟ ਲਿਕਰਸ ਮਿਲ ਜਾਣਗੇ, ਠੀਕ ਹੈ, ਤਾਂ ਸਰਕਾਰ ਨੂੰ ਲੱਗੇਗਾ ਕੋਈ ਸਾਡਾ ਵਿਰੋਧ ਕਰਨ ਵਾਲਾ ਹੀ ਨਹੀਂ ਹੈਗਾ, ਸਾਨੂੰ ਤਾਂ ਕੋਈ ਪ੍ਰਸ਼ਨ ਪੁੱਛਣ ਵਾਲਾ ਹੀ ਨਹੀਂ ਹੈ, ਅਸੀਂ ਤਾਂ ਕਿਸੇ ਦੇ ਪ੍ਰਤੀ ਜਵਾਬਦੇਹੀ ਨਹੀਂ ਹੈਗੇ, ਅਸੀਂ ਜੋ ਮਰਜ਼ੀ ਕਰੀਏ। ਠੀਕ ਹੈ, ਇਹਨਾਂ ਨੇ ਸਾਨੂੰ ਇੱਕ ਵਾਰ 5 ਸਾਲ ਲਈ ਚੁਣਤਾ, ਉਸ ਤੋਂ ਬਾਅਦ ਅਸੀਂ ਹੀ ਰਾਜੇ ਹਾਂ ਤੇ ਇਹ ਪ੍ਰਜਾ ਹੈ। ਠੀਕ ਹੈ, ਜੇ ਕੋਈ ਸਾਡੇ ਅਗੇਂਸਟ ਆਵਾਜ਼ ਚੱਕੂਗਾ ਤਾਂ ਉਹਦਾ ਅਸੀਂ ਜੋ ਹੈ ਦਮਨ ਕਰਾਂਗੇ, ਉਹਦਾ ਤੇ ਅਤਿਆਚਾਰ ਕਰਾਂਗੇ। ਵੈਸੇ ਲੋਕ ਹੀ ਅਵੇਅਰ ਨਹੀਂ ਹੈਗੇ, ਕਿਉਂਕਿ ਦੇਖੋ ਨਾ, ਅਕਸਰ ਤੁਸੀਂ ਜੋ ਹੈ ਜਿਹੜੇ ਪੋਲੀਟੀਕਲ ਥਿੰਕਰਸ ਨੇ ਜਾਂ ਲੀਡਰ ਲੋਕ ਨੇ ਉਹਨਾਂ ਨੂੰ ਇਹ ਕਹਿੰਦੇ ਸੁਣਿਆ ਹੋਏਗਾ ਕਿ ਸਰਕਾਰ ਕਦੇ ਚਾਹੁੰਦੀ ਨਹੀਂ, ਲੀਡਰ ਕਦੇ ਚਾਹੁੰਦੇ ਨਹੀਂ ਹੈਗੇ ਕਿ ਤੁਸੀਂ ਪੜ੍ਹੋ ਜਾਂ ਲਿਖੋ, ਕਿਉਂਕਿ ਜੇ ਤੁਸੀਂ ਪੜ੍ਹੋਗੇ ਲਿਖੋਗੇ ਤਾਂ ਤੁਹਾਨੂੰ ਗਿਆਨ ਹੋਏਗਾ, ਗਿਆਨ ਦੇ ਨਾਲ ਤੁਹਾਡਾ ਜਿਹੜਾ ਸਵੈ ਵਿਵੇਕ ਦਾ ਵਿਕਾਸ ਹੋਏਗਾ, ਤੁਹਾਡੀ ਬੁੱਧੀ ਦਾ ਵਿਕਾਸ ਹੋਏਗਾ, ਤਾਂ ਤੁਸੀਂ ਇਹਨਾਂ ਲੋਕਾਂ ਨੂੰ ਹੀ, ਠੀਕ ਹੈ, ਇਹਨਾਂ ਲੀਡਰਸ ਨੂੰ ਜੋ ਹੈ ਉਹ ਸਵਾਲ ਪੁੱਛਣੇ ਸ਼ੁਰੂ ਕਰ ਲਓਗੇ ਜਿਨ੍ਹਾਂ ਸਵਾਲਾਂ ਤੋਂ ਇਹਨਾਂ ਨੂੰ ਹਮੇਸ਼ਾ ਤੋਂ ਡਰ ਲੱਗਦਾ ਆਇਆ ਹੈ। ਕਿਸੇ ਵੀ ਸ਼ਾਸਕ ਨੂੰ ਜੋ ਹੈ ਉਹ ਆਮ ਜਨਤਾ ਤੋਂ ਹਮੇਸ਼ਾ ਡਰ ਹੀ ਲੱਗਦਾ ਹੁੰਦਾ ਹੈ। ਸੋ ਇਸ ਕਰਕੇ ਇਹ ਤੁਹਾਨੂੰ ਪੜ੍ਹਨ ਲਿਖਣ ਹੀ ਨਹੀਂ ਦੇਣਾ ਚਾਹੁੰਦੇ। ਓਕੇ, ਉਸ ਤੋਂ ਬਾਅਦ 3 ਪੁਆਇੰਟ ਤਾਂ ਮੈਂ ਜਿਹੜੇ ਹੈ ਉਹ ਪੜ੍ਹਾਈ ਦੇ ਵਿੱਚੋਂ ਹੀ ਕੱਢਤੇ। ਪੜ੍ਹਾਈ ਦੇ ਵਿੱਚੋਂ ਹੀ ਮੈਂ ਤੁਹਾਨੂੰ ਨੈਤਿਕ ਆਚਰਣ ਦਾ ਵਿਕਾਸ ਕਰਾਤਾ, ਤੁਹਾਡੇ ਨਾਗਰਿਕ ਨੂੰ ਜੋ ਹੈ ਚੇਤਨ ਬਣਾਤਾ। ਹੁਣ ਚੰਗੇ ਨੇਤਾ ਦੀ ਜੇ ਗੱਲ ਕਰੀਏ, ਤੁਸੀਂ ਜਦੋਂ ਵੀ ਕਿਤੇ ਵੀ ਇਲੈਕਸ਼ਨ ਹੁੰਦੇ ਆ ਨਾ, ਉਦੋਂ ਲਿਖਿਆ ਹੋਏਗਾ ਤੁਹਾਡੇ ਕਿ ਜਿਹੜੇ ਉਹਨਾਂ ਦੇ ਪੋਸਟਰ ਹੁੰਦੇ ਆ ਨਾ, ਉਹਨਾਂ ਦੇ ਧਿਆਨ ਨਾਲ ਪੜ੍ਹਿਓ ਕਿ ਇਹੀ ਸਾਰੇ ਗੁਣ ਲਿਖੇ ਹੁੰਦੇ ਆ ਕਿ ਤੁਹਾਡੇ ਇਲਾਕੇ ਤੋਂ ਪੜ੍ਹੇ ਲਿਖੇ ਗਰੀਬਾਂ ਦੇ ਮਸੀਹਾ,
ईमानदार, ठीक है, इदां दे कुछ एडजैक्टिव लिख के जो है उस व्यक्ति का नाम लिखा जाता है कि ये व्यक्ति जो है तुहाडे इलाके तो इस पार्टी का जो है कैंਡੀਡੇਟ है, सो तुसी इस व्यक्ति ਨੂੰ जो है वो वोट पानी है। ये अनाउंसमेंट तुसी हुण रिसेंट सुनिया भी होणगीਆਂ। ਤਾਂ ਗੱਲ ਕੀਤੀ ਜਾ ਰਹੀ है कि ਜੇ ਤੁਸੀਂ ਲੋਕਤੰਤਰ ਨੂੰ ਸਫਲ ਬਣਾਉਣਾ ਹੈ ਤਾਂ ਤੁਹਾਡੇ ਜਿਹੜੇ ਨੇਤਾ ਹੈ ਉਹ ਚੰਗੇ ਹੋਣੇ ਚਾਹੀਦੇ ਆ। ਹੁਣ ਚੰਗਿਆਂ ਦਾ ਮਤਲਬ ਕੀ ਹੈ? ਪਹਿਲੀ ਗੱਲ ਤਾਂ ਉਹ ਨੇਤਾ ਜੋ ਹੈ ਪੜ੍ਹਿਆ ਲਿਖਿਆ ਹੋਵੇ। ਪੜ੍ਹੇ ਲਿਖੇ ਹੋਣ ਨਾਲ ਕੀ ਹੋਏਗਾ? ਉਹ ਉੱਚੇ ਆਚਰਣ ਦਾ ਹੋਏਗਾ। ਉੱਚੇ ਆਚਰਣ ਦਾ ਹੋਏਗਾ, ਦੇਖੋ ਮੈਂ ਪਿੱਛੇ ਪੁਆਇੰਟ ਕੱਢ ਰਿਹਾ ਹਾਂ। ਉੱਚੇ ਆਚਰਣ ਦਾ ਹੋਏਗਾ, ਓਕੇ ਜੀ, ਉੱਚੇ ਆਚਰਣ ਦਾ ਹੋਏਗਾ। ਦੂਸਰੀ ਗੱਲ ਹੈ ਉਹ ਉਦਾਰ ਹੋਏਗਾ। ਉਦਾਰ ਵਿਅਕਤੀ ਦੇ ਕਿਹੜੇ ਕਿਹੜੇ ਗੁਣ ਹੁੰਦੇ ਨੇ ਜਿਹੜੇ ਕਿ ਮੈਂ ਦੱਸ ਚੁੱਕਿਆ। ਉਹ ਸਹਿਯੋਗ ਕਰੇਗਾ, ਉਹ ਸਹਿਣਸ਼ੀਲ ਹੋਏਗਾ, ਠੀਕ ਹੈ। ਤੇ ਹੁਣ ਉੱਚੇ ਆਚਰਣ ਨਾਲ ਕੀ ਹੋਏਗਾ? ਉਹ ਇਮਾਨਦਾਰ ਹੋਏਗਾ, ਓਕੇ। ਪੜ੍ਹਨ ਲਿਖਣ ਨਾਲੋਂ ਬੁੱਧੀਮਾਨ ਹੋ ਜਾਏਗਾ, ਇੰਟੈਲੈਕਚੁਅਲ ਹੋ ਜਾਏਗਾ। ਕਿਸੇ ਵੀ ਗੱਲ ਨੂੰ ਜੋ ਹੈ ਉਹ ਲੌਜਿਕ ਦੇ ਆਧਾਰ ਤੇ ਜੋ ਹੈ ਉਹ ਪਰਖਿਆ ਕਰੇਗਾ, ਉਸ ਤੋਂ ਬਾਅਦ ਗੱਲ ਕੋਈ ਵੀ ਕਿਹਾ ਕਰੇਗਾ, ਠੀਕ ਹੈ ਜੀ। ਕਹਿੰਦਾ ਨੇਤਾਵਾਂ ਵਿੱਚ ਸਹੀ ਫੈਸਲੇ ਲੈਣ ਦੀ ਸ਼ਕਤੀ ਹੋਣੀ ਚਾਹੀਦੀ ਹੈ। ਸਹੀ ਫੈਸਲੇ ਲੈਣ ਦੀ ਸ਼ਕਤੀ ਇਹ ਹੈ ਕਿ ਕਈ ਵਾਰ ਸਾਨੂੰ ਜੋ ਹੈ ਉਹ ਬੋਲਡ ਡਿਸੀਜ਼ਨ ਲੈਣੇ ਪੈਂਦੇ ਨੇ। ਬੋਲਡ ਡਿਸੀਜ਼ਨ ਜੋ ਹੈ ਉਹ ਜ਼ਿੰਦਗੀ ਦੇ ਵਿੱਚ ਲੈਣੇ ਪੈਂਦੇ ਨੇ, ਜਿਹਦੇ ਲਈ ਜੋ ਹੈ ਉਹ ਜਿਗਰਾ ਚਾਹੀਦਾ ਹੁੰਦਾ ਵਾ। ਜਿਗਰਾ ਸਿਰਫ ਪੰਜਾਬੀ ਗਾਣਿਆਂ ਦੇ ਵਿੱਚ ਨਹੀਂ ਦਿਖਦਾ ਹੈਗਾ, ਠੀਕ ਹੈ। ਸ਼ਾਸਨ ਨੂੰ ਚਲਾਉਣ ਲਈ ਵੀ ਜੋ ਹੈ ਉਹ ਜਿਗਰਾ ਜੋ ਹੈ ਉਹ ਕਰਨਾ ਪੈਂਦਾ ਹੈ। ਜਿਵੇਂ ਮੈਂ ਇੱਕ ਐਗਜ਼ਾਮਪਲ ਦਿੰਦਾ ਵਾਂ ਕਿ ਕਿਸੇ ਸਰਕਾਰ ਵੱਲੋਂ ਜੋ ਹੈ ਉਹ ਸਬਸਿਡੀਜ਼ ਦਿੱਤੀਆਂ ਜਾ ਰਹੀਆਂ, ਸਬਸਿਡੀ ਯੁਕਤ ਜੋ ਹੈ ਖਾਣਾ ਦਿੱਤਾ ਜਾ ਰਿਹਾ, ਫੂਡ ਦਿੱਤਾ ਜਾ ਰਿਹਾ, ਲੇਕਿਨ ਕੀ ਹੈ ਕਿ ਉਹਦੇ ਵਿੱਚੋਂ ਮੈਂ ਮੰਨ ਲੈਂਦਾ ਵਾਂ ਕਿ ਜੇ ਸਪੋਜ਼ ਕਰੋ ਕਿ 100 ਜਨਤਾ ਸੀਗੀ, 100 ਦੇ ਵਿੱਚੋਂ 80 ਲੋਕਾਂ ਨੂੰ ਜੋ ਹੈ ਉਹ ਫੂਡ ਦਿੱਤਾ ਜਾ ਰਿਹਾ ਸੀਗਾ, ਲੇਕਿਨ ਇੱਕ ਨਵੇਂ ਮੁੱਖ ਮੰਤਰੀ ਸਾਹਿਬ ਆਏ ਜਾਂ ਇੱਕ ਨਵੇਂ PM ਸਾਹਿਬ ਆਏ, ਉਹਨਾਂ ਨੂੰ ਲੱਗਿਆ ਕਿ ਇਸ ਫੂਡ ਦੀ ਜੋ ਇਸ ਸਬਸਿਡੀ ਵਾਲੇ ਜੋ ਫੂਡ ਦੀ ਜ਼ਰੂਰਤ ਹੈ, ਜੋ ਘੱਟ ਰੇਟ ਵਾਲੇ ਜੋ ਫੂਡ ਅਸੀਂ ਦੇ ਰਹੇ ਹਾਂ ਆਮ ਜਨਤਾ ਨੂੰ, ਉਹਦੀ ਜ਼ਰੂਰਤ ਸਿਰਫ 20 ਲੋਕਾਂ ਨੂੰ ਹੈ। 20 ਲੋਕਾਂ ਨੂੰ ਹੈ, 100 ਦੇ ਵਿੱਚੋਂ 60 ਨੂੰ ਕੋਈ ਜ਼ਰੂਰਤ ਨਹੀਂ ਹੈ। 60 ਜੋ ਹੈ ਧੋਖੇ ਦੇ ਨਾਲ ਜੋ ਹੈ ਸਾਡੇ ਕੋਲ ਫੂਡ ਲਈ ਜਾਂਦੇ ਆ, ਆਪਣੇ ਆਪ ਨੂੰ ਗਰੀਬ ਸ਼ੋਅ ਕਰਕੇ। ਉਹਨਾਂ ਵੱਲੋਂ ਹੁਣ ਉਹਨਾਂ ਦੀ ਮਜਬੂਰੀ ਕਿੱਥੇ ਹੈ? ਉਹਨਾਂ ਦੀ ਮਜਬੂਰੀ ਇੱਥੇ ਹੈ ਕਿ ਜੇ ਉਹ 60 ਲੋਕਾਂ ਨੂੰ ਜਿਹੜਾ ਹੈ ਉਹ ਜਿਹੜਾ ਖਾਣਾ ਹੈ, ਜਿਹੜਾ ਸਸਤਾ ਖਾਣਾ ਹੈ ਉਹ ਦੇਣਾ ਬੰਦ ਕਰ ਦੇਣਗੇ, ਜੋ ਅੰਨ ਦਾਲ ਜੋ ਦਿੰਦੇ ਆ ਉਹ ਦੇਣਾ ਬੰਦ ਕਰ ਦੇਣਗੇ, ਉਸ ਕੇਸ ਦੇ ਵਿੱਚ ਇਹ 60 ਲੋਕ ਜਿਹੜੇ ਹੈ ਨਾਰਾਜ਼ ਹੋ ਜਾਣਗੇ ਸਰਕਾਰ ਤੋਂ, ਔਰ ਅਗਲੀ ਵਾਰ ਜੋ ਹੈ ਇਹਨਾਂ ਨੂੰ ਸ਼ਾਸਨ ਦੇ ਵਿੱਚ ਜੋ ਹੈ ਉਹ ਬੈਠਣ ਨਹੀਂ ਦੇਣਗੇ। ਇਹਨਾਂ ਨੂੰ ਜੋ ਹੈ ਪੋਪੂਲਰ ਮੈਂਡੇਟ ਨਹੀਂ ਮਿਲੇਗਾ, ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਏਗਾ। ਲੇਕਿਨ ਇਹੀ ਸਰਕਾਰ ਜੇ ਇਹਨੂੰ ਕੰਟੀਨਿਊ ਕਰੇਗੀ, 80 ਲੋਕਾਂ ਨੂੰ ਦਿੰਦੀ ਰਹੇਗੀ, ਤਾਂ ਇਹੀ ਦੁਬਾਰਾ ਕਹਿਣਗੇ ਤਾਂ ਸਰਕਾਰ ਬੜੀ ਚੰਗੀ ਸੀ, ਸਾਨੂੰ ਬਹੁਤ ਸਾਰੀਆਂ ਸੁਵਿਧਾਵਾਂ ਦਿੰਦੀ ਸੀਗੀ। ਸੋ ਇਸ ਕਰਕੇ ਇੱਥੇ ਸਰਕਾਰ ਨੂੰ ਕੰਟੀਨਿਊ ਕਰਨਾ ਹੈ, ਠੀਕ ਹੈ। ਲੇਕਿਨ ਹੁਣ ਇੱਕ ਜਿਹੜਾ ਚੰਗਾ ਨੇਤਾ ਉਹਨੂੰ ਪਤਾ ਹੈ ਕਿ ਇਹ ਚੀਜ਼ਾਂ ਯਾਨੀ ਕਿ ਜਿਹੜੀ ਸਬਸਿਡੀ ਮੈਂ ਇੱਥੇ ਦੇ ਰਿਹਾ ਹਾਂ ਔਰ ਇਹਨਾਂ ਨੂੰ 60 ਲੋਕਾਂ ਨੂੰ ਇਹਦੀ ਜ਼ਰੂਰਤ ਵੀ ਨਹੀਂ ਹੈ, ਸੋ ਮੈਂ ਇਹ 60 ਲੋਕਾਂ ਦਾ ਜਿਹੜਾ ਖਰਚਾ ਕਰ ਰਿਹਾ ਉਹੀ ਮੈਂ 20 ਲੋਕਾਂ ਨੂੰ ਜੇ ਹੈਲਥ ਦੀ ਫੈਸਿਲਿਟੀ ਵੀ ਜਿਹੜੀ ਹੈ ਉਹ ਹੈਲਥ ਦੀ ਫੈਸਿਲਿਟੀ ਵੀ ਨਾਲ ਦੇ ਦੇਵਾਂ ਇਸੇ ਬਜਟ ਤੋਂ, ਯਾਨੀ ਕਿ ਇਹੀ ਪੈਸੇ ਬਚਾ ਕੇ, ਠੀਕ ਹੈ, ਤਾਂ ਇਹਨਾਂ 20 ਦਾ ਜੀਵਨ ਜੋ ਹੈ ਉਹ ਚੰਗਾ ਹੋ ਜਾਏਗਾ। ਜਦਕਿ 60 ਦਾ ਗੁਜ਼ਾਰਾ ਬਹੁਤ ਚੰਗਾ ਆਲਰੇਡੀ ਚੱਲ ਰਿਹਾ ਹੈ, ਇਹ ਆਪ ਕਮਾ ਰਹੇ ਨੇ, ਆਪ ਖਾ ਰਹੇ ਨੇ, ਸੋ ਇਹਨਾਂ ਨੂੰ ਸਾਡੀ ਮਦਦ ਦੀ ਕੋਈ ਲੋੜ ਨਹੀਂ ਵੀ ਹੈ। ਲੇਕਿਨ ਕੀ ਇਹ ਡਿਸੀਜ਼ਨ ਲੈਣਾ ਇੰਨਾ ਸੌਖਾ ਹੋਏਗਾ? ਕਿਉਂਕਿ ਅਗਲੀ ਵਾਰ ਤੁਸੀਂ ਜੋ ਹੈ ਸ਼ਾਸਨ ਤੋਂ ਬਾਹਰ ਜਾਣ ਦੀ ਤਿਆਰੀ ਕਰਕੇ ਹੀ ਇਹ ਡਿਸੀਜ਼ਨ ਲਓਗੇ। ਸੋ ਕਿਸੇ ਵੀ ਲੀਡਰ ਨੂੰ ਇਹੋ ਜਿਹੇ ਡਿਸੀਜ਼ਨ ਜਿਹੜੇ ਲੈਣੇ ਬੜੇ ਮੁਸ਼ਕਿਲ ਹੁੰਦੇ ਆ। ਤਾਂ ਇਹ ਕਹਿੰਦਾ ਚੰਗੇ ਨੇਤਾ ਦਾ ਇਹ ਗੁਣ ਵੀ ਹੈ, ਕਿਉਂਕਿ ਇੱਕ ਜਿਹੜਾ ਸੱਚਾ ਆਦਮੀ ਹੁੰਦਾ, ਜਿਹੜਾ ਇੱਕ ਬੁੱਧੀਮਾਨ ਆਦਮੀ ਹੁੰਦਾ, ਜਿਹੜਾ ਇੱਕ ਇਮਾਨਦਾਰ ਆਦਮੀ ਹੁੰਦਾ, ਉਹ ਇੱਕੋ ਗੱਲ ਕਹਿੰਦਾ ਹੈ ਕਿ ਮੈਨੂੰ ਫਰਕ ਨਹੀਂ ਪੈਂਦਾ ਹੈ, ਠੀਕ ਹੈ, ਮੈਂ ਸੱਚ ਦੇ ਨਾਲ ਹਾਂ, ਜੋ ਜ਼ਰੂਰੀ ਹੈ ਮੈਂ ਉਹ ਕਦਮ ਜੋ ਹੈ ਉਹ ਚੁੱਕਾਂਗਾ, ਮੈਂ ਕਦੇ ਵੀ ਝੂਠ ਦਾ ਜੋ ਹੈ ਉਹ ਸਾਥ ਨਹੀਂ ਦਊਂਗਾ। ਤਾਂ ਆਹ ਝੂਠ ਹੀ ਹੈ ਕਿ ਜਿਹੜਾ 60 ਲੋਕਾਂ ਨੂੰ ਜਿਨ੍ਹਾਂ ਨੂੰ ਉਸ ਚੀਜ਼ ਦੀ ਜ਼ਰੂਰਤ ਨਹੀਂ ਹੈ ਉਹਨਾਂ ਨੂੰ ਵੀ ਜੋ ਹੈ ਉਹ ਸਸਤਾ ਖਾਣਾ ਮਿਲਦਾ ਜਾ ਰਿਹਾ। ਸੱਚ ਇਹ ਹੈ ਕਿ 20 ਨੂੰ ਸਾਰੀਆਂ ਸੁਵਿਧਾਵਾਂ ਮਿਲਣੀਆਂ ਚਾਹੀਦੀਆਂ ਨੇ, ਠੀਕ ਹੈ ਜੀ। ਤਾਂ ਕਹਿੰਦਾ ਨੇਤਾਵਾਂ ਦਾ ਆਚਰਣ ਉੱਚਾ ਹੋਣਾ ਚਾਹੀਦਾ, ਆਲਰੇਡੀ ਪੜ੍ਹ ਲਿਆ। ਉੱਚਾ ਆਚਰਣ ਹੋਣ ਲਈ ਤੁਹਾਨੂੰ ਕੀ ਕਰਨਾ ਪਏਗਾ, ਮੈਂ ਸਾਰੇ ਗੁਣ ਦੱਸੇ ਸੀ। ਉਹਨਾਂ ਦੇ ਵਿੱਚ ਪਹਿਲ ਕਦਮੀ ਦਾ ਵੀ ਗੁਣ ਹੋਣਾ ਚਾਹੀਦਾ। ਮੈਂ ਇੱਕ ਐਗਜ਼ਾਮਪਲ ਲੈਣਾ ਹਾਂ। ਅੱਛਾ, ਇਮਾਨਦਾਰ ਜੇ ਮੈਂ ਮੰਨਣਾ ਤਾਂ ਪਤਾ ਇਮਾਨਦਾਰ ਪ੍ਰਧਾਨ ਮੰਤਰੀ ਦੀ ਗੱਲ ਕਰਾਂ ਤਾਂ ਮਨਮੋਹਨ ਸਿੰਘ ਜੀ ਦਾ ਨਾਮ ਲਿਖ ਸਕਦਾ, ਬਿਲਕੁਲ ਲਿਖ ਸਕਦਾ ਹਾਂ, ਠੀਕ ਹੈ ਜੀ। ਰਾਸ਼ਟਰਪਤੀ ਜੀ ਦੀ ਗੱਲ ਕਰਾਂ ਤਾਂ ਮੈਂ ਕਲਾਮ ਜੀ ਦੀ ਗੱਲ ਕਰ ਸਕਦਾ, ਜਿਹੜੇ ਇਮਾਨਦਾਰ ਰਾਸ਼ਟਰਪਤੀ ਸੀ। ਉੱਚੇ ਆਚਰਣ ਵਾਲੇ ਜੋ ਹੈ ਉਹਨਾਂ ਨੂੰ ਰਾਸ਼ਟਰਪਤੀ ਮੰਨਿਆ ਜਾ ਸਕਦਾ ਹੈ, ਕਿਉਂਕਿ ਜਦੋਂ ਉਹ ਪ੍ਰੈਜ਼ੀਡੈਂਟ ਭਵਨ ਤੋਂ ਗਏ ਸੀਗੇ, ਬਾਹਰ ਆਏ ਸੀਗੇ, ਉਦੋਂ ਮਤਲਬ ਮੈਂ ਸੁਣਿਆ ਜਾਂ ਪੜ੍ਹਿਆ ਹੀ ਹੈ, ਮੈਂ ਆਪ ਤਾਂ ਉਸ ਟਾਈਮ ਉੱਥੇ ਮੌਜੂਦ ਨਹੀਂ ਸੀਗਾ ਨਾ, ਤਾਂ ਕਿ ਉਹ ਸਿਰਫ ਔਰ ਸਿਰਫ ਉਹਨਾਂ ਦੀ ਜਿਹੜੀ ਸੰਪੱਤੀ ਸੀਗੀ ਪੂਰੇ ਜੀਵਨ ਦੀ ਉਹ ਇਹ ਸੀਗੀ, ਕਿਉਂਕਿ ਸੈਲਰੀ ਸਿਰਫ 1 ਰੁਪਈਆ ਲੈ ਰਹੇ ਸੀਗੇ, ਔਰ ਪੂਰੀ ਦੇ ਪੂਰੇ ਜੀਵਨ ਦੀ ਸੰਪੱਤੀ ਇਹ ਸੀ ਕਿ ਉਹਨਾਂ ਕੋਲ ਇੱਕ ਟਰੰਕ ਸੀਗਾ, ਉਹਦੇ ਵਿੱਚ 2 ਜੋੜੇ ਜਿਹੜੇ ਕੱਪੜੇ ਦੇ ਸੀਗੇ। ਸੋ ਇਹ ਕਲਾਮ ਸਾਹਿਬ ਦੀ ਪੂਰੀ ਜ਼ਿੰਦਗੀ ਦੀ ਉਪਲਬਧੀ ਸੀਗੀ, ਠੀਕ ਹੈ ਜੀ। ਮਤਲਬ ਇੰਨਾ ਸਾਦਾ ਜੀਵਨ ਜੋ ਹੈ ਉਹ ਜੀ ਰਹੇ ਸੀ, ਤਾਂ ਉਹਨਾਂ ਦਾ ਆਚਰਣ ਕਿੰਨਾ ਉੱਚਾ ਹੋਏਗਾ ਤੁਸੀਂ ਇਹ ਇਮੈਜਿਨ ਕਰ ਸਕਦੇ ਹੋ। ਉਹਨਾਂ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਨੇ ਉਹ ਕਿੰਨੀਆਂ ਉੱਚੀਆਂ ਹੋਣਗੀਆਂ, ਕਿਉਂਕਿ ਉਹ ਜਾਣਦੇ ਸੀਗੇ ਕਿ ਮੈਂ ਭੰਡਾਰ ਕਰਕੇ ਮੈਂ ਪੈਸੇ ਇਕੱਠੇ ਕਿਹਦੇ ਲਈ ਕਰਨੇ ਆ, ਨਾ ਤਾਂ ਮੇਰੀ ਕੋਈ ਔਲਾਦ ਹੈ, ਨਾ ਮੇਰਾ ਕੋਈ ਪਰਿਵਾਰ ਹੈ। ਪਰਿਵਾਰ ਨੂੰ ਪਿੱਛੇ ਛੱਡ ਆਏ ਸੀ, ਕਾਫੀ ਪਿੱਛੇ ਛੱਡ ਆਏ ਸੀਗੇ, ਔਰ
ਆਪਣੇ ਜੀਵਨ ਨੂੰ ਬਹੁਤ ਅੱਗੇ ਲਿਆਇਆ ਸੀ, ਪੂਰੇ ਦੇਸ਼ ਲਈ ਜੋ ਹੈ ਇਹਨਾਂ ਨੇ ਆਪਣੇ ਜੀਵਨ ਨੂੰ ਜੋ ਹੈ ਉਹ ਸਮਰਪਿਤ ਕਰ ਦਿੱਤਾ ਸੀ। ਠੀਕ ਹੈ, ਸੋ ਜੇ ਮੈਂ ਗੱਲ ਕਰਾਂ ਉਹਨਾਂ ਵਿੱਚ ਪਹਿਲ ਕਦਮੀ ਕਰਨ ਦਾ ਗੁਣ ਹੋਣਾ ਚਾਹੀਦਾ। ਕਲਾਮ ਸਾਹਿਬ ਦਾ ਇੱਕ ਐਗਜ਼ਾਮਪਲ ਇਹ ਹੈ, ਕਲਾਮ ਸਾਹਿਬ ਵੱਲੋਂ ਨਾ ਇੱਕ ਸਕੀਮ ਚਲਾਈ ਗਈ ਸੀ ਜਿਹਦਾ ਨਾਮ ਸੀਗਾ ਪੂਰਾ। ਠੀਕ ਹੈ, ਇਹਦਾ ਪੂਰਾ ਦਾ ਮਤਲਬ ਕੀ ਸੀਗਾ, ਇਹਨਾਂ ਦਾ ਜੋ ਥੀਮ ਸੀਗਾ ਇਸ ਸਕੀਮ ਦਾ ਉਹ ਸੀ ਕਿ ਅਰਬਨ ਜਿਹੜੀਆਂ ਫੈਸਿਲਿਟੀਜ਼ ਨੇ, ਠੀਕ ਹੈ, ਜਿਹੜੀਆਂ ਅਰਬਨ ਫੈਸਿਲਿਟੀਜ਼ ਨੇ, ਯੂ ਮਤਲਬ ਅਰਬਨ ਫੈਸਿਲਿਟੀਜ਼ ਜਿਹੜੀਆਂ ਨੇ ਉਹ ਰੂਰਲ ਏਰੀਆਜ਼ ਦੇ ਵਿੱਚ ਦੇਣੀਆਂ ਨੇ, ਯਾਨੀ ਕਿ ਪ੍ਰੋਗਰਾਮ ਫੋਰ ਅਰਬਨ ਫੈਸਿਲਿਟੀਜ਼ ਇਨ ਰੂਰਲ ਏਰੀਆਜ਼। ਰੂਰਲ ਏਰੀਆ ਪਿੰਡਾਂ ਦੇ ਵਿੱਚ ਜੋ ਹੈ ਸ਼ਹਿਰਾਂ ਵਾਲੀਆਂ ਸੁਵਿਧਾਵਾਂ ਅਸੀਂ ਦੇਵਾਂਗੇ। 2004 ਦੇ ਵਿੱਚ ਆਈ ਥਿੰਕ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀਗਾ। ਠੀਕ ਹੈ, ਕਿ ਕਿਉਂਕਿ ਮਾਈਗ੍ਰੇਸ਼ਨ ਦੀ ਜੋ ਸਮੱਸਿਆ ਆ ਰਹੀ ਸੀ ਕਿ ਜੋ ਗਰੀਬ ਲੋਕ ਨੇ ਉਹਨਾਂ ਨੂੰ ਭੋਜਨ ਦੀ, ਆਪਣੀ ਮੁੱਢਲੀਆਂ ਜ਼ਰੂਰਤਾਂ ਦੀ ਜੋ ਪੂਰਤੀ ਕਰਨ ਦੇ ਲਈ ਪਿੰਡਾਂ ਦੇ ਵਿੱਚ ਆਉਣਾ ਪੈਂਦਾ, ਸ਼ਹਿਰਾਂ ਦੇ ਵਿੱਚ ਆਉਣਾ ਪੈਂਦਾ ਸੀਗਾ, ਔਰ ਉੱਥੇ ਆ ਕੇ ਸਲਮਸ ਦਾ ਹਿੱਸਾ ਬਣਨਾ ਪੈਂਦਾ ਸੀ ਜਿੱਥੇ ਉਹਨਾਂ ਦਾ ਬਹੁਤ ਸਾਰਾ ਸ਼ੋਸ਼ਣ ਹੁੰਦਾ ਸੀਗਾ। ਠੀਕ ਹੈ, ਸੋ ਉਸ ਸਮੱਸਿਆ ਨੂੰ ਰੋਕਣ ਲਈ, ਪ੍ਰਵਾਸ ਦੀ ਸਮੱਸਿਆ ਨੂੰ ਰੋਕਣ ਲਈ ਉਹਨਾਂ ਵੱਲੋਂ ਸਕੀਮ ਸ਼ੁਰੂ ਕੀਤੀ ਗਈ ਸੀ। ਸੋ ਇਹ ਪਹਿਲ ਕਦਮੀ ਦਾ ਇੱਕ ਗੁਣ ਹੈ। ਠੀਕ ਹੈ, ਜੋ ਕਿ ਕਲਾਮ ਸਾਹਿਬ ਦੇ ਵਿੱਚ ਸੀ ਔਰ ਬਹੁਤ ਸਾਰੇ ਲੀਡਰਸ ਦੇ ਵਿੱਚ ਵੀ ਹੋਏਗਾ। ਜਿਵੇਂ ਹੁਣ ਜੀਐਸਟੀ ਜੋ ਹੈ, ਜੀਐਸਟੀ ਇੱਕ ਰੁਕਿਆ ਹੋਇਆ ਰਿਫਾਰਮ ਸੀਗਾ ਔਰ ਮੋਦੀ ਜੀ ਨੇ ਹਿੰਮਤ ਕੀਤੀ, ਉਹਨਾਂ ਨੇ ਪਹਿਲ ਕਦਮੀ, ਮਤਲਬ ਸ਼ੁਰੂ ਤੋਂ ਇਹਨੂੰ ਕਾਫੀ ਟਾਈਮ ਬਹੁਤ ਸਾਰੀਆਂ ਸਰਕਾਰਾਂ ਨੇ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਜੋ ਹੈ ਉਹਨਾਂ 'ਚ ਹਿੰਮਤ ਨਹੀਂ ਸੀ ਕਿ ਜੀਐਸਟੀ ਨੂੰ ਲਾਗੂ ਕਰ ਸਕਣ। ਮੋਦੀ ਜੀ ਨੇ ਉਹਨੂੰ ਲਾਗੂ ਵੀ ਕਰਤਾ। ਪਹਿਲ ਕਦਮੀ ਦਾ ਗੁਣ ਵੀ ਹੈ, ਉਹਨਾਂ ਵੱਲੋਂ ਆਧਾਰ ਨੂੰ ਪ੍ਰਮੋਟ ਕੀਤਾ ਜਾ ਰਿਹਾ ਜਾਂ ਜਨਧਨ ਵਰਗੀ ਸਕੀਮ ਨੂੰ ਪ੍ਰਮੋਟ ਕੀਤਾ ਗਿਆ। ਸੋ ਹਰ ਇਨਸਾਨ 'ਚ ਕੁਝ ਕਮੀਆਂ ਹੋ ਸਕਦੀਆਂ। ਮੈਂ ਕਿਸੇ ਦੀ ਕੋਈ ਮਤਲਬ ਉਹ ਨਹੀਂ ਕਰਨਾ ਚਾਹੁੰਦਾ ਹੈਗਾ ਕਿ ਤਾਰੀਫ ਕਰ ਰਿਹਾ ਹਾਂ। ਲੌਜਿਕ ਦੇ ਉੱਤੇ ਸੋਚੋ, ਮੈਂ ਵੀ ਤੁਹਾਡੇ ਵਰਗਾ ਇੱਕ ਸਵੈ ਵਿਵੇਕ ਵਾਲਾ ਵਿਅਕਤੀ ਹਾਂ, ਤੁਸੀਂ ਵੀ ਉਹਦੇ ਆਧਾਰ ਤੇ ਸੋਚੋ। ਜਿਹੜਾ ਪੁਆਇੰਟ ਲੌਜੀਕਲੀ ਪ੍ਰੂਵ ਹੋ ਸਕਦਾ ਹੈ ਉਹਨੂੰ ਸੋਚਣਾ ਚਾਹੀਦਾ। ਲੋਕਤੰਤਰ ਦਾ ਮਤਲਬ ਕੀ ਹੈ? ਇਹੀ ਤਾਂ ਮਤਲਬ ਹੈ। ਸੋ ਮੈਂ ਇੱਕ ਪੁਆਇੰਟ ਤੋਂ, ਪੜ੍ਹੇ ਲਿਖੇ ਨਾਗਰਿਕ ਤੋਂ 3 ਪੁਆਇੰਟ ਆਲਰੇਡੀ ਕੱਢਤਾ, ਯਾਨੀ ਕਿ ਟੋਟਲ 4 ਪੁਆਇੰਟ ਅਸੀਂ ਹਾਲੇ ਤੱਕ ਪੜ੍ਹ ਚੁੱਕੇ ਹਾਂ। ਹੁਣ ਉੱਪਰ ਵਾਲੇ ਯਾਨੀ ਕਿ 1 2 3 ਨੰਬਰ ਪੁਆਇੰਟ ਜੋ ਹੈ ਉਹਨਾਂ ਨੂੰ ਪੜ੍ਹਾਂਗੇ ਔਰ ਉਹਨਾਂ ਨੂੰ ਵੀ ਜੋੜ ਕੇ ਆਪਸ 'ਚ ਆਰਾਮ ਨਾਲ ਜੋ ਹੈ ਉਹ ਪੜ੍ਹਿਆ ਜਾ ਸਕਦਾ ਹੈ। ਸੋ ਪਹਿਲੇ ਨੰਬਰ ਪੁਆਇੰਟ ਦੇ ਵਿੱਚ ਜੋ ਹੈ ਉਹ ਰਾਜਨੀਤਿਕ ਆਜ਼ਾਦੀ ਦੀ ਗੱਲ ਕੀਤੀ ਜਾ ਰਹੀ ਹੈ। ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਕਿ ਅਸੀਂ ਫ੍ਰੈਂਚ ਰੈਵੋਲਿਊਸ਼ਨ ਤੋਂ, ਜਿਹੜੀ ਤੁਹਾਡੀ ਫਰਾਂਸੀਸੀ ਕ੍ਰਾਂਤੀ ਹੋਈ ਸੀ, ਉਸ ਤੋਂ ਕੀ ਸਿੱਖਿਆ ਸੀ? ਅਸੀਂ ਉਸ ਤੋਂ ਸਿੱਖਿਆ ਸੀ LEF, ਯਾਨੀ ਕਿ ਲਿਬਰਟੀ, ਇਕੁਐਲਿਟੀ, ਫ੍ਰੈਟਰਨਿਟੀ। ਲਿਬਰਟੀ ਮਤਲਬ ਆਜ਼ਾਦੀ, ਓਕੇ। ਦੂਸਰਾ ਇਕੁਐਲਿਟੀ ਮਤਲਬ ਸਮਾਨਤਾ, ਔਰ ਇਹ ਤਾਂ ਮੈਂ ਤੁਹਾਨੂੰ ਬਹੁਤ ਦੇਰ ਤੋਂ ਦੱਸ ਰਿਹਾ ਹਾਂ, ਜਦੋਂ ਤੋਂ ਮੈਂ ਪਹਿਲੀ ਵੀਡੀਓ ਇਸ ਚੈਪਟਰ ਦੀ ਸ਼ੁਰੂ ਕੀਤੀ ਹੈ ਉਦੋਂ ਤੋਂ ਬਾਰ-ਬਾਰ ਮੈਂ ਆਜ਼ਾਦੀ ਦਾ ਜ਼ਿਕਰ ਵੀ ਕੀਤਾ ਹੈ। ਠੀਕ ਹੈ, ਤੇ ਫ੍ਰੈਟਰਨਿਟੀ ਮਤਲਬ ਭਾਈਚਾਰਾ। ਇਹ ਜਦੋਂ ਮੈਂ ਤੁਹਾਨੂੰ ਲੋਕਤੰਤਰ ਦਾ ਮਹੱਤਵ ਦੱਸਿਆ ਉਦੋਂ ਮੈਂ ਭਾਈਚਾਰਾ ਵਾਲਾ ਸ਼ਬਦ ਵੀ ਸਮਝਾਇਆ ਸੀਗਾ। ਓਕੇ, ਸੋ ਕਹਿੰਦਾ ਰਾਜਨੀਤਿਕ ਆਜ਼ਾਦੀ, ਪੋਲੀਟੀਕਲ ਲਿਬਰਟੀ ਜੋ ਹੈ ਮਿਲਣੀ ਚਾਹੀਦੀ ਹੈ। ਪੋਲੀਟੀਕਲ ਲਿਬਰਟੀ ਸਾਡੇ ਦੇਸ਼ ਦੇ ਵਿੱਚ ਜੋ ਹੈ ਰਾਜਨੀਤਿਕ ਆਜ਼ਾਦੀ ਜੋ ਹੈ ਕਿਵੇਂ ਮਿਲਦੀ ਹੈ? ਉਹ ਫੰਡਾਮੈਂਟਲ ਰਾਈਟਸ ਦੇ ਰਾਹੀਂ ਮਿਲਦੀ ਹੈ, ਜਿਨ੍ਹਾਂ ਨੂੰ ਤੁਸੀਂ ਮੂਲ ਅਧਿਕਾਰ ਕਹਿੰਦੇ ਹੋ। ਮੂਲ ਅਧਿਕਾਰਾਂ ਦੇ ਰਾਹੀਂ ਜੋ ਹੈ, ਜੋ ਕਿ ਇਸੇ ਬੁੱਕ ਦਾ ਜੋ ਲਾਸਟ ਚੈਪਟਰ ਉਹ ਅਸੀਂ ਪੜ੍ਹਨਾ ਵੀ ਹੈ। ਠੀਕ ਹੈ, ਤੇ ਮੈਂ ਆਲਰੇਡੀ ਆਰਟੀਕਲ 19 ਦਾ ਜ਼ਿਕਰ ਬਹੁਤ ਵਾਰ ਕਰ ਚੁੱਕਿਆ ਹਾਂ। ਸੋ ਆਰਟੀਕਲ 19 ਦੇ ਪੁਆਇੰਟ ਇਹਦੇ ਵਿੱਚ ਲਿਖਿਆ, ਕਹਿੰਦਾ ਲੋਕਤੰਤਰ ਦੀ ਜੇ ਸਫਲਤਾ ਚਾਹੁੰਦੇ ਹੋ, ਲੋਕਤੰਤਰ ਦਾ ਮਤਲਬ ਕੀ ਹੁੰਦਾ ਹੈ ਕਿ ਹਰ ਕੋਈ ਆਪਣੇ ਵਿਚਾਰ ਦੇਵੇ, ਆਪਣੀ ਬੁੱਧੀ ਦੇ ਨਾਲ, ਵਿਵੇਕ ਦੇ ਨਾਲ ਦੇਵੇ। ਅਸਹਿਮਤੀ ਕਰਨੀ ਹੈ, ਅਸਹਿਮਤੀ ਕਰੇ, ਵਿਚਾਰ ਵਟਾਂਦਰਾ ਹੋਏਗਾ, ਉਸ ਤੋਂ ਬਾਅਦ ਨਿਰਣੇ ਜੋ ਹੈ ਉਹ ਫਾਈਨਲ ਨਿਰਣੇ ਲੈ ਲਾਂਗੇ। ਲੋਕਤੰਤਰ ਦਾ ਮਤਲਬ ਇਹੀ ਹੁੰਦਾ ਹੈ। ਠੀਕ ਹੈ, ਤਾਂ ਲੋਕਤੰਤਰ ਦੀ ਸਫਲਤਾ ਲਈ ਲੋਕਾਂ ਨੂੰ ਭਾਸ਼ਣ ਦੇਣ ਦੀ, ਆਪਣੇ ਵਿਚਾਰ ਪ੍ਰਗਟ ਕਰਨ ਦੀ ਜੋ ਹੈ ਉਹ ਆਜ਼ਾਦੀ ਮਿਲਣੀ ਚਾਹੀਦੀ ਹੈ। ਵਿਚਾਰ ਪ੍ਰਗਟਾਉਣ ਦੀ ਜੋ ਹੈ ਉਹ ਆਜ਼ਾਦੀ ਮਿਲਣੀ ਚਾਹੀਦੀ ਹੈ। ਇਕੱਠੇ ਹੋਵੋ, ਸ਼ਾਂਤੀਪੂਰਵਕ ਇਕੱਠੇ ਹੋਣਾ ਹੈ, ਹਥਿਆਰਾਂ ਤੋਂ ਬਿਨਾਂ ਇਕੱਠੇ ਹੋਣਾ ਹੈ। ਉਸ ਤੋਂ ਬਾਅਦ ਸੰਘ ਬਣਾ ਸਕਦੇ ਹੋ, ਕੋਈ ਵੀ ਐਸੋਸੀਏਸ਼ਨ, ਕੋਈ ਵੀ ਯੂਨੀਅਨ ਬਣਾ ਸਕਦੇ ਹੋ, ਬਿਲਕੁਲ ਬਣਾ ਸਕਦੇ ਹੋ। ਠੀਕ ਹੈ ਜੀ। ਉਸ ਤੋਂ ਬਾਅਦ ਕਹਿੰਦਾ ਲੋਕਾਂ ਨੂੰ ਸਰਕਾਰ ਦੀ ਗਲਤ ਨੀਤੀਆਂ ਦੀ ਆਲੋਚਨਾ ਕਰਨ ਦੀ ਜੋ ਹੈ ਉਹ ਆਜ਼ਾਦੀ ਹੋਣੀ ਚਾਹੀਦੀ ਹੈ। ਇਸ ਪੁਆਇੰਟ 'ਚ ਕੁਝ ਵੀ ਸਮਝਾਉਣ ਵਾਲਾ ਨਹੀਂ ਸੀ, ਆਲਰੇਡੀ ਬਹੁਤ ਸਾਰੀਆਂ ਗੱਲਾਂ ਹੋ ਚੁੱਕੀਆਂ ਹੈ। ਹੁਣ ਤੁਸੀਂ ਫੰਡਾਮੈਂਟਲ ਰਾਈਟ ਦੇ ਰਾਹੀਂ ਜੋ ਹੈ ਜਾਂ ਵੋਟ ਪਾਉਣ ਦੇ ਅਧਿਕਾਰ ਦੇ ਰਾਹੀਂ ਜੋ ਹੈ ਉਹ ਆਮ ਜਨਤਾ ਨੂੰ ਜੋ ਹੈ ਉਹ ਰਾਜਨੀਤਿਕ ਸਮਾਨਤਾ ਦੇ ਚੁੱਕੇ ਹੋ। ਮੈਂ ਪਿਛਲੀ ਵੀਡੀਓ 'ਚ ਰਾਜਨੀਤਿਕ ਸਮਾਨਤਾ ਤੇ ਆਰਥਿਕ ਸਮਾਨਤਾ ਦਾ ਉਹ ਜ਼ਿਕਰ ਵੀ ਜੋ ਹੈ ਕਰ ਚੁੱਕਿਆ ਹਾਂ। ਰਾਜਨੀਤਿਕ ਸਮਾਨਤਾ ਜੋ ਹੈ ਤੁਸੀਂ ਦੇ ਦਿੱਤੀ। ਕਿਵੇਂ ਦਿੱਤੀ? ਕਿ 18+ ਜੋ ਲੋਕ ਹੈ ਸਾਰਿਆਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ, ਬਿਲਕੁਲ ਦੇਤਾ ਜੀ, ਚਲੋ ਓਕੇ। ਫੰਡਾਮੈਂਟਲ ਰਾਈਟ ਜੋ ਹੈ ਸਾਰੇ ਨਾਗਰਿਕਾਂ ਨੂੰ ਜੋ ਹੈ ਅਵੇਲੇਬਲ ਹੈ, ਤੁਸੀਂ ਬੋਲ ਸਕਦੇ ਹੋ, ਉਸ ਤੋਂ ਬਾਅਦ ਇਕੱਠੇ ਹੋ ਸਕਦੇ ਹੋ, ਸੰਘ ਬਣਾ ਸਕਦੇ ਹੋ। ਇਹ ਸਾਰੀਆਂ ਆਜ਼ਾਦੀਆਂ ਤੁਹਾਨੂੰ ਦੇ ਦਿੱਤੀਆਂ, ਤੁਹਾਨੂੰ ਕੁਝ ਫੰਡਾਮੈਂਟਲ ਰਾਈਟਸ ਵੀ ਦਿੱਤੇ। ਰਾਜਨੀਤਿਕ ਸਮਾਨਤਾ ਤਾਂ ਪੂਰੇ ਦੇਸ਼ ਦੇ ਵਿੱਚ ਆ ਗਈ। ਲੇਕਿਨ ਕਿਸੇ ਦੇ ਕੋਲ ਜੇ ਕਿਸੇ ਦੇ ਘਰੇ ਦਾਣੇ ਹੀ ਨਹੀਂ ਹੈਗੇ, ਠੀਕ ਹੈ, ਜਾਂ ਫਿਰ ਉਹਦਾ ਸਾਰਾ ਜੋ ਇਨਵੈਸਟਮੈਂਟ ਹੈ, ਜਿਹੜੀ ਸਾਰੀ ਉਹਦੀ ਕੈਪੀਟਲ ਹੈ, ਜਿਹੜੀ ਸਾਰੀ ਪੂੰਜੀ ਉਹਦੀ ਜ਼ਿੰਦਗੀ ਭਰ ਦੀ ਹਾਰਡ ਅਰਨਡ ਮਨੀ ਹੈ, ਉਹ ਬਿਮਾਰੀ ਦੇ ਵਿੱਚ ਹੀ ਜਾ ਰਹੀ ਹੈ। ਠੀਕ ਹੈ, ਤੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਦੇਸ਼ ਦੇ ਵਿੱਚ
ਆਰਥਿਕ ਅਸਮਾਨਤਾ ਪਾਈ ਜਾਏਗੀ। ਕੋਈ ਬਹੁਤ ਅਮੀਰ ਹੋਏਗਾ, ਕੋਈ ਬਹੁਤ ਗਰੀਬ ਹੋਏਗਾ, ਔਰ ਅਮੀਰਾਂ ਵੱਲੋਂ ਜੋ ਹੈ ਗਰੀਬਾਂ ਦੇ ਵੋਟ ਜੋ ਹੈ ਉਹ ਖਰੀਦ ਲਏ ਜਾਣਗੇ। ਇਸ ਲਈ ਜੇ ਤੁਸੀਂ ਡੈਮੋਕ੍ਰੇਸੀ ਨੂੰ ਕਿਸੇ ਦੇਸ਼ ਦੇ ਵਿੱਚ, ਨਵੇਂ ਦੇਸ਼ ਬਣਦੇ ਦੇਸ਼ ਦੇ ਵਿੱਚ ਜੇ ਲਾਗੂ ਕਰ ਰਹੇ ਹੋ, ਤਾਂ ਉੱਥੇ ਪਹਿਲਾਂ ਆਰਥਿਕ ਅਸਮਾਨਤਾ ਵੀ ਜਿਹੜੀ ਹੈ ਉਹ ਆਉਣੀ ਚਾਹੀਦੀ ਹੈ, ਜਾਂ ਰਾਜਨੀਤਿਕ ਸਮਾਨਤਾ ਦੇ ਨਾਲ ਨਾਲ ਜੋ ਹੈ ਉਹ ਆਰਥਿਕ ਸਮਾਨਤਾ ਵੀ ਲੈ ਕੇ ਆਓ। ਸਾਡੇ ਦੇਸ਼ ਦੇ ਵਿੱਚ ਰਾਜਨੀਤਿਕ ਸਮਾਨਤਾ ਤਾਂ ਆ ਚੁੱਕੀ ਹੈ, ਲੇਕਿਨ ਆਰਥਿਕ ਸਮਾਨਤਾ ਲਿਆਉਣ ਦੇ ਲਈ ਸਾਡੇ ਦੇਸ਼ ਦੇ ਵਿੱਚ ਜੋ ਹੈ ਉਹ ਸਾਡੇ ਦੇਸ਼ ਦੇ ਸੰਵਿਧਾਨ ਦੇ ਵਿੱਚ DPSP, ਠੀਕ ਹੈ ਜੀ, ਯਾਨੀ ਕਿ ਜਿਨ੍ਹਾਂ ਨੂੰ ਨਿਰਦੇਸ਼ਕ ਤੱਤ ਕਿਹਾ ਜਾਂਦਾ। ਨਿਰਦੇਸ਼ਕ ਤੱਤ ਜਿਹੜੇ ਹੈ, ਇਹਦਾ ਮਤਲਬ ਕੀ ਹੈ, ਇਹ ਤੁਹਾਡੇ ਸਿਲੇਬਸ ਨਹੀਂ ਹੈ ਚੀਜ਼ਾਂ, ਦੇਖੋ ਫਿਰ ਵੀ ਮੈਂ ਤੁਹਾਨੂੰ ਐਕਸਟਰਾ ਸਮਝਾ ਰਿਹਾ ਹਾਂ। DPSP ਦਾ ਮਤਲਬ ਕੀ ਹੈ, ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ, ਯਾਨੀ ਕਿ ਡਾਇਰੈਕਟਿਵ ਪ੍ਰਿੰਸੀਪਲਸ, दिशा निर्देशन करने वाले डायरेक्टिव प्रिंसिपल, दिशा निर्देशन करने वाले प्रिंसिपल मतलब असूल, दिशा निर्देशन करने वाले असूल जो कि स्टेट पॉलिसी यानी कि राज्य वालों ਜਿਹੜੀਆਂ ਨੀਤੀਆਂ ਬਣਾਈਆਂ ਜਾਣਗੀਆਂ ਉਹਨਾਂ ਨੂੰ ਨਿਰਦੇਸ਼ਿਤ ਕਰਨ ਵਾਲੇ ਜਿਹੜੇ ਅਸੂਲ ਨੇ ਉਹਨਾਂ ਨੂੰ DPSP ਕਹਿੰਦੇ ਆ, ਜਿਹਦਾ ਜ਼ਿਕਰ ਆਰਟੀਕਲ 36 ਤੋਂ ਤੁਹਾਡੇ ਦੇਸ਼ ਦੇ ਆਰਟੀਕਲ 51, ਤੁਹਾਡੇ ਦੇਸ਼ ਦੇ ਸੰਵਿਧਾਨ ਦੇ ਵਿੱਚ ਆਰਟੀਕਲ 36 ਤੋਂ ਆਰਟੀਕਲ 51 ਦੇ ਵਿੱਚ ਲਿਖਿਆ ਗਿਆ, ਜਿਨ੍ਹਾਂ ਦੇ ਵਿੱਚ ਲਿਖਿਆ ਗਿਆ, ਠੀਕ ਹੈ। ਤੇ DPSP ਜਿਹੜੇ ਹੈ ਉਹ ਜਿਵੇਂ ਹੁਣ ਫੰਡਾਮੈਂਟਲ ਰਾਈਟਸ ਦਾ ਜੇ ਤੁਹਾਡਾ ਉਲੰਘਣ ਹੁੰਦਾ ਸਰਕਾਰ ਵੱਲੋਂ, ਤੁਹਾਨੂੰ ਕਿਸੇ ਇਕੱਠਾ ਨਹੀਂ ਹੋਣ ਦਿੱਤਾ ਜਾਂਦਾ ਜਾਂ ਸੰਘ ਨਹੀਂ ਬਣਾਉਣ ਦਿੱਤਾ ਜਾਂਦਾ, ਠੀਕ ਹੈ, ਜਾਂ ਤੁਹਾਨੂੰ ਭਾਸ਼ਣ ਨਹੀਂ ਦਿੱਤਾ ਦੇਣ ਦਿੱਤਾ ਜਾ ਰਿਹਾ, ਉਸ ਕੇਸ ਦੇ ਵਿੱਚ ਤੁਹਾਡਾ ਫੰਡਾਮੈਂਟਲ ਰਾਈਟਸ ਦਾ ਜਿਹੜਾ ਹੈ ਸਰਕਾਰ ਵੱਲੋਂ ਉਲੰਘਣ ਕੀਤਾ ਜਾ ਰਿਹਾ, ਤੁਹਾਡੇ ਜਿਹੜੇ ਅਧਿਕਾਰ ਨੇ, ਮੂਲ ਅਧਿਕਾਰ ਹੈ, ਉਹਨਾਂ ਨੂੰ ਦੱਬਿਆ ਜਾ ਰਿਹਾ ਸਰਕਾਰ ਵੱਲੋਂ, ਤੁਹਾਡੇ ਤੇ ਅਤਿਆਚਾਰ ਕੀਤਾ ਜਾ ਰਿਹਾ, ਉਸ ਕੇਸ ਤੁਸੀਂ ਸਿੱਧਾ ਜੋ ਹੈ ਸੁਪਰੀਮ ਕੋਰਟ ਜਾਂ ਹਾਈ ਕੋਰਟ ਜੋ ਹੈ, ਯਾਨੀ ਕਿ ਦੇਸ਼ ਦੇ ਵਿੱਚ ਜੋ ਨਿਆਂਪਾਲਿਕਾ ਉਹਦੇ ਵਿੱਚ ਜਾ ਸਕਦੇ ਹੋ, ਠੀਕ ਹੈ। ਔਰ ਨਿਆਂਪਾਲਿਕਾ ਵੱਲੋਂ ਜੋ ਵੀ ਸਰਕਾਰ ਗਲਤ ਕਰ ਰਹੀ ਹੈ ਉਸ ਦੇ ਅਗੇਂਸਟ ਐਕਸ਼ਨ ਲਿਆ ਜਾਏਗਾ, ਕਿਉਂਕਿ ਮੈਂ ਤੁਹਾਨੂੰ ਪੜ੍ਹਾ ਚੁੱਕਿਆ ਕਿ ਸ਼ਾਸਨ ਦੇ ਕਿੰਨੇ ਅੰਗ ਨੇ। ਸ਼ਾਸਨ ਦੇ ਜੋ ਹੈ ਉਹ 3 ਅੰਗ ਨੇ, ਵਿਧਾਨਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ। ਇਹ ਤਿੰਨੋਂ ਜੋ ਹੈ ਇੱਕ ਦੂਜੇ ਉੱਤੇ ਚੈੱਕ ਐਂਡ ਬੈਲੈਂਸ ਬਣਾ ਕੇ ਰੱਖਦੇ ਨੇ, ਇੱਕ ਦੂਜੇ ਦੇ ਉੱਪਰ ਜੋ ਹੈ ਉਹ ਚੈੱਕ ਐਂਡ ਬੈਲੈਂਸ ਬਣਾ ਕੇ ਰੱਖਦੇ ਨੇ, ਮਤਲਬ ਇੱਕ ਦੂਜੇ ਉੱਤੇ ਰੋਕਾ ਲਾਉਣ ਦਾ ਕੰਮ ਇਹਨਾਂ ਦਾ ਹੈ। ਸੋ ਜੇ ਤੁਹਾਡੇ ਕਿਸੇ ਵੀ ਫੰਡਾਮੈਂਟਲ ਰਾਈਟ ਦਾ ਜਿਹੜਾ ਉਲੰਘਣ ਜੋ ਹੈ ਉਹ ਕਾਰਜਪਾਲਿਕਾ ਵੱਲੋਂ ਕੀਤਾ ਜਾ ਰਿਹਾ ਹੈ, ਕਾਰਜਪਾਲਿਕਾ ਵੱਲੋਂ ਯਾਨੀ ਕਿ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ, ਸੋ ਉਸ ਕੇਸ ਦੇ ਵਿੱਚ ਤੁਸੀਂ ਕਿੱਥੇ ਜਾ ਸਕਦੇ ਹੋ, ਤੁਸੀਂ ਨਿਆਂਪਾਲਿਕਾ ਦੇ ਵਿੱਚ ਜਾਓਗੇ, SC ਜਾਂ SC ਕੋਲ ਜਾਓਗੇ, ਠੀਕ ਹੈ, ਤੇ ਉਹਨਾਂ ਵੱਲੋਂ ਜੋ ਹੈ ਸਰਕਾਰ ਤੇ ਰੋਕ ਲਾਈ ਜਾਏਗੀ, ਠੀਕ ਹੈ। ਉਸੇ ਤਰੀਕੇ ਮੈਂ ਦੱਸਿਆ ਕਿ ਫੰਡਾਮੈਂਟਲ ਰਾਈਟਸ ਦਾ ਤੁਸੀਂ SC ਜਾਂ HC ਦੇ ਵਿੱਚ ਜਾ ਸਕਦੇ ਹੋ, ਸੁਪਰੀਮ ਕੋਰਟ ਜਾਂ ਹਾਈ ਕੋਰਟ ਜਾ ਸਕਦੇ ਹੋ, ਲੇਕਿਨ DPSP ਨੂੰ ਲਾਗੂ ਕਰਵਾਉਣ ਦੇ ਲਈ ਜੋ ਹੈ ਉਹ ਤੁਸੀਂ HC ਜਾਂ SC ਨਹੀਂ ਜਾ ਸਕਦੇ, ਕਿਉਂਕਿ ਇਹ ਸੰਵਿਧਾਨ ਦੇ ਵਿੱਚ ਲਿਖਿਆ ਹੈ ਕਿ ਜਦੋਂ ਸਰਕਾਰ ਦੀ ਹਿੰਮਤ ਪਏਗੀ ਸਰਕਾਰ ਵੱਲੋਂ ਤੁਹਾਡੀ ਮਦਦ ਜ਼ਰੂਰ ਕੀਤੀ ਜਾਏਗੀ। ਜਿਵੇਂ ਕਿ ਇਹਦੇ ਵਿੱਚ ਮੈਂ ਇੱਕ ਆਰਟੀਕਲ 44 ਹੈ, ਆਰਟੀਕਲ 44 ਜਾਂ ਫਿਰ ਹੋਰ ਕੋਈ ਆਰਟੀਕਲ 45 ਪੜ੍ਹ ਲੈਂਦੇ ਹਾਂ, 45 ਜਾਂ 46 ਵੀ ਦੇਖ ਲੈਂਦੇ ਹਾਂ। ਆਰਟੀਕਲ 45 46 ਇੱਕ ਅੱਛਾ ਐਗਜ਼ਾਮਪਲ ਹੋ ਸਕਦਾ ਹੈ। ਆਰਟੀਕਲ 45 ਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਜਿਹੜੇ ਤੁਹਾਡੇ 6 to 14 ਈਅਰਸ ਦੇ ਬੱਚੇ ਹੋਣਗੇ ਉਹਨਾਂ ਨੂੰ ਫ੍ਰੀ ਸਿੱਖਿਆ ਜਿਹੜੀ ਹੈ ਸਰਕਾਰ ਵੱਲੋਂ ਅਵੇਲੇਬਲ ਕਰਵਾਈ ਜਾਏਗੀ। ਲੇਕਿਨ ਕਦੋਂ ਕਰਵਾਓਗੇ, ਜਦੋਂ ਸਰਕਾਰ ਕੋਲੋਂ ਜੋ ਹੈ ਉਹ ਇੰਨੇ ਸੰਸਾਧਨ ਹੋ ਜਾਣਗੇ, ਕਿਉਂਕਿ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਸੀ ਉਦੋਂ ਦੇਸ਼ ਜਿਹੜਾ ਸੀ ਉੱਥੇ ਗਰੀਬੀ ਦੀ ਮਾਰ ਚੱਲ ਰਹੀ ਸੀ, ਸਰਕਾਰ ਕੋਲ ਵੀ ਇੰਨੇ ਟੈਕਸਿਸ ਜਾਂ ਇੰਨੇ ਫੰਡਸ ਨਹੀਂ ਸੀ ਕਿ ਉਹ ਸਾਰਿਆਂ ਨੂੰ ਐਜੂਕੇਸ਼ਨ ਜੋ ਹੈ ਉਹ ਫ੍ਰੀ ਐਜੂਕੇਸ਼ਨ ਪ੍ਰੋਵਾਈਡ ਕਰਵਾ ਸਕਦੀ, ਠੀਕ ਹੈ। ਲੇਕਿਨ 2009 ਦੇ ਵਿੱਚ ਜੋ ਹੈ ਉਹ ਤੁਹਾਡਾ RTE यानी कि राइट टू एजुकेशन जो है वो पास किया गया, एक्ट पास किया गया, सरकार वालों सारे फ्री सुविधा प्रोवाइड करवाएगी। सो आर्टिकल 45 का जो है वो उस टाइम पे उसकी पालना की गई। सो DPSP जो है वो धक्के नाल लागू नहीं करवाया जा सकता, सरकार को जो फंड होणगे उदों उन्होंने लागू करवा देगी। सो साडे देश के आर्थिक समानता, राजनीतिक समानता लियाउण लई तो फंडामेंटल राइट्स जो है वो दे दिते गए, यानी कि आर्टिकल जो तुहाडा 12 तो लैके आर्टिकल 35 है वो राजनीतिक समानता जो है वो लिया दिंदा है, लेकिन आर्थिक समानता जो है वो DPSP के थ्रू लियानी साडे देश दे विच तय की गई सी, ठीक है। ओके, तो कहता कि राजनीतिक लोकतंत्र जो है आर्थिक समानता तो बिना सफल नहीं हो सकता, क्योंकि मैं दसदा कि एक गरीब जे अपनी वोट बेचने लई मजबूर है तो इस लोकतंत्र का कोई मतलब ही नहीं रह जाता, क्योंकि लोकतंत्र का मतलब शासन के भागीदारी, तो शासन च कोई इस तरीके की भागीदारी नहीं कर रहा। वड्डे पद्धर ते आर्थिक असमानता क्रांति नूं जन्म दिंदी है, क्योंकि फ्रेंच रिवोल्यूशन क्यों हुई सी? फ्रेंच रेवोल्यूशन इस करके हुई सी कि 90% जो रिसोर्सिस ने 90% रिसोर्सिस ने वो सिर्फ और सिर्फ 10% जो अमीर लोग ने उन्होंने कोल सीगे, ठीक है जी, और 10% रिसोर्सिस जो है सिर्फ और सिर्फ वो 90% गरीब लोगों को सी, उन्होंने वालों जो है वो देखा गया कि असी सारी मेहनत कर करके जो है इन्होंने टैक्सिस के राही वो रेवेन्यू इकट्ठा करके दे रहे हैं, मतलब आम जनता जो है बेचारी टैक्सिस भरी जाती है, तो इन्हों वालों जो कुलीन लोग ने, जोड़े अमीर लोग ने, कुलीन तंत्र जो इत्थे बनया होया सीगा, 10% लोगों वालों ऐश प्रस्ती की जा रही है साडे मेहनत के जोड़े है पैसिਆਂ ते।
ਉਹਦੇ ਕਰਕੇ ਕ੍ਰਾਂਤੀ ਹੋ ਗਈ ਸੀ। ਤਾਂ ਕਹਿੰਦਾ ਕਿ ਜੇ ਤਾਂ ਵੱਡੇ ਪੱਧਰ ਤੇ ਆਰਥਿਕ ਸਮਾਨਤਾ ਰਹੇਗੀ ਤਾਂ ਉਹਦੇ ਨਾਲ ਕ੍ਰਾਂਤੀ ਨੂੰ ਜਨਮ ਮਿਲ ਜਾਏਗਾ। ਸੋ ਉਸ ਦੇਸ਼ ਦੇ ਵਿੱਚ ਇਹੋ ਜਿਹੇ ਰਾਜਨੀਤਿਕ ਲੋਕਤੰਤਰ ਦਾ ਵੀ ਕੋਈ ਫਾਇਦਾ ਨਹੀਂ ਹੋਏਗਾ, ਕੋਈ ਰਾਜਨੀਤਿਕ ਸਮਾਨਤਾ ਜੋ ਹੈ ਉਹ ਦੇਣ ਦਾ ਕੋਈ ਵੀ ਫਾਇਦਾ ਨਹੀਂ ਹੋਏਗਾ। ਪੂਰੀ ਤਰ੍ਹਾਂ ਆਰਥਿਕ ਸਮਾਨਤਾ ਜੋ ਹੈ ਸੰਭਵ ਨਹੀਂ ਹੈ, ਉਹ ਤਾਂ ਮੰਨਣਾ ਹੀ ਪਏਗਾ, ਕਿਉਂਕਿ ਹੁਣ ਜੇ ਕੋਈ ਅਮੀਰ ਹੋ ਰਿਹਾ ਤਾਂ ਆਪਣੀ ਪ੍ਰਤਿਭਾ ਦੇ ਨਾਲ ਹੋ ਰਿਹਾ ਨਾ, ਉਹ ਆਪਣੇ ਟੈਲੈਂਟ ਦੇ ਨਾਲ ਅਮੀਰ ਹੋ ਰਿਹਾ ਵਾ। ਹੁਣ ਤੁਸੀਂ ਇਹ ਥੋੜ੍ਹਾ ਨਾ ਤੁਸੀਂ ਉਹਦੇ ਟੈਲੈਂਟ ਤੁਸੀਂ ਕਹੋਗੇ ਕਿ ਯਾਰ ਤੂੰ ਕੋਈ ਗੱਲ ਨਹੀਂ, ਤੂੰ ਕਮਾਈ ਤਾਂ ਜਾਣਾ ਹੀ ਹੈ, 100 ਰੁਪਏ ਕਮਾਉਣਾ, 80% ਜੋ ਹੈ ਉਹ ਟੈਕਸ ਦੇ ਦਿਆ ਕਰ, ਯਾਨੀ ਕਿ 80 ਰੁਪਏ ਟੈਕਸ ਦੇ ਦਿਆ ਕਰ। ਤੇ ਇਹਦੇ ਨਾਲ ਅਸੀਂ ਜਿਹੜੇ ਦੇਸ਼ ਦੇ ਵਿੱਚ ਜਿਹੜੇ ਨਿਕੰਮੇ ਜਾਂ ਵਿਹਲੇ ਗਰੀਬ ਬੈਠੇ ਨੇ ਹੈ ਨਾ, ਮਤਲਬ ਜੇ ਬੰਦਾ ਕੋਈ ਇੱਦਾਂ ਦਾ ਵੀ ਤਾਂ ਹੋ ਸਕਦਾ ਹੈ, ਮੈਂ ਮੰਨ ਲੈਂਦਾ ਇੱਕ ਹੈਂਡੀਕੈਪਡ ਬੰਦਾ ਹੈ, ਠੀਕ ਹੈ, ਤੇ ਉਹਨੂੰ ਪਰਮਾਤਮਾ ਨੇ ਐਸਾ ਬਣਾਇਆ ਕਿ ਉਹਨੂੰ ਕਿਸੇ ਦੀ ਮਦਦ ਦੀ ਜ਼ਰੂਰਤ ਹੈ। ਲੇਕਿਨ ਕੁਝ ਐਸੇ ਨਿਖੱਟੂ ਵੀ ਤਾਂ ਹੋ ਸਕਦੇ ਹੈ ਕਿ ਜਿਹੜੇ ਆਪਣੀ ਮਰਜ਼ੀ ਨਾਲ ਹੀ ਗਰੀਬ ਰਹਿਣਾ ਚਾਹੁੰਦੇ ਆ, ਉਹ ਗਰੀਬ ਹੈ ਨਹੀਂ, ਠੀਕ ਹੈ, ਮਤਲਬ ਉਹਨਾਂ ਨੂੰ ਫ੍ਰੀ ਖੋਰੀ ਦੀ ਆਦਤ ਪੈ ਗਈ ਹੈ ਕਿ ਕੋਈ ਗੱਲ ਨਹੀਂ, ਆਰਾਮ ਨਾਲ ਬੈਠੇ ਰਹੋ, ਸਰਕਾਰ ਸਸਤਾ ਆਟਾ ਦਾਲ ਤਾਂ ਦੇਈ ਜਾਂਦੀ ਹੈ, ਬਿਜਲੀ ਦਾ ਬਿੱਲ ਹੈ ਉਹ ਮਾਫ ਕਰੀ ਜਾਂਦੀ ਹੈ, ਠੀਕ ਹੈ, ਤਾਂ ਸਾਨੂੰ ਸਾਰਾ ਕੁਝ ਫ੍ਰੀ ਤਾਂ ਮਿਲ ਜਾਂਦਾ, ਮੈਂ ਮਿਹਨਤ ਕਿਉਂ ਕਰਾਂ, ਮੈਂ ਨਿਖੱਟੂ ਕਿਉਂ ਜਿਹੜਾ ਹੈ ਉਹ ਮੈਂ ਮਿਹਨਤੀ ਕਿਉਂ ਬਣਾ, ਮੈਂ ਤਾਂ ਨਿਖੱਟੂ ਬਣ ਕੇ ਖੁਸ਼ ਹਾਂ, ਠੀਕ ਹੈ। ਹੁਣ ਜਿਹੜੇ ਵਿਅਕਤੀ ਨੇ ਆਪਣੀ ਮਿਹਨਤ ਨਾਲ, ਟੈਲੈਂਟ ਦੇ ਨਾਲ ਜੋ ਹੈ ਇੱਕ ਬਿਜ਼ਨਸ ਖੜਾ ਕੀਤਾ, ਆਪਣੇ ਉਦਮ ਦੇ ਨਾਲ, ਆਪਣੇ ਰਿਸਕ ਲੈਂਦੇ ਹੋਏ ਜਿਹੜਾ ਹੈ ਉਹ ਉਹਨੇ ਆਪਣਾ ਬਿਜ਼ਨਸ ਖੜਾ ਕੀਤਾ, ਤੇ ਉਹਦੇ ਕੋਲ 80% ਟੈਕਸ ਲੈ ਕੇ ਤੁਸੀਂ ਜਿਹੜੇ ਨਿਖੱਟੂ ਗਰੀਬ ਨੇ ਉਹਨਾਂ ਨੂੰ ਦਿੰਦੇ ਜਾ ਰਹੇ ਹੋ। ਮਤਲਬ ਜਿਹਨੂੰ ਜ਼ਰੂਰਤ ਹੈ ਉਹਨੂੰ ਦੇਣਾ ਬਣਦਾ ਵੀ ਹੈ, ਲੇਕਿਨ ਜਿਨ੍ਹਾਂ ਨੂੰ ਨਹੀਂ ਦਿੱਤਾ ਜਾਣਾ ਚਾਹੀਦਾ ਉਹਨਾਂ ਨੂੰ ਵਾਕਈ ਹੀ ਨਹੀਂ ਮਿਲਣਾ ਚਾਹੀਦਾ, ਠੀਕ ਹੈ। ਸੋ ਕਹਿੰਦਾ ਕਿ ਪੂਰਨ ਸਮਾਨਤਾ ਜਿਹੜੀ ਹੈਗੀ, ਪੂਰਨ ਆਰਥਿਕ ਸਮਾਨਤਾ ਉਹ ਤਾਂ ਨਹੀਂ ਆ ਸਕਦੀ ਹੈਗੀ, ਲੇਕਿਨ ਹਾਂ ਤੁਸੀਂ ਇੰਨਾ ਕਰ ਸਕਦੇ ਹੋ, ਹਰ ਇੱਕ ਵਿਅਕਤੀ ਦੀ ਜਿਹੜੀ ਮੁੱਢਲੀਆਂ ਜ਼ਰੂਰਤਾਂ ਹੈ ਉਹ ਪੂਰੀਆਂ ਕਰ ਦਿਓ। ਜਿਵੇਂ ਕਿ ਮੈਂ ਤੁਹਾਨੂੰ ਪਿਛਲੀ ਐਗਜ਼ਾਮਪਲ ਦੇ ਰਿਹਾ ਸੀਗਾ ਨਾ ਕਿ ਇੱਕ ਬੋਲਡ ਲੀਡਰ ਦੀ ਵਿਸ਼ੇਸ਼ਤਾ ਕੀ ਹੁੰਦੀ ਹੈ, ਉਹਨੂੰ ਪਤਾ ਹੈ ਕਿ 60% ਲੋਕ ਜਿਹੜੇ ਉਹਨਾਂ ਨੂੰ ਸਸਤੇ ਅਨਾਜ ਦੀ ਜ਼ਰੂਰਤ ਨਹੀਂ ਹੈ, ਜਦਕਿ ਮੈਂ ਇਹ 60 ਜਿਹੜੇ ਲੋਕਾਂ ਨੂੰ ਜਿਹੜੇ ਜਿਨ੍ਹਾਂ ਤੇ ਸਪੋਜ਼ ਕਰ ਲਓ ਮੈਂ 60 ਰੁਪਏ ਖਰਚ ਕਰ ਰਿਹਾ, ਉਹਨੂੰ ਮੈਂ ਜਿਹੜੇ 20% ਲੋਕ ਵਾਕਈ ਗਰੀਬ ਨੇ ਉਹਨਾਂ ਦੀ ਮੁੱਢਲੀ ਜ਼ਰੂਰਤਾਂ ਕੀ ਹੈ, ਉਹਨਾਂ ਨੂੰ ਹੈਲਥ ਦੀ ਫੈਸਿਲਿਟੀਜ਼ ਮਿਲਣੀਆਂ ਚਾਹੀਦੀਆਂ, ਪੜ੍ਹਾਈ ਦੀ ਫੈਸਿਲਿਟੀ ਮਿਲਣੀ ਚਾਹੀਦੀ, ਮੈਂ ਉਹ ਮੁੱਢਲੀਆਂ ਜ਼ਰੂਰਤਾਂ ਉਹਨਾਂ ਦੀਆਂ ਪੂਰੀਆਂ ਕਰ ਦੇਣਾ ਇਸ ਫੰਡ ਤੋਂ, ਠੀਕ ਹੈ। ਸੋ ਹਰ ਵਿਅਕਤੀ ਨੂੰ ਮੁੱਢਲੀਆਂ ਜ਼ਰੂਰਤਾਂ ਜਿਹੜੀਆਂ ਉਹ ਮਿਲਣੀਆਂ ਚਾਹੀਦੀਆਂ। ਵਿਅਕਤੀ ਵੱਲੋਂ ਸ਼ੋਸ਼ਣ ਨਹੀਂ ਹੋਣਾ ਚਾਹੀਦਾ। ਇੱਕ ਵਿਅਕਤੀ ਦੂਜੀ ਵਿਅਕਤੀ ਲਈ ਸਾਧਨ ਨਹੀਂ ਹੋਣਾ ਚਾਹੀਦਾ। ਸਾਧਨ ਨਹੀਂ ਹੋਣ ਦਾ ਕੀ ਮਤਲਬ ਹੈ? ਕਿਉਂਕਿ ਇੱਕ ਵਿਅਕਤੀ ਆਪਣੇ ਆਪ, ਗਾਂਧੀ ਜੀ ਕਹਿੰਦੇ ਹੁੰਦੇ ਸੀਗੇ ਕਿ ਹਰ ਵਿਅਕਤੀ ਆਪਣੇ ਆਪ ਦੇ ਵਿੱਚ ਇੱਕ ਸਾਧੇ ਹੈ, ਠੀਕ ਹੈ ਜੀ, ਉਹ ਸਾਧਨ ਨਹੀਂ ਹੋਣਾ ਚਾਹੀਦਾ। ਕਹਿਣ ਦਾ ਭਾਵ ਇਹਦਾ ਇੱਕ ਐਗਜ਼ਾਮਪਲ ਹੈ ਉਸਦਾ ਗੁਲਾਮ। ਤੁਸੀਂ ਗੁਲਾਮ ਸੁਣੇ ਹੋਣਗੇ, ਗੁਲਾਮ ਜਿਹੜੇ ਮੀਡੀਏਵਲ ਪੀਰੀਅਡ ਦੇ ਵਿੱਚ ਗੁਲਾਮ ਹੁੰਦੇ ਸੀਗੇ, ਉਹਨਾਂ ਵਿਚਾਰਿਆਂ ਦੀ ਕੀ ਚੀਜ਼ ਹੁੰਦੀ ਸੀ, ਉਹਨਾਂ ਦਾ ਆਪਣਾ ਕੋਈ ਵਜੂਦ ਹੀ ਨਹੀਂ ਹੁੰਦਾ ਸੀ, ਉਹਨਾਂ ਨੂੰ ਤਾਂ ਜਾਨਵਰਾਂ ਵਾਂਗ ਰੱਖਿਆ ਜਾਂਦਾ ਸੀਗਾ। ਉਹਨਾਂ ਦੇ ਕੋਲ ਉਹਨਾਂ ਦਾ ਮਾਲਿਕ ਜਿਹੜਾ ਹੈ ਉਹ ਦਿਨ ਰਾਤ, ਠੀਕ ਹੈ, ਉਹਨਾਂ ਤੇ ਅਤਿਆਚਾਰ ਕਰਦਾ ਸੀ, ਉਹਨਾਂ ਦੇ ਕੋਲ ਮਜ਼ਦੂਰੀ ਕਰਾਉਂਦਾ ਸੀਗਾ, ਉਹਨਾਂ ਦੇ ਕੋਲ ਆਪਣੇ ਸਾਰੇ ਕੰਮ ਚਾਹੇ ਨਜਾਇਜ਼ ਚਾਹੇ ਜਾਇਜ਼ ਜਿਹੜੇ ਸਾਰੇ ਵੀ ਕਰਾਉਂਦਾ ਸੀਗਾ। ਸੋ ਉਸ ਗੁਲਾਮ ਦਾ, ਯਾਨੀ ਕਿ ਉਹਦੇ ਤੋਂ ਉਹਨੂੰ ਇਨਸਾਨ ਤਾਂ ਕਦੇ ਮੰਨੇ ਨਹੀਂ ਜਾਂਦਾ ਸੀ, ਤਾਂ ਹਮੇਸ਼ਾ ਵਿਚਾਰੇ ਨੂੰ ਜਾਨਵਰ ਹੀ ਮੰਨਿਆ ਜਾਂਦਾ ਸੀ, ਹਮੇਸ਼ਾ ਜਾਨਵਰ ਵਾਂਗ ਟ੍ਰੀਟ ਕੀਤਾ ਜਾਂਦਾ ਸੀ। ਉਸ ਕੇਸ ਦੇ ਵਿੱਚ ਉਹ ਜਦੋਂ ਗੁਲਾਮ ਦਾ ਆਪਣਾ ਕੋਈ ਵਜੂਦ ਹੀ ਨਹੀਂ ਹੈ ਤਾਂ ਉਹ ਆਪਣੇ ਮਾਲਕ ਲਈ ਕੀ ਸੀਗਾ? ਸਾਧਨ ਸੀਗਾ। ਉਹ ਆਪਣੇ ਆਪ ਦੇ ਵਿੱਚ ਸਾਧੇ ਨਹੀਂ ਸੀਗਾ, ਮਤਲਬ ਉਹਦੀ ਆਪਣੀ ਕੋਈ ਪਰਸਨੈਲਿਟੀ ਤਾਂ ਸੀਗੀ ਨਾ, ਉਹਦਾ ਜੀਵਨ ਤਾਂ ਤੁਸੀਂ ਖਤਮ ਹੀ ਕਰਤਾ, ਉਹਦਾ ਵਜੂਦ, ਉਹਦਾ ਅਸਤਿਤਵ ਤਾਂ ਖਤਮ ਹੀ ਕਰ ਦਿੱਤਾ, ਠੀਕ ਹੈ। ਤਾਂ ਕਹਿੰਦਾ ਵਿਅਕਤੀ ਦੁਆਰਾ ਜੋ ਹੈ ਉਹ ਸ਼ੋਸ਼ਣ ਨਹੀਂ ਹੋਣਾ ਚਾਹੀਦਾ, ਕਿਸੇ ਨੂੰ ਵੀ ਕਿਸੇ ਦਾ ਸਾਧਨ ਬਣਨ ਲਈ ਮਜਬੂਰ ਨਹੀਂ ਹੋਣ ਦੇਣਾ ਚਾਹੀਦਾ। ਆਰਥਿਕ ਸਮਾਨਤਾ ਇਹੀ ਹੈ ਨਾ ਹੁਣ, ਕਿਉਂਕਿ ਗੁਲਾਮ ਦੇ ਕੋਲ, ਹੁਣ ਜਿਹੜਾ ਬੰਦਾ ਗਰੀਬ ਹੈ ਸਾਡੇ ਦੇਸ਼ ਵਿੱਚ, ਇਹ ਮੰਨ ਲਓ, ਠੀਕ ਹੈ, ਉਹ ਕਿਸੇ ਕੋਲ ਵੀ ਮਜ਼ਦੂਰੀ ਕਰਨ, ਕਿਸੇ ਵੀ ਤਰੀਕੇ ਦਾ ਉਹਦਾ ਜਾਇਜ਼ ਨਜਾਇਜ਼ ਕੰਮ ਕਰਨ ਲਈ ਤਿਆਰ ਹੈ। ਸੋ ਇੱਕ ਵਿਅਕਤੀ ਵੱਲ ਦੂਜੇ ਵਿਅਕਤੀ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਦੇਸ਼ ਦੇ ਆਰਥਿਕ ਸਾਧਨਾਂ ਦਾ ਲਾਭ ਸਾਰਿਆਂ ਤੱਕ ਪਹੁੰਚੇ। ਕਹਿਣ ਦਾ ਭਾਵ ਹੈ ਕਿ ਜੋ ਇਸ ਦੇਸ਼ ਦੇ ਜਲ, ਜੰਗਲ, ਜ਼ਮੀਨ, ਯਾਨੀ ਕਿ ਜਿੰਨੇ ਵੀ ਇਸ ਦੇਸ਼ ਦੇ ਰਿਸੋਰਸਿਸ ਨੇ, ਉਹਦੇ ਤੱਕ ਸਾਰਿਆਂ ਨੂੰ ਜੋ ਹੈ ਉਹ ਪਹੁੰਚ ਦਿੱਤੀ ਜਾਣੀ ਚਾਹੀਦੀ ਹੈ। ਉਹਨਾਂ ਸਾਧਨਾਂ ਦਾ ਜੋ ਫਾਇਦਾ ਹੈ ਉਹ ਸਾਰੇ ਦੇਸ਼ ਨੂੰ, ਹਰ ਵਿਅਕਤੀ ਨੂੰ ਜੋ ਹੈ ਉਹ ਮਿਲਣਾ ਚਾਹੀਦਾ, ਨਾ ਕਿ ਕੁਝ ਕਾਰਪੋਰੇਟ ਘਰਾਣਿਆਂ ਨੂੰ ਹੀ, ਯਾਨੀ ਕਿ ਦੇਸ਼ ਦਾ ਧਨ ਜੋ ਹੈ ਉਹ ਥੋੜੇ ਜਿਹੇ ਵਿਅਕਤੀਆਂ ਦੇ ਹੱਥਾਂ ਵਿੱਚ ਇਕੱਠਾ ਨਾ ਹੋਣ ਦਿੱਤਾ ਜਾਵੇ। ਇਹੀ ਲਿਖਿਆ ਗਿਆ ਤੁਹਾਡੇ ਆਰਟੀਕਲ 39 ਦੇ ਵਿੱਚ ਵੀ ਲਿਖਿਆ ਗਿਆ ਹੈ, ਆਰਟੀਕਲ 38 ਦੇ ਵਿੱਚ ਵੀ ਲਿਖਿਆ ਗਿਆ ਹੈ, ਯਾਨੀ ਕਿ ਜਿਹੜੇ DPSP ਦੀ ਮੈਂ ਗੱਲ ਕੀਤੀ ਸੀ, ਜਿਨ੍ਹਾਂ 'ਚ ਲਿਖਿਆ ਗਿਆ ਹੈ ਕਿ ਦੇਸ਼ ਦੇ ਜਿੰਨੇ ਵੀ ਸੰਸਾਧਨ ਨੇ ਉਹਨਾਂ ਦਾ ਕੇਂਦਰੀਕਰਨ ਜਿਹੜਾ ਹੈ ਕੁਝ ਲੋਕਾਂ ਦੇ ਹੱਥਾਂ ਨਹੀਂ ਹੋਣਾ ਚਾਹੀਦਾ, ਜੋ ਹੈ ਉਹਨਾਂ ਨੂੰ ਵੰਡਿਆ ਜਾਣਾ ਚਾਹੀਦਾ। ਇਸੇ ਨੂੰ ਤਾਂ ਇੰਪਲੀਮੈਂਟ ਕਰਵਾਉਣਾ ਚਾਹੁੰਦੀ ਸੀ ਕਿ ਜਿਹੜੀ ਤੁਹਾਡੇ ਨਹਿਰੂ ਜੀ ਸੀਗੇ ਉਹਨਾਂ ਵੱਲੋਂ ਵੀ ਇੰਪਲੀਮੈਂਟ ਕਰਵਾਉਣਾ ਚਾਹਿਆ ਨਾ, ਜੋ ਇੰਦਰਾ ਗਾਂਧੀ ਜੀ ਉਹਨਾਂ ਵੱਲੋਂ ਵੀ ਜੋ ਹੈ ਇੰਪਲੀਮੈਂਟ ਕਰਵਾਉਣਾ ਚਾਹਿਆ। ਨਹਿਰੂ ਜੀ ਜਿਹੜੇ ਚਾਹੁੰਦੇ ਸੀਗੇ ਉਹਨਾਂ ਵੱਲੋਂ ਲੈਂਡ ਰਿਫਾਰਮਸ ਕੀਤੇ ਗਏ, ਕਿਉਂਕਿ ਉਹਨਾਂ ਦਾ ਕਹਿਣਾ ਸੀਗਾ ਕਿ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਬਹੁਤ ਸਾਰੇ ਲੋਕਾਂ ਕੋਲ ਬਿਲਕੁਲ ਵੀ ਜ਼ਮੀਨ ਨਹੀਂ ਸੀ, ਔਰ ਬਹੁਤ ਸਾਰੇ ਲੋਕਾਂ ਕੋਲ ਜੋ ਜ਼ਿਮੀਂਦਾਰ ਸੀਗੇ, ਜਿਹੜੇ ਅੰਗਰੇਜ਼ਾਂ ਦੇ ਜਿਹੜੇ ਵਫਾਦਾਰ ਬਣ ਕੇ ਉਹਨਾਂ ਕੋਲ ਬਹੁਤ ਜ਼ਿਆਦਾ ਜ਼ਮੀਨ ਸੀਗੀ। ਸੋ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਇੱਕ ਵਿਅਕਤੀ ਕੋਲ ਲੈਂਡ ਸੀਲਿੰਗ ਦੀ ਕੋਸ਼ਿਸ਼ ਕੀਤੀ ਗਈ। ਲੈਂਡ ਸੀਲਿੰਗ ਦਾ ਮਤਲਬ ਕਿ ਇੱਕ ਵਿਅਕਤੀ ਦੇ ਕੋਲ ਜੋ ਹੈ ਉਹ ਇੰਨੀ ਹੀ ਜ਼ਮੀਨ ਹੋਣੀ ਚਾਹੀਦੀ ਹੈ, ਜੇ ਉਹਦੀ ਜ਼ਮੀਨ ਐਕਸਟਰਾ ਹੈ ਤਾਂ ਉਹ ਸਰਕਾਰ ਦੇ ਖਾਤੇ ਚਲ ਜੂਗੀ, ਔਰ ਸਰਕਾਰ ਵੱਲੋਂ ਜਿਹੜੀ ਉਹ ਜ਼ਮੀਨ ਹੈਗੀ ਹੈ ਉਹ ਹੋਰ ਗਰੀਬ ਲੋਕਾਂ ਦੇ ਵਿੱਚ ਜਿਨ੍ਹਾਂ ਕੋਲ ਬਿਲਕੁਲ ਜ਼ਮੀਨ ਨੇ ਉਹਨਾਂ ਨੂੰ ਵੰਡ ਦਿੱਤੀ ਜਾਊਗੀ, ਜਿਹਨੂੰ ਸਾਡੇ ਦੇਸ਼ 'ਚ ਭੂ ਸੁਧਾਰ ਕਿਹਾ ਜਾਂਦਾ ਹੈ, ਲੈਂਡ ਰਿਫਾਰਮਸ ਕਿਹਾ ਜਾਂਦਾ ਹੈ, ਜਿਹਦੇ 'ਚ ਲੈਂਡ ਸੀਲਿੰਗ ਜੋ ਹੈ ਇੱਕ ਟੂਲ ਸੀਗਾ ਸਰਕਾਰ ਦੇ ਕੋਲ, ਜੋ ਹੈ ਉਹ ਜਿਨ੍ਹਾਂ ਦੇ ਕੋਲ ਜ਼ਿਆਦਾ ਜ਼ਮੀਨਾਂ ਨੇ ਉਹਨਾਂ ਨੂੰ
ਵੰਡਣ ਦਾ, ਆਰਥਿਕ ਸਮਾਨਤਾ ਨੂੰ ਲੈ ਕੇ ਆਉਣ ਦਾ। ਠੀਕ ਹੈ, ਤਾਂ ਆਰਟੀਕਲ 39 ਤੇ ਆਰਟੀਕਲ 38 ਦਾ ਮੈਂ ਜ਼ਿਕਰ ਕੀਤਾ ਹੈ ਕਿ ਕੰਸਨਟ੍ਰੇਸ਼ਨ ਜੋ ਹੈ ਉਹ ਨਹੀਂ ਹੋਣੀ ਚਾਹੀਦੀ, ਕਿਉਂਕਿ ਜਿਹਦੇ ਕੋਲ ਜੇ ਹੈ ਆਰਥਿਕ ਚਾਹੇ ਰਾਜਨੀਤਿਕ ਸ਼ਕਤੀ ਜਿਹੜੀ ਹੈ ਉਹ ਕੰਸਨਟ੍ਰੇਟਡ ਇੱਕੋ ਜਗ੍ਹਾ ਤੇ ਹੋ ਜਾਏਗੀ ਤਾਂ ਉਸ ਕੇਸ ਦੇ ਵਿੱਚ ਉਹ ਵਿਅਕਤੀ ਜੋ ਹੈ ਉਹ ਤਾਨਾਸ਼ਾਹ ਬਣ ਜਾਏਗਾ। ਠੀਕ ਹੈ, ਜਿਵੇਂ ਕਿ ਤੁਸੀਂ ਜੇ ਗੱਲ ਕਰੋ ਯੂਰੋਪੀਅਨ ਕੰਟਰੀਜ਼ ਦੀ ਜਾਂ ਫਿਰ ਜਿਹੜੀਆਂ ਡਿਵੈਲਪ ਕੰਟਰੀਜ਼ ਨੇ ਉਹਨਾਂ ਦੇ ਵਿੱਚ ਕੁਝ ਵੱਡੀਆਂ ਕੰਪਨੀਆਂ ਵੱਲੋਂ ਜੋ ਹੈ ਉਹ ਰਾਜਨੀਤੀ ਨੂੰ ਪ੍ਰਭਾਵਿਤ ਕੀਤਾ ਜਾਂਦਾ ਹੈ, ਜਿਹਦਾ ਰੌਲਾ ਸਾਡੇ ਦੇਸ਼ ਦੇ ਵਿੱਚ ਅਕਸਰ ਪੈਂਦਾ ਹੀ ਰਹਿੰਦਾ ਕਿ ਜੋ ਵੱਡੇ ਕਾਰਪੋਰੇਟ ਘਰਾਣੇ ਨੇ ਉਹਨਾਂ ਵੱਲੋਂ ਹੀ ਸਰਕਾਰ ਨੂੰ ਫੰਡਿੰਗ ਕੀਤੀ ਜਾਂਦੀ ਹੈ, ਬਾਅਦ ਦੇ ਵਿੱਚ ਉਹਨਾਂ ਵੱਲੋਂ ਹੀ ਜੋ ਹੈ ਉਹ ਦੇਸ਼ ਦੇ ਸੰਸਾਧਨਾਂ ਦਾ ਯਾਨੀ ਕਿ ਜਿਹੜੀ ਜਲ ਜੰਗਲ ਜ਼ਮੀਨ ਹੈ ਉਹਨਾਂ ਨੂੰ ਸਸਤੇ ਰੇਟਾਂ ਤੋਂ ਸਰਕਾਰ ਕੋਲ, ਕਿਉਂਕਿ ਜਦੋਂ ਸਰਕਾਰ ਬਣਾਉਣੀ ਸੀਗੀ ਉਦੋਂ ਸਰਕਾਰ ਨੂੰ ਜੇ ਫੰਡਸ ਦੀ ਲੋੜ ਸੀ, ਜੋ ਇਲੈਕਸ਼ਨ ਦੇ ਦੌਰਾਨ ਫੰਡਿੰਗ ਦੀ ਲੋੜ ਸੀਗੀ, ਤਾਂ ਉਹ ਫੰਡਿੰਗ ਜਿਹੜੀ ਹੈ ਉਹ ਕਾਰਪੋਰੇਟ ਘਰਾਣਿਆਂ ਵੱਲੋਂ ਕੀਤੀ ਗਈ ਹੈ। ਕਾਰਪੋਰੇਟ ਘਰਾਣਿਆਂ ਵੱਲੋਂ ਜਦੋਂ ਫੰਡਿੰਗ ਇਲੈਕਸ਼ਨ ਦੇ ਵਿੱਚ ਕੀਤੀ ਗਈ, ਹੁਣ ਜੇ ਉਹਨਾਂ ਨੇ 100 ਕਰੋੜ ਰੁਪਈਆ ਦਿੱਤਾ ਸੀਗਾ ਕਿਸੇ ਲੀਡਰ ਨੂੰ ਜੋ ਹੈ ਇਲੈਕਸ਼ਨ ਫੰਡਿੰਗ ਦੇ ਦੌਰਾਨ, ਤਾਂ ਉਹ ਚਾਹੁੰਦੇ ਆ ਕਿ ਅਸੀਂ ਹੁਣ 100 ਕਰੋੜ ਨੂੰ 500 ਕਰੋੜ ਜੋ ਹੈ ਉਹਦੇ ਵਿੱਚ ਕਨਵਰਟ ਕਰਨਾ ਹੈ, ਤਾਂ ਉਹਨਾਂ ਵੱਲੋਂ ਸਰਕਾਰ ਤੋਂ ਜੋ ਹੈ ਉਹ ਸਸਤੇ ਭਾਅ ਜਲ ਜੰਗਲ ਜ਼ਮੀਨ ਜੋ ਹੈ ਉਹ ਲੈ ਲਈ ਜਾਂਦੀ ਹੈ, ਜਦ ਕਿ ਉਸ ਜਲ ਜੰਗਲ ਜ਼ਮੀਨ ਤੇ ਜੋ ਹੈ ਉਹ ਹੱਕ ਸਾਰਿਆਂ ਦਾ ਸਾਂਝਾ ਸੀ, ਸਾਰੇ ਦੇਸ਼ ਦਾ ਸਾਂਝਾ ਸੀ, ਲੇਕਿਨ ਉਹ ਕਿੰਨਾਂ ਨੂੰ, ਉਹਨਾਂ ਦਾ ਫਾਇਦਾ ਕਿਹਨੂੰ ਮਿਲ ਰਿਹਾ ਹੈ, ਸਰਕਾਰ ਵੱਲੋਂ ਫਾਇਦਾ ਕਿਹਨੂੰ ਦੇ ਦਿੱਤਾ ਗਿਆ, ਉਹ ਦਿੱਤਾ ਗਿਆ ਕੁਝ ਕਾਰਪੋਰੇਟ ਘਰਾਣਿਆਂ ਨੂੰ। ਸੋ ਇਹ ਆਰਥਿਕ ਅਸਮਾਨਤਾ ਨੂੰ ਵਧਾਏਗਾ। ਕੰਸਨਟ੍ਰੇਸ਼ਨ ਜੋ ਹੈ ਉਹ ਕੁਝ ਹੱਦਾਂ ਦੇ ਵਿੱਚ ਹੋ ਜਾਏਗੀ ਆਰਥਿਕ ਸਾਧਨਾਂ ਦੀ। ਉਸ ਤੋਂ ਬਾਅਦ ਸਮਾਜਿਕ ਸਮਾਨਤਾ। ਸਮਾਜਿਕ ਸਮਾਨਤਾ ਕੀ ਹੈ? ਸਾਡਾ ਦੇਸ਼ ਜਿਹੜਾ ਹੈ ਨਾ ਉਹ ਧਰਮਾਂ ਦੇ ਆਧਾਰ ਤੇ, ਜਿਵੇਂ ਮੈਂ ਮੈਜੋਰਿਟੀ ਮਾਈਨੋਰਿਟੀ ਦੀ ਆਲਰੇਡੀ ਗੱਲ ਕਰ ਚੁੱਕਿਆ ਹਾਂ। ਠੀਕ ਹੈ, ਉਸ ਤੋਂ ਬਾਅਦ ਤੁਹਾਡਾ ਨਸਲਾਂ ਦੇ ਆਧਾਰ ਤੇ ਜਾਂ ਜਾਤਾਂ ਦੇ ਆਧਾਰ ਤੇ ਦੇਸ਼ ਸਾਡਾ ਹੈ ਵੰਡਿਆ ਹੋਇਆ। ਸਾਡਾ ਸਮਾਜ ਜਿਹੜਾ ਹੈ ਉਹ ਇਕੱਠਾ ਨਹੀਂ ਹੈ, ਸਾਡੇ 'ਚ ਏਕਤਾ ਜੋ ਹੈ ਉਹ ਮਿਸਿੰਗ ਹੋ ਜਾਂਦੀ ਹੈ ਜਦੋਂ ਆਪਣੇ ਆਪਣੇ ਸਮੁਦਾਇ ਬਾਰੇ ਗੱਲ ਆ ਜਾਏ ਜਾਂ ਆਪਣੇ ਸਮੁਦਾਇ ਦੇ ਹਿੱਤਾਂ ਦੀ ਗੱਲ ਚੱਲ ਪਵੇ। ਠੀਕ ਹੈ, ਤਾਂ ਲੋਕਤੰਤਰ ਦੇ ਵਿੱਚ ਤਾਂ ਮੈਂ ਪਹਿਲੇ ਦੱਸਿਆ ਲੋਕਤੰਤਰ ਦੇ ਵਿੱਚ LEF ਦੀ ਗੱਲ ਹੁੰਦੀ ਹੈ, ਯਾਨੀ ਕਿ ਇਹ ਇਹਨਾਂ ਦੇ ਮੁੱਢਲੇ ਸਿਧਾਂਤ। ਲਿਬਰਟੀ ਹੋਣੀ ਚਾਹੀਦੀ ਹੈ, ਮੈਂ ਦੱਸਤਾ। ਇਕੁਐਲਿਟੀ ਹੋਣੀ ਚਾਹੀਦੀ ਹੈ, ਇਕੁਐਲਿਟੀ ਮੈਂ ਦੋਨੋਂ ਫਰੰਟ ਉਹਦੇ 'ਚ ਦੱਸਤੀ ਕਿ ਰਾਜਨੀਤਿਕ ਵੀ ਹੋਣੀ ਚਾਹੀਦੀ ਹੈ ਇਕੁਐਲਿਟੀ ਔਰ ਆਰਥਿਕ ਵੀ ਹੋਣੀ ਚਾਹੀਦੀ ਹੈ। ਜੇ ਮੈਂ ਗੱਲ ਕਰਾਂ ਫਰੈਟਰਨਿਟੀ ਦੀ, ਯਾਨੀ ਕਿ ਭਾਈਚਾਰੇ ਦੀ, ਠੀਕ ਹੈ, ਤਾਂ ਭਾਈਚਾਰਾ ਹੋਣ ਲਈ ਜੋ ਹੈ ਉਹ ਸਾਰੇ ਇੱਕ ਦੂਜੇ ਨੂੰ ਇੱਕ ਸਮਾਨ ਸਮਝਣ, ਇੱਕ ਹਰ ਇੱਕ ਨੂੰ ਜੋ ਹੈ ਉਹ ਆਪਣੇ ਵਰਗਾ ਸਮਝਿਆ ਜਾਵੇ, ਤਾਂ ਹੀ ਭਾਈਚਾਰਾ ਡਿਵੈਲਪ ਹੋਏਗਾ। ਲੇਕਿਨ ਸਾਡਾ ਸਮਾਜ ਜੋ ਹੈ ਉਹ ਕਿਸ ਆਧਾਰ ਤੇ ਵੰਡਿਆ ਹੋਇਆ ਹੈ? ਉਹ ਵੰਡਿਆ ਹੋਇਆ ਨਸਲ ਦੇ ਆਧਾਰ ਤੇ, ਧਰਮ ਦੇ ਆਧਾਰ ਤੇ, ਲਿੰਗ ਦੇ ਆਧਾਰ ਤੇ, ਜਨਮ ਦੇ ਆਧਾਰ ਤੇ, ਜਾਤੀ ਦੇ ਆਧਾਰ ਤੇ, ਇਹਨਾਂ ਆਧਾਰਾਂ ਤੇ ਜੋ ਹੈ ਸਾਡਾ ਸਮਾਜ ਜੋ ਹੈ ਵੰਡਿਆ ਹੋਇਆ ਹੈ। ਸੋ ਅੱਜ ਵੀ ਕਿਸੇ ਨਾ ਕਿਸੇ ਹੱਦ ਤੱਕ ਜੋ ਹੈ ਉਹ ਵਿਤਕਰਾ ਕੀਤਾ ਜਾਂਦਾ ਹੈ। ਇਹ ਕਹਿੰਦੇ ਆ ਕਿ ਪਿੰਡਾਂ ਦੇ ਵਿੱਚ ਯਾਨੀ ਕਿ ਜਿਹੜੇ ਸੁਦੂਰ ਇਲਾਕੇ ਨੇ ਹਲੇ ਵੀ ਜਿਹੜਾ ਹੈ ਉੱਥੇ ਜੋ ਉੱਚ ਜਾਤੀਆਂ ਨੇ ਉਹਨਾਂ ਵੱਲੋਂ, ਜੋ ਨਿਮਨ ਜਾਤੀਆਂ ਨੇ, ਜੋ ਦਲਿਤ ਨੇ, ਉਹਨਾਂ ਪਰਿਵਾਰਾਂ ਨਾਲ ਹਲੇ ਵੀ ਕਿਸੇ ਤਰੀਕੇ ਤੱਕ ਜੋ ਏਂਸ਼ੀਅੰਟ ਟਾਈਮ ਤੋਂ ਚੱਲਿਆ ਆਉਂਦਾ ਵਿਤਕਰਾ ਉਹਨੂੰ ਕੰਟੀਨਿਊ ਕੀਤਾ ਜਾ ਰਿਹਾ ਹੈ। ਠੀਕ ਹੈ, ਸ਼ਹਿਰਾਂ 'ਚ ਤਾਂ ਹਲੇ ਇਹ ਚੀਜ਼ ਕਾਫੀ ਹੱਦ ਤੱਕ ਘਟ ਚੁੱਕੀ ਹੈ। ਤੇ ਲੋਕਤੰਤਰ ਕਹਿੰਦਾ ਵਿਸ਼ੇਸ਼ ਅਧਿਕਾਰਾਂ ਤੇ ਆਧਾਰਿਤ ਕੁਲੀਨ ਤੰਤਰ ਨੂੰ ਨਸ਼ਟ ਕਰਦਾ ਹੈ। ਮੈਂ ਤੁਹਾਡੇ ਨਾਲ ਕੱਲ ਜਿਹੜੇ ਹੈ ਆਰਟੀਕਲ 14 ਤੋਂ, ਕੱਲ ਜਾਂ ਪਰਸੋਂ, ਜਿਹੜੀ ਪਿਛਲੀ ਦੂਜੀ ਵੀਡੀਓ ਸੀ ਆਈ ਥਿੰਕ, ਆਰਟੀਕਲ 14 ਤੋਂ ਆਰਟੀਕਲ 18 ਦੀ ਗੱਲ ਕੀਤੀ ਸੀ, ਜਿਹਦੇ ਵਿੱਚ ਮੈਂ ਇਕੁਐਲਿਟੀ ਦੇ ਜੋ ਸਾਰੇ ਆਰਟੀਕਲ ਸਮਝਾਏ ਸੀਗੇ, ਜਿਹਦੇ ਵਿੱਚ ਮੈਂ ਆਰਟੀਕਲ 14 ਦੱਸਿਆ ਸੀ ਕਿ ਕਾਨੂੰਨ ਦੇ ਸਾਹਮਣੇ ਸਾਰੇ ਬਰਾਬਰ ਹੋਣਗੇ। ਠੀਕ ਹੈ ਜੀ, ਆਰਟੀਕਲ 17 ਦੇ ਵਿੱਚ ਮੈਂ ਦੱਸਿਆ ਸੀਗਾ ਅਨਟੱਚੇਬਿਲਟੀ ਯਾਨੀ ਕਿ ਛੂਆ-ਛੂਤ ਨੂੰ ਕੋਈ ਪ੍ਰਮੋਟ ਨਹੀਂ ਕਰੇਗਾ। ਆਰਟੀਕਲ 18 'ਚ ਮੈਂ ਦੱਸਿਆ ਸੀ ਕਿਸੇ ਵੀ ਤਰੀਕੇ ਦੇ ਜੋ ਟਾਈਟਲ ਨੇ, ਉਪਾਧੀਆਂ ਨੇ ਸਰਕਾਰ ਵੱਲੋਂ ਨਹੀਂ ਦਿੱਤੀਆਂ ਜਾਣਗੀਆਂ। ਠੀਕ ਹੈ, ਸੋ ਕਿਸੇ ਵੀ ਤਰੀਕੇ ਦਾ ਕਿਸੇ ਨੂੰ ਕੋਈ ਵਿਸ਼ੇਸ਼ ਅਧਿਕਾਰ ਨਹੀਂ ਮਿਲੇਗਾ। ਤਾਂ ਲੋਕਤੰਤਰ ਦੀ ਇਹ ਜ਼ਰੂਰਤ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਜੋ ਹੈ ਵਿਸ਼ੇਸ਼ ਅਧਿਕਾਰ ਜੋ ਹੈ ਉਹ ਨਹੀਂ ਦਿੱਤੇ ਜਾਣੇ ਚਾਹੀਦੇ। ਕੁਲੀਨ ਤੰਤਰ ਜਿਹੜਾ ਸੀਗਾ ਉਹ ਇਹ ਸੀਗਾ ਕਿ ਜਿਹੜੇ ਰਾਜੇ ਦੇ ਨਾਲ ਜਿਹੜੇ ਵਜ਼ੀਰ ਹੁੰਦੇ ਸੀਗੇ ਉਹਨਾਂ ਨੂੰ ਕੁਲੀਨ ਮੰਨਿਆ ਜਾਂਦਾ ਸੀਗਾ, ਨੋਬਲਸ ਮੰਨਿਆ ਜਾਂਦਾ ਸੀਗਾ, ਅਮੀਰ ਮੰਨਿਆ ਜਾਂਦਾ ਸੀਗਾ। ਸੋ ਉਹ ਲੋਕਾਂ ਨੂੰ ਕੁਲੀਨ ਕਿਹਾ ਜਾਂਦਾ। ਤਾਂ ਕੁਲੀਨ ਤੰਤਰ ਯਾਨੀ ਕਿ ਜਿਹੜੇ ਉਹ ਨੋਬਲ ਸੀਗੇ ਉਹਨਾਂ ਵੱਲੋਂ ਕਈ ਵਾਰ ਜਿਹੜਾ ਰਾਜਾ ਨਿਕੰਮਾ ਹੁੰਦਾ ਸੀਗਾ ਤਾਂ ਰਾਜੇ ਨੂੰ ਜੋ ਹੈ ਉਹ ਕਾਬੂ ਕੌਣ ਕਰ ਲੈਂਦੇ ਸੀ? ਇਹ ਜਿਹੜੇ ਨੋਬਲਸ ਉਹਦੇ ਨਾਲ ਜੁੜੇ ਹੁੰਦੇ, ਜਿਹੜੇ ਅਮੀਰ ਉਹਦੇ ਨਾਲ ਜੁੜੇ ਹੁੰਦੇ ਸੀ, ਤੇ ਉਹਨਾਂ ਵੱਲੋਂ ਜੋ ਹੈ ਸ਼ਾਸਨ ਤੇ ਮਤਲਬ ਕਠਪੁਤਲੀ ਕਿਹਨੂੰ ਬਣਾਇਆ ਜਾਂਦਾ ਸੀ? ਰਾਜੇ ਨੂੰ। ਲੇਕਿਨ ਸ਼ਾਸਨ ਐਕਚੁਅਲ 'ਚ ਕੌਣ, ਡਿਫੈਕਟੋ ਕੌਣ ਹੁੰਦਾ ਸੀ? ਡੀਫੈਕਟੋ ਹੁੰਦੇ ਸੀਗੇ ਇਹ ਕੁਲੀਨ। ਸੋ ਇਹਨਾਂ ਵੱਲੋਂ ਐਸ਼ਪ੍ਰਸਤੀ ਜਿਹੜੀ ਆ ਉਹ ਦੱਬ ਕੇ ਕੀਤੀ ਜਾਂਦੀ ਸੀਗੀ ਰਾਜੇ ਦੇ ਨਾਮ ਤੇ। ਸੋ ਕਹਿੰਦਾ ਦੂਜੇ ਪਾਸੇ ਜਿਹੜੇ ਕੀਰਤੀਆਂ, ਜਿਹੜੇ ਮਿਹਨਤੀ ਲੋਕ ਨੇ, ਜਿਹੜੇ ਹੱਥੀਂ ਕੰਮ ਕਰਨ ਵਾਲੇ, ਜਿਵੇਂ ਕਿਸਾਨ ਮਜ਼ਦੂਰ ਏਕਤਾ ਦੀ ਅਸੀਂ ਗੱਲ ਹੁਣੇ ਸੁਣਦੇ ਸੀ, ਨਾਰੇ ਅਕਸਰ ਸੁਣਦੇ ਰਹੇ ਹਾਂ ਅਸੀਂ। ਸੋ ਦੂਜੇ ਪਾਸੇ ਕੀਰਤੀਆਂ ਤੇ ਕਿਸਾਨਾਂ ਦੇ ਪੂੰਜੀਪਤੀ ਵਰਗ ਵੱਲੋਂ ਸ਼ੋਸ਼ਣ ਨੂੰ ਖਤਮ ਹੋਣ ਦੀ ਗੱਲ ਜੋ ਹੈ ਮੰਗ ਵੀ ਕੀਤੀ ਜਾਂਦੀ ਹੈ। ਇਹ ਆਰਥਿਕ ਅਸਮਾਨਤਾ 'ਚ ਫਿੱਟ ਹੋਣਾ ਚਾਹੀਦਾ ਸੀ। ਇਹ ਪੁਆਇੰਟ, ਇਹ ਲਾਈਨ ਇੱਥੇ ਨਹੀਂ ਆਣੀ ਸੀ, ਇਹ ਲਾਈਨ ਇੱਥੇ ਆਣੀ ਸੀ। ਪਲੀਜ਼ ਇਹਨੂੰ ਚੇਂਜ ਕਰ ਲਿਓ। ਠੀਕ ਹੈ, ਸੋ ਬਾਕੀ ਇੱਥੇ ਤੱਕ ਜੋ ਹੈ ਉਹ ਸੇਮ ਹੀ ਰਹੇਗਾ। ਤਾਂ 3 ਪੁਆਇੰਟ ਜਿਹੜੇ ਹੈ ਉਹ ਮੈਂ ਡਿਸਕਸ ਕਰ ਲਏ ਉੱਪਰ ਵਾਲੇ। ਹੁਣ ਆਪਾਂ ਨੀਚੇ ਵਾਲੇ ਪੁਆਇੰਟ ਦੇਖਣੇ ਆ ਜੀ। ਆ ਜਾਓ। 1 2 3 ਹੋ ਗਿਆ, 4 5 6 7 ਹੋ ਗਿਆ। ਠੀਕ ਹੈ, ਤੋ ਮੈਂ ਇਹਨਾਂ ਨੂੰ ਜੇ ਤੁਸੀਂ ਦੇਖਿਆ ਹੋਵੇ ਪਹਿਲੇ 3 ਪੁਆਇੰਟ ਕਿੱਥੋਂ ਡਿਵੈਲਪ ਕੀਤੇ ਹੈ? ਮੈਂ LEF ਦੀ ਬਾਰ-ਬਾਰ ਗੱਲ ਕਰ ਰਿਹਾ ਸੀ। ਆਹ ਵਾਲੇ LEF ਤੋਂ ਜਿਹੜੇ ਹੈ 3 ਪੁਆਇੰਟ ਜਿਹੜੇ ਹੈ ਉਹ ਬਣਾਏ ਨੇ। ਤਾਂ ਤੁਸੀਂ ਕੀ ਯਾਦ ਰੱਖਣਾ ਹੈ? ਪੜ੍ਹਿਆ ਲਿਖਿਆ ਨਾਗਰਿਕ ਤੋਂ ਬਾਅਦ ਚੇਤੰਨਾ ਨਾਗਰਿਕ ਜਿਹੜਾ ਹੈ ਉਹ ਤੁਹਾਡਾ ਆ ਗਿਆ ਸੀ। ਉੱਚਾ ਆਚਰਣ ਵਾਲਾ ਪੁਆਇੰਟ ਜਿਹੜਾ ਆ ਗਿਆ ਸੀ, ਚੰਗਾ ਨੇਤਾ ਵਾਲਾ ਪੁਆਇੰਟ ਆ ਗਿਆ ਸੀ। ਉਸ ਤੋਂ ਬਾਅਦ LEF ਨੂੰ ਯਾਦ ਕਰ ਲੈਣਾ ਹੈ, ਯਾਨੀ ਕਿ ਲਿਬਰਟੀ ਦੇਣੀ ਹੈ, ਇਕੁਐਲਿਟੀ ਦੇਣੀ ਹੈ ਤੇ ਫਰੈਟਰਨਿਟੀ ਲੈ ਕੇ ਆਉਣੀ ਹੈ। ਉਹ ਸਾਰੀਆਂ ਗੱਲਾਂ ਮੈਂ ਇੱਥੇ ਦੱਸ ਦਿੱਤੀਆਂ
ओके, उस तो बाद ਤੁਹਾਡਾ ਜਿਹੜਾ ਪੁਆਇੰਟ ਨੰਬਰ ਅੱਗੇ ਚੱਲਣਾ ਹੈ 8 9 10 11 12। ਠੀਕ ਹੈ ਜੀ, ਹੁਣ ਮੈਂ ਤੁਹਾਨੂੰ 5 ਪੁਆਇੰਟ ਜਿਹੜੇ ਹੈ ਪੜ੍ਹਾਉਣੇ। 8ਵਾਂ ਤੇ 11ਵਾਂ ਪੁਆਇੰਟ ਜਿਹੜਾ ਹੈ ਉਹ ਸੇਮ ਹੈ। 8ਵਾਂ ਤੇ 11ਵਾਂ ਪੁਆਇੰਟ ਸੇਮ। ਆਰਟੀਕਲ 8 ਪੁਆਇੰਟ 8 ਦੇ ਅਨੁਸਾਰ ਜੋ ਹੈ ਉਹ ਸਥਾਨਿਕ ਸਵੈ ਸਰਕਾਰਾਂ ਦੀ ਸੰਸਥਾਵਾਂ ਦੀ ਗੱਲ ਕੀਤੀ ਜਾ ਰਹੀ ਹੈ। ਇਹ ਸਥਾਨਕ ਤੇ ਸਵੈ ਸਰਕਾਰਾਂ ਇਹ ਕੀ ਨੇ ਸਮਝਾਉਣਾ। ਸਾਡੇ ਦੇਸ਼ ਦੇ ਵਿੱਚ ਇੱਕ ਮਹਾਨ ਸ਼ਖਸੀਅਤ ਹੋਏ ਨੇ ਗਾਂਧੀ ਜੀ। ਗਾਂਧੀ ਜੀ ਦਾ ਵਿਜ਼ਨ ਸੀਗਾ, ਸਾਡੇ ਦੇਸ਼ ਦੇ ਸੰਵਿਧਾਨ 'ਚ ਲਿਖਿਆ ਗਿਆ ਆਰਟੀਕਲ ਨੰਬਰ 40। ਆਰਟੀਕਲ 40 'ਚ ਕਿਹਾ ਗਿਆ ਹੈ ਕਿ ਦੇਸ਼ ਦਾ ਜੋ ਸ਼ਾਸਨ ਹੈ ਉਹ ਟੌਪ ਤੋਂ ਨਹੀਂ ਚੱਲਣਾ ਚਾਹੀਦਾ, ਉਹ ਬੋਟਮ ਤੋਂ ਚੱਲਣਾ ਚਾਹੀਦਾ। ਹੁਣ ਇਹ ਟੌਪ ਤੇ ਬੋਟਮ ਕੀ ਹੈ? ਟੌਪ ਤੋਂ ਨਹੀਂ ਚੱਲਣਾ ਚਾਹੀਦਾ, ਬੋਟਮ ਤੋਂ ਚੱਲਣਾ ਚਾਹੀਦਾ ਹੈ। ਮਤਲਬ ਕਿ ਦੇਸ਼ ਦਾ ਜੋ ਸ਼ਾਸਨ ਹੈ ਉਹ ਦੇਸ਼ ਦੀ ਗਲੀਆਂ 'ਚ ਹੋਵੇ ਚੱਲੇ, ਦੇਸ਼ ਦੇ ਮੁਹੱਲਿਆਂ ਤੋਂ ਚੱਲਣਾ ਚਾਹੀਦਾ ਹੈ। ਉਹ ਦੇਸ਼ ਦੀ ਡਾਇਰੈਕਟ ਸੰਸਦ ਤੋਂ ਨਹੀਂ ਚੱਲਣਾ ਚਾਹੀਦਾ। ਮਤਲਬ ਗਾਂਧੀ ਜੀ ਤਾਂ ਫਿਰ ਡਾਇਰੈਕਟ ਡੈਮੋਕ੍ਰੇਸੀ ਦੇ ਜੋ ਹੈ ਉਹ ਪ੍ਰਵਰਤਕ ਨੇ, ਮਤਲਬ ਡਾਇਰੈਕਟ ਡੈਮੋਕ੍ਰੇਸੀ ਨੂੰ ਸਪੋਰਟ ਕਰ ਰਹੇ ਨੇ। ਉਹ ਇਨਡਾਇਰੈਕਟ ਡੈਮੋਕ੍ਰੇਸੀ ਯਾਨੀ ਕਿ ਸੰਸਦੀ ਲੋਕਤੰਤਰ ਪ੍ਰਣਾਲੀ ਹੈ ਉਹਨੂੰ ਸਪੋਰਟ ਨਹੀਂ ਕਰ ਰਹੇ। ਇਹਦਾ ਮਤਲਬ ਤਾਂ ਇਹ ਹੋ ਗਿਆ, ਇਹ ਇੰਟਰਪ੍ਰੀਟੇਸ਼ਨ ਅਸੀਂ ਕਰ ਸਕਦੇ ਹਾਂ। ਸੋ ਆਰਟੀਕਲ 40 ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਗ੍ਰਾਮ ਪੰਚਾਇਤਾਂ ਦਾ ਜੋ ਹੈ ਉਹ ਗਠਨ ਕੀਤਾ ਜਾਏਗਾ ਤਾਂ ਕਿ ਜਿਹੜੇ ਲੋਕਾਂ ਦੇ ਨੁਮਾਇੰਦੇ ਨੇ ਉਹ ਲੋਕਾਂ ਦੇ ਹਮੇਸ਼ਾ ਟੱਚ ਵਿੱਚ ਰਹਿਣ। ਤੁਸੀਂ ਕਿੰਨੀ ਕੁ ਵਾਰ ਆਪਣੇ ਇਲਾਕੇ ਦੇ MLA ਜਾਂ MP ਨੂੰ ਮਿਲੇ ਹੋਵੋਗੇ? ਸ਼ਾਇਦ ਕਦੇ ਵੀ ਨਹੀਂ, ਠੀਕ ਹੈ, ਜਾਂ ਬਹੁਤ ਘੱਟ ਵਾਰ। ਲੇਕਿਨ ਤੁਸੀਂ ਆਪਣੇ ਸਰਪੰਚ ਨੂੰ ਤਾਂ ਰੋਜ਼ ਮਿਲਦੇ ਹੋ, ਔਰ ਸਰਪੰਚ ਨਾਲ ਤੁਹਾਡਾ ਜਿਹੜਾ ਹੈ ਰੋਜ਼ ਦਾ ਰਾਬਤਾ ਹੈ, ਔਰ ਉਸ ਸਰਪੰਚ ਨੂੰ ਤੁਹਾਡੀਆਂ ਸਾਰੀਆਂ ਤੁਹਾਡੇ ਇਲਾਕੇ ਦੀਆਂ ਔਰ ਤੁਹਾਡੇ ਘਰ ਦੀਆਂ ਤੁਹਾਡੀਆਂ ਆਪਣੀਆਂ ਸਾਰੀਆਂ ਨਿੱਜੀਆਂ ਸਮੱਸਿਆਵਾਂ ਤੱਕ ਪਤਾ ਹੁੰਦੀਆਂ, ਔਰ ਉਹਦੇ ਵੱਲੋਂ ਜੋ ਹੈ ਉਹ ਉਹਨਾਂ ਨੂੰ ਹੱਲ ਕਰਨ ਲਈ ਯਤਨ ਵੀ ਕੀਤੇ ਜਾਂਦੇ ਨੇ। ਸੋ ਗਾਂਧੀ ਜੀ ਇਹੀ ਚਾਹੁੰਦੇ ਸੀਗੇ ਕਿ ਲੋਕਾਂ ਦੇ ਜੋ ਨੁਮਾਇੰਦੇ ਨੇ ਉਹ ਲੋਕਾਂ ਤੋਂ ਇੰਨੇ ਵੀ ਜ਼ਿਆਦਾ ਦੂਰ ਨਾ ਹੋ ਜਾਣ ਕਿ ਉਹ ਐਸ਼ ਪ੍ਰਸਤੀ ਵਿੱਚ ਮਸ਼ਗੂਲ ਹੋ ਜਾਣ ਔਰ ਜਨਤਾ ਜੋ ਹੈ ਉਹ ਖੱਜਲ ਖੁਆਰ ਹੁੰਦੀ ਫਿਰੇ। ਠੀਕ ਹੈ, ਤਾਂ ਇਸੇ ਲਈ ਕਿਹਾ ਜਾਂਦਾ ਹੈ ਕਿ ਲੋਕਤੰਤਰ ਨੂੰ ਸਫਲ ਬਣਾਉਣ ਲਈ ਜਿਹੜਾ ਹੈ ਉਹ ਸ਼ਕਤੀਆਂ ਦਾ ਨਾ ਵਿਕੇਂਦਰੀਕਰਨ ਹੋਣਾ ਚਾਹੀਦਾ, ਜੋ ਕਿ 11ਵਾਂ ਪੁਆਇੰਟ ਹੈ। ਡੀਸੈਂਟਰਲਾਈਜੇਸ਼ਨ ਵੀ ਸਮਝਾ ਦੇਣਾ ਕਿ ਸ਼ਕਤੀ ਜੋ ਹੈ ਉਹ ਇੱਕੋ ਜਗ੍ਹਾ ਕੰਸਨਟਰੇਟ ਨਾ ਹੋ ਜਾਵੇ, ਉਹਦਾ ਕੇਂਦਰੀਕਰਨ ਨਾ ਹੋ ਜਾਵੇ। ਸ਼ਕਤੀ ਜੋ ਹੈ ਇੱਕੋ ਜਗ੍ਹਾ ਕੰਸਨਟਰੇਟ ਨਾ ਹੋਵੇ, ਕਿਉਂਕਿ ਇੱਕੋ ਜਗ੍ਹਾ ਕੰਸਨਟਰੇਟ ਹੋ ਗਈ ਤਾਂ ਉਹ ਵਿਅਕਤੀ ਜਿਸ ਦੇ ਕੋਲੇ ਸਾਰੀਆਂ ਸ਼ਕਤੀਆਂ ਚਲੀਆਂ ਗਈਆਂ ਨੇ ਉਹ ਕੀ ਹੋ ਜਾਏਗਾ? ਉਹ ਨਿਰੰਕੁਸ਼ ਹੋ ਜਾਏਗਾ, ਉਹ ਤਾਨਾਸ਼ਾਹ ਹੋ ਜਾਏਗਾ, ਉਹ ਹਿਟਲਰ ਬਣ ਜਾਏਗਾ। ਉਹ ਕਿਸੇ ਨੂੰ ਬੰਦੇ ਨੂੰ ਬੰਦਾ ਨਹੀਂ ਸਮਝੇਗਾ, ਠੀਕ ਹੈ, ਔਰ ਕਿਸੇ ਹੋਰ ਦੇ ਵਿਚਾਰ ਸੁਣਨ ਲਈ ਵੀ ਤਿਆਰ ਨਹੀਂ ਹੋਏਗਾ, ਠੀਕ ਹੈ, ਕਿਸੇ ਦੀ ਅਸਹਿਮਤੀ ਨੂੰ ਬਰਦਾਸ਼ਤ ਨਹੀਂ ਕਰੇਗਾ, ਔਰ ਹਰ ਗੱਲ ਤੇ ਜੋ ਹੈ ਮਿੰਟਾਂ ਸਕਿੰਟਾਂ ਦੇ ਵਿੱਚ ਜੋ ਹੈ ਉਹ ਹਿੰਸਾ ਤੇ ਉਤਰ ਆਏਗਾ। ਨਾਰਥ ਕੋਰੀਆ ਵਾਲਾ ਸੋਚ ਲਓ, ਨਾਰਥ ਕੋਰੀਆ ਦਾ ਜਿਹੜਾ ਤੁਹਾਡਾ ਰੂਲਰ ਹੈਗਾ ਉਹ ਇਹੀ ਸਾਰਾ ਕੁਝ ਕਰਦਾ ਨਾ, ਠੀਕ ਹੈ। ਕੀ ਤੁਸੀਂ ਇਹ ਮੋਦੀ ਜੀ ਤੋਂ ਐਕਸਪੈਕਟ ਕਰ ਸਕਦੇ ਹੋ? ਨਹੀਂ, ਕਿਉਂਕਿ ਤੁਸੀਂ ਕਿੱਥੇ ਜੀ ਰਹੇ ਹੋ? ਤੁਸੀਂ ਕਿਹਦੇ ਵਿੱਚ ਜੀ ਰਹੇ ਹੋ? ਉਹ ਤੁਸੀਂ ਜੀ ਰਹੇ ਹੋ ਲੋਕਤੰਤਰ ਦੇ ਵਿੱਚ, ਕਿਉਂਕਿ ਲੋਕਤੰਤਰ ਵਿੱਚ ਤਾਂ ਇਹ ਸਾਰੀਆਂ ਗੱਲਾਂ ਦੀ ਆਪ ਗੱਲ ਕਰੀ ਜਾਂਦੀ ਹੈ ਕਿ ਤੁਸੀਂ ਖੁੱਲ੍ਹ ਦੇਣੀ ਹੈ, ਵਿਚਾਰ ਜਿਹੜੇ ਉਹ ਆਉਣ ਦੇਣੇ ਸਾਰੇ ਪਾਸੋਂ, ਆਪਣੇ ਆਪ ਨੂੰ ਓਪਨ ਰੱਖਣਾ, ਸਹਿਨਸ਼ੀਲ ਰੱਖਣਾ, ਉਦਾਰ ਰੱਖਣਾ ਵਾ, ਠੀਕ ਹੈ। ਸੋ ਮੈਂ ਵਾਪਸ ਆਉਣਾ ਆਪਣੇ ਪੁਆਇੰਟ ਤੇ ਕਿ ਇੱਕ ਜਗ੍ਹਾ ਤੇ ਜੋ ਹੈ ਉਹ ਸ਼ਕਤੀਆਂ ਦਾ ਕੇਂਦਰੀਕਰਨ ਨਹੀਂ ਹੋਣਾ ਚਾਹੀਦਾ। ਉਹਦੇ ਰਿਜ਼ਲਟ ਮੈਂ ਤੁਹਾਨੂੰ ਦੱਸ ਦਿੱਤੇ। ਇਸ ਲਈ ਸ਼ਕਤੀਆਂ ਨੂੰ ਜੋ ਹੈ ਉਹ ਵੰਡਿਆ ਜਾਂਦਾ ਹੈ ਅਲੱਗ-ਅਲੱਗ ਪੱਧਰ ਤੇ। ਜਿਵੇਂ ਕਿ ਮੈਂ ਹੁਣੇ ਥੋੜੀ ਦੇਰ ਪਹਿਲੇ ਚੈੱਕ ਐਂਡ ਬੈਲੈਂਸਿਸ ਦੀ ਗੱਲ ਕਰ ਰਿਹਾ ਸੀਗਾ ਕਿ ਸ਼ਾਸਨ ਦੇ 3 ਅੰਗ ਨੇ, ਉਹ ਜਿਹੜੇ ਅੰਗ ਨੇ ਉਹ ਇੱਕ ਦੂਜੇ ਉੱਤੇ ਜਿਹੜਾ ਹੈ ਉਹ ਕੰਟਰੋਲ ਬਣਾ ਕੇ ਰੱਖਦੇ ਨੇ, ਠੀਕ ਹੈ ਜੀ। ਚੈੱਕ ਐਂਡ ਬੈਲੈਂਸ ਜੋ ਹੈ ਉਹ ਬਣਿਆ ਰਹਿੰਦਾ ਹੈ। ਤਾਂ ਇੱਕ ਐਗਜ਼ਾਮਪਲ ਇਹ ਵੀ ਹੋ ਸਕਦੀ ਹੈ ਜੋ ਸ਼ਕਤੀਆਂ ਦੇ ਵਿਕੇਂਦਰੀਕਰਨ ਦੀ, ਤਾਂ ਇਹਨੂੰ ਸੈਪਰੇਸ਼ਨ ਕਵਾਂਗੇ, ਡੀਸੈਂਟਰਲਾਈਜੇਸ਼ਨ ਨਹੀਂ ਕਵਾਂਗੇ। ਜਿਹੜਾ ਚੈੱਕ ਐਂਡ ਬੈਲੈਂਸ ਬਣ ਰਿਹਾ ਹੈ, ਜਿਹੜਾ ਵਿਕੇਂਦਰੀਕਰਨ ਹੈ ਉਹਦੇ ਵਿੱਚ ਹੈ ਕਿ ਆਪਣੀ ਸ਼ਕਤੀਆਂ ਜੋ ਹੈ ਉਹ ਦੇ ਦਿੱਤੀਆਂ ਜਾਂਦੀਆਂ ਕਿਸੇ ਹੋਰ ਵਿਅਕਤੀ ਨੂੰ ਜਾਂ ਕਿਸੇ ਹੋਰ ਸੰਸਥਾ ਨੂੰ। ਜਿਵੇਂ ਕਿ ਤੁਹਾਡੇ ਘਰ ਦੇ ਜਿਹੜੇ ਬਹੁਤੇ ਨਿਰਣੇ ਆ, ਸਪੋਜ਼ ਕਰ ਲਓ ਦਾਦਾ ਜੀ ਰਹਿੰਦੇ, ਲੇਕਿਨ ਉਹਨਾਂ ਨੇ ਕੁਝ ਮਾਮਲਿਆਂ 'ਤੇ ਜਿਹੜੇ ਨਿਰਣੇ ਹੈਗੇ ਆ ਕਿ ਬੱਚਿਆਂ ਨੂੰ ਕਿਹੜੇ ਸਕੂਲ 'ਚ ਪੜ੍ਹਾਇਆ ਜਾਏਗਾ, ਉਹ ਤੁਹਾਡੇ ਚਾਚਾ ਜੀ ਨੂੰ ਨਿਰਣੇ ਦਿੱਤਾ ਹੋਇਆ ਹੈ। ਉਹ ਸਿਰਫ ਔਰ ਸਿਰਫ ਚਾਚਾ ਜੀ ਦੀ ਪਾਵਰ ਹੈ ਉਹੀ ਯੂਜ਼ ਕਰਨਗੇ, ਕਿਸੇ ਹੋਰ ਨੂੰ ਉਹਦੇ 'ਤੇ ਫੈਸਲਾ ਲੈਣ ਦਾ ਹੱਕ ਨਹੀਂ ਦਿੱਤਾ ਗਿਆ। ਉਸ ਤੋਂ ਬਾਅਦ ਘਰ ਦੇ ਵਿੱਚ ਜਿਹੜੇ ਘਰ ਦੇ ਰਾਸ਼ਨ ਵਗੈਰਾ ਦੀ ਜਿਹੜੀ ਜ਼ਿੰਮੇਵਾਰੀ ਲਗਾਈ ਗਈ ਉਹ ਤੁਹਾਡੇ ਪਿਤਾ ਜੀ ਦੀ ਲਗਾਈ ਗਈ ਹੈ, ਉਹਦੇ 'ਚ ਕੋਈ ਵੀ ਹੋਰ ਜਿਹੜਾ ਹੈ ਉਹ ਹਸਤਕਸ਼ੇਪ ਨਹੀਂ ਕਰੇਗਾ, ਠੀਕ ਹੈ। ਸੋ ਇੱਦਾਂ ਸ਼ਕਤੀਆਂ ਜਿਹੜੀਆਂ ਉਹ ਵੰਡ ਦਿੱਤੀਆਂ ਗਈਆਂ। ਘਰ ਦੇ ਵਿੱਚ ਜਿਹੜਾ ਖਰਚਾ ਉਹ ਤੁਹਾਡੀ ਮੰਮੀ ਦੇ ਹੱਥ ਦਿੱਤਾ ਗਿਆ ਕਿ ਜਿਹੜਾ ਖਰਚਾ ਕੀਤਾ ਜਾਏਗਾ ਉਹ ਸਾਰਾ ਮੰਮੀ ਵੱਲੋਂ ਕੀਤਾ ਜਾਏਗਾ। ਸੋ ਉਹ ਪਾਵਰ ਉਹਨਾਂ ਨੂੰ ਦੇ ਦਿੱਤੀ। ਸੋ ਇਹ ਸ਼ਕਤੀਆਂ ਦਾ ਜੋ ਹੈ ਉਹ ਵਿਕੇਂਦਰੀਕਰਨ ਹੋ ਰਿਹਾ ਹੈ। ਕੋਈ ਵੀ ਇੱਕ ਵਿਅਕਤੀ ਯਾਨੀ ਕਿ ਤੁਹਾਡੇ ਗ੍ਰੈਂਡਫਾਦਰ ਜਿਹੜੇ ਹੈ ਉਹਨਾਂ ਦੇ ਹੱਥ ਸ਼ਕਤੀਆਂ ਦਾ ਕੇਂਦਰੀਕਰਨ ਨਹੀਂ ਹੋ ਰਿਹਾ, ਉਹ ਤਾਨਾਸ਼ਾਹ ਨਹੀਂ ਬਣ ਰਹੇ, ਠੀਕ ਹੈ। ਤਾਂ ਆਰਟੀਕਲ 40 ਦੀ ਗੱਲ ਕੀਤੀ ਹੈ ਹਾਲੇ ਤੱਕ ਮੈਂ, ਔਰ ਸ਼ਕਤੀਆਂ ਦੇ ਵਿਕੇਂਦਰੀਕਰਨ ਯਾਨੀ ਕਿ ਸ਼ਕਤੀਆਂ ਨੂੰ ਵੰਡਣ ਦੀ ਗੱਲ ਕੀਤੀ ਹੈ, ਕਿਸੇ ਵੀ ਵਿਅਕਤੀ ਨੂੰ ਨਿਰੰਕੁਸ਼ ਨਾ ਬਣਾਓ ਉਹਦੀ ਗੱਲ ਕੀਤੀ ਹੈ। ਸੋ ਸਥਾਨਕ ਦਾ ਮਤਲਬ ਕੀ ਹੈ? ਲੋਕਲ ਪੱਧਰ ਤੇ। ਜਿਵੇਂ ਕਿ ਤੁਹਾਡਾ ਜਿਹੜਾ ਸਰਪੰਚ ਹੈ ਉਹ ਤੁਹਾਨੂੰ ਹਮੇਸ਼ਾ ਅਵੇਲੇਬਲ ਹੈ, ਲੋਕਲ ਹੈ, ਠੀਕ ਹੈ। ਸਵੈ ਸਰਕਾਰ ਦੀ ਗੱਲ ਕੀ ਕਰ ਰਹੇ ਹਾਂ? ਜੇ ਤੁਹਾਨੂੰ ਮੈਂ ਗ੍ਰਾਮ ਸਭਾ ਸਮਝਾ ਚੁੱਕਿਆ ਹਾਂ,
ग्राम सभा की मैं गल समझाई सी कि 18+ जिन्ने भी ਜਿਹੜੇ ਪਿੰਡ ਦੇ ਵਿੱਚ ਰਹਿਣ ਵਾਲੇ ਲੋਕ ਨੇ ਉਹ ਗ੍ਰਾਮ ਸਭਾ ਦੇ ਮੈਂਬਰ ਹੁੰਦੇ ਆ। ਠੀਕ ਹੈ, ਜਿਹੜੀਆਂ ਨੀਤੀਆਂ ਹੁੰਦੀਆਂ ਨੇ, ਜਿਹੜੀਆਂ ਵਿਕਾਸ ਦੇ ਕਾਰਜਕ੍ਰਮ, ਜਿਹੜੇ ਪ੍ਰੋਗਰਾਮ ਨੇ, ਉਹ ਸਾਰਿਆਂ ਵੱਲੋਂ ਰਲ ਕੇ ਉਲੀਕੇ ਜਾਂਦੇ ਨੇ। ਯਾਨੀ ਕਿ ਤੁਸੀਂ ਆਪਣੇ ਸ਼ਾਸਕ ਆਪ ਹੋ, ਤੁਸੀਂ ਸਵੈ ਸ਼ਾਸਕ ਹੋ, ਤੁਹਾਡੀ ਸਵੈ ਸਰਕਾਰ ਹੈ। ਠੀਕ ਹੈ, ਤੁਹਾਡਾ ਆਪਣੇ ਆਪ ਤੇ ਜੋ ਹੈ ਉਹ ਕੰਟਰੋਲ ਹੋਣਾ है। ਤੁਹਾਡੇ ਤੇ ਉੱਪਰੋਂ ਦੀ ਕੋਈ ਪੈਰਾਸ਼ੂਟ ਜਿਹੜਾ ਹੈ, ਪੈਰਾਸ਼ੂਟ ਕੈਂਡੀਡੇਟ ਜਾਂ ਫਿਰ ਪੈਰਾਸ਼ੂਟ ਵਿਅਕਤੀ ਜਿਹੜਾ ਹੈ ਉਹ ਆ ਕੇ ਸ਼ਾਸਨ ਨਹੀਂ ਕਰ ਰਿਹਾ। ਤੋ ਡਾਇਰੈਕਟ ਡੈਮੋਕ੍ਰੇਸੀ ਦੇ ਵਿੱਚ ਤੇ ਗ੍ਰਾਮ ਸਭਾ ਦੇ ਵਿੱਚ ਜੋ ਹੈ ਉਹ ਇਸ ਚੀਜ਼ ਨੂੰ ਸੁਨਿਸ਼ਚਿਤ ਕੀਤਾ ਜਾਂਦਾ ਹੈ। ਸੋ ਕਹਿੰਦਾ ਜੇ ਲੋਕਤੰਤਰ ਨੂੰ ਸਫਲ ਬਣਾਉਣਾ ਹੈ, ਜਿਹੜੇ ਵੀ ਆਮ ਲੋਕ ਨੇ, ਜਿਹੜੇ 18+ ਦੇ ਜਾਂ ਜਿਹੜੇ ਵੋਟਰਸ ਨੇ, ਜਿਨ੍ਹਾਂ ਵੱਲੋਂ ਤੁਹਾਡੇ ਜਿਹੜੇ ਲੋਕ ਸਭਾ ਜਾਂ ਵਿਧਾਨ ਸਭਾ ਦੇ ਵਿੱਚ ਜਿਹੜੇ ਮੈਂਬਰ ਚੁਣ ਕੇ, ਮੈਂਬਰ ਆਫ ਪਾਰਲੀਮੈਂਟ ਜਿਹੜੇ ਹੈ ਉਹ ਚੁਣ ਕੇ ਭੇਜੇ ਜਾਂਦੇ ਨੇ। ਠੀਕ ਹੈ, ਵੋਟਰਾਂ ਦਾ ਜੋ ਹੈ ਉਹ ਲੋਕਤੰਤਰ ਦੇ ਵਿੱਚ ਜੇ ਵਿਸ਼ਵਾਸ ਬਣਾ ਕੇ ਰੱਖਣਾ, ਦੇਸ਼ ਦੀ ਸੰਸਦ ਦੇ ਵਿੱਚ, ਵਿਧਾਨ ਸਭਾ ਦੇ ਵਿੱਚ ਜਿਹੜੇ ਹੈ ਉਹ ਵਿਸ਼ਵਾਸ ਬਣਾ ਕੇ ਰੱਖਣਾ ਹੈ, ਤਾਂ ਉਹਨਾਂ ਨੂੰ ਜਿਹੜੀ ਹੈ ਇਹ ਰਿਅਲਾਈਜ਼ ਕਰਾਉਣਾ ਜ਼ਰੂਰੀ ਹੋਏਗਾ ਕਿ ਹਾਂ ਉਹਨਾਂ ਕੋਲ ਵੀ ਕੁਝ ਪਾਵਰ ਹੈ। ਉਹ ਪਾਵਰ ਉਹ ਕਿੱਥੇ ਸ਼ੋਅ ਕਰਦੇ ਨੇ? ਉਹ ਆਪਣੀ ਗ੍ਰਾਮ ਸਭਾ ਦੇ ਵਿੱਚ ਜੋ ਹੈ ਆਪਣੀ ਭਾਗੀਦਾਰੀ, ਸ਼ਾਸਨ 'ਚ ਭਾਗੀਦਾਰੀ ਜਿਹੜੀ ਹੈ ਦਿਖਾ ਕੇ ਉਹ ਸ਼ੋਅ ਕਰਦੇ ਨੇ। ਕਿਉਂਕਿ ਗ੍ਰਾਮ ਸਭਾ ਦੇ ਜਿਹੜੇ ਵੀ ਨਿਰਣੇ ਲਏ ਜਾਂਦੇ ਆ ਉਹ ਕਨਵੇ ਕਰ ਦਿੱਤੇ ਜਾਂਦੇ ਆ MLA ਜਾਂ MP ਨੂੰ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਪਿੰਡ ਦੇ ਵਿੱਚ ਇੱਦਾਂ ਦੇ ਵਿਕਾਸ ਕਾਰਜਕ੍ਰਮ ਜੋ ਹੈ ਉਹ ਚਲਾਏ ਜਾਣ। ਠੀਕ ਹੈ, ਸੋ ਗ੍ਰਾਮ ਸ਼ਾਸਨ ਦੇ ਜਿਹੜੇ ਥਰੂ ਹੈ ਉਹ ਲੋਕ ਸਭਾ ਤੇ ਵਿਧਾਨ ਸਭਾ ਦੇ ਵਿੱਚ ਸਾਡੇ ਪਿੰਡ ਦੀ ਆਵਾਜ਼ ਜਿਹੜੀ ਹੈ ਉਹ ਗੂੰਜਦੀ ਹੈ। ਔਰ ਗ੍ਰਾਮ ਸਭਾ ਵਿੱਚ ਹਰ ਵਿਅਕਤੀ ਜੋ ਹੈ, ਹਰ ਪਿੰਡ ਦਾ ਜੋ ਐਡਲਟ ਹੈ ਯਾਨੀ ਕਿ 18+ ਵਾਲਾ ਹੈ, ਉਹ ਭਾਗੀਦਾਰੀ ਕਰ ਰਿਹਾ ਹੈ। ਸੋ ਉਸ ਨੂੰ ਇਹ ਲੱਗਦਾ ਹੈ ਕਿ ਹਾਂ ਮੇਰਾ ਵੀ ਸ਼ਾਸਨ ਦੇ ਵਿੱਚ ਕੋਈ ਨਾ ਕੋਈ ਰੋਲ ਹੈ। ਸੋ ਇਹੋ ਜਿਹੇ ਕੇਸਿਸ 'ਚ ਕੀ ਹੋਏਗਾ ਕਿ ਉਹ ਆਪਣੇ ਆਪ ਨੂੰ ਅਲੱਗ ਮਹਿਸੂਸ ਨਹੀਂ ਕਰੇਗਾ, ਆਈਸੋਲੇਟਡ ਮਹਿਸੂਸ ਨਹੀਂ ਕਰੇਗਾ ਦੇਸ਼ ਦੀ ਰਾਜਨੀਤੀ ਤੋਂ। ਉਹ ਮੰਨੇਗਾ ਕਿ ਮੈਂ ਵੀ ਇਸ ਦੇਸ਼ ਦੇ ਸ਼ਾਸਨ ਦਾ ਅੰਗ ਹੀ ਹਾਂ, ਚਾਹੇ ਛੋਟੇ ਪੱਧਰ ਤੇ ਹੀ ਸਹੀ। ਠੀਕ ਹੈ, ਤਾਂ ਕਹਿੰਦਾ ਸਥਾਨਕ ਸਰਕਾਰਾਂ ਦੀਆਂ ਸੰਸਥਾਵਾਂ ਜਿਵੇਂ ਗ੍ਰਾਮ ਪੰਚਾਇਤ, ਅੱਛਾ ਇਹ ਲੈਵਲ ਹੁੰਦੇ ਆ ਨਾ, 3 ਟਾਇਰ ਸਾਡੇ ਸਿਸਟਮ ਦੇਸ਼ ਦੇ ਵਿੱਚ ਅਪਣਾਇਆ ਗਿਆ ਹੈ। ਠੀਕ ਹੈ, 3 ਟਾਇਰ ਸਿਸਟਮ 'ਚ ਕੀ ਹੈ? ਸਭ ਤੋਂ ਪਹਿਲੇ ਗ੍ਰਾਮ ਪੰਚਾਇਤ ਹੁੰਦੀ ਹੈ, ਫਿਰ ਜਿਹੜੀ ਹੈ ਉਹ ਬਲਾਕ ਪੰਚਾਇਤ ਹੁੰਦੀ ਹੈ। ਠੀਕ ਹੈ ਜੀ, ਜਾਂ ਤੁਸੀਂ ਕਹਿੰਦੇ ਹੋ ਪੰਚਾਇਤ ਸਮਿਤੀ ਕਹਿ ਲੈਂਦੇ ਹੋ ਉਹਨੂੰ। ਉਸ ਤੋਂ ਉੱਪਰ ਜੋ ਹੈ ਉਹ ਜ਼ਿਲ੍ਹਾ ਪਰਿਸ਼ਦ ਹੁੰਦੀ ਹੈ। ਸੋ ਇੱਦਾਂ ਲੈਵਲ ਹੈ। ਨਗਰ ਪਾਲਿਕਾਵਾਂ ਜਿਹੜੀਆਂ ਉਹ ਸ਼ਹਿਰਾਂ 'ਚ ਹੁੰਦੀਆਂ ਵੇ, MC ਜਿਹੜੀਆਂ ਹੈਗੀਆਂ ਉਹਨੂੰ ਨਗਰ ਪਾਲਿਕਾ ਕਹਿੰਦੇ ਆ, ਮਿਊਨਿਸਪਲ ਕਾਰਪੋਰੇਸ਼ਨ। ਠੀਕ ਹੈ, ਤਾਂ ਲੋਕਾਂ ਨੂੰ ਪ੍ਰਸ਼ਾਸਨ ਚਲਾਉਣ ਦੀ ਕਲਾ ਦੀ ਸਿੱਖਿਆ ਦਿੰਦੀ ਹੈ, ਕਿਉਂਕਿ ਤੁਸੀਂ ਕੀ ਹੈ, ਤੁਸੀਂ ਗ੍ਰਾਮ ਸਭਾ ਵਿੱਚ ਡਾਇਰੈਕਟ ਜਾ ਕੇ ਜਿਹੜਾ ਹੈ ਉਹ ਪਾਰਟਿਸਿਪੇਟ ਕਰ ਰਹੇ ਹੋ, ਤੁਸੀਂ ਸਮਝ ਰਹੇ ਹੋ ਲੋਕਤੰਤਰ ਕਿਵੇਂ ਕੰਮ ਕਰ ਰਿਹਾ ਹੈ। ਠੀਕ ਹੈ, ਜੇ ਤੁਹਾਡੇ ਵਿੱਚ ਲੀਡਰ ਬਣਨ ਦੀ ਐਬਿਲਿਟੀ ਹੈ ਤਾਂ ਤੁਸੀਂ ਉੱਥੋਂ ਦੀ ਜਿਹੜਾ ਹੈ ਪਹਿਲਾਂ ਪਿੰਡ ਪੱਧਰ ਤੋਂ ਸਰਪੰਚ ਬਣੋਗੇ, ਸਰਪੰਚ ਤੋਂ ਜੋ ਹੈ ਤੁਸੀਂ MLA ਤੋਂ ਅੱਗੇ ਜਿਹੜਾ MP ਜਿਹੜਾ ਹੈ ਬਣ ਸਕਦੇ ਹੋ, ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਜਾ ਸਕਦੇ ਹੋ। ਬਾਦਲ ਸਾਹਿਬ ਕਿਸੇ ਟਾਈਮ ਤੇ, ਜਿਹੜੇ ਤੁਹਾਡੇ ਵੱਡੇ ਬਾਦਲ ਸਾਹਿਬ ਨੇ, ਪ੍ਰਕਾਸ਼ ਸਿੰਘ ਬਾਦਲ ਜੀ, ਉਹ ਮੈਨੂੰ ਜਿੰਨਾ ਪਤਾ ਹੈ ਉਹ ਲੰਬੀ ਤੋਂ ਪਹਿਲਾਂ ਸਰਪੰਚ ਸੀਗੇ। ਸਰਪੰਚ ਤੋਂ ਦੇਖੋ ਉਹ ਜੋ ਹੈ ਉਹ CM ਤੱਕ ਗਏ। ਠੀਕ ਹੈ, ਸੋ ਇਹ ਕਲਾ ਕਿੱਥੋਂ ਸਿੱਖੀ ਉਹਨਾਂ ਨੇ? ਜਿਹੜੀ ਰਾਜਨੀਤੀ ਦੀ ਕਲਾ ਹੈ ਉਹ ਕਿੱਥੋਂ ਸਿੱਖੀ? ਉਹਨਾਂ ਨੇ ਪਿੰਡ ਪੱਧਰ ਤੋਂ ਹੀ ਸਿੱਖੀ। ਸੋ ਇਹੀ ਕਿਹਾ ਜਾ ਰਿਹਾ ਹੈ ਕਿ ਜਿਹੜੀਆਂ ਸਥਾਨਕ ਸਰਕਾਰਾਂ ਨੇ ਉਹ ਤੁਹਾਨੂੰ ਕਲਾ ਸਿਖਾਉਂਦੀਆਂ ਨੇ, ਸ਼ਾਸਨ ਪ੍ਰਸ਼ਾਸਨ ਕਿਵੇਂ ਚਲਾਇਆ ਜਾਂਦਾ ਹੈ। ਠੀਕ ਹੈ ਜੀ, ਤਾਂ ਕਹਿੰਦਾ ਸਥਾਨਕ ਸਰਕਾਰਾਂ ਜੋ ਹੈ ਉਹ ਲੋਕਤੰਤਰ ਦੀ ਸਫਲਤਾ ਲਈ, ਯਾਨੀ ਕਿ ਜੇ ਤੁਸੀਂ ਲੋਕ ਸਭਾ ਤੇ ਵਿਧਾਨ ਸਭਾ ਨੂੰ ਸਫਲ ਕਰਨਾ ਹੈ, ਜੇ ਤੁਸੀਂ ਲੋਕਤੰਤਰ ਨੂੰ ਸਫਲ ਕਰਨਾ ਹੈ, ਤਾਂ ਤੁਹਾਨੂੰ ਜਿਹੜੀ ਗ੍ਰਾਮ ਸਭਾ ਨੂੰ ਸਫਲ ਕਰਨਾ ਤੁਹਾਡੇ ਲਈ ਜ਼ਰੂਰੀ ਹੈ। ਗ੍ਰਾਮ ਪੰਚਾਇਤ ਨੂੰ ਸਫਲ ਕਰਨਾ ਜ਼ਰੂਰੀ ਹੈ, ਕਿਉਂਕਿ ਜੋ ਸ਼ਾਸਨ ਹੈ ਉਹ ਬਾਟਮ ਟੂ ਟੋਪ ਜਾਏਗਾ। ਤਾਂ ਜਿਹੜੀ ਜੇ ਨੀਂਹ ਮਜ਼ਬੂਤ ਹੋਏਗੀ, ਬਾਟਮ ਮਜ਼ਬੂਤ ਹੋਏਗਾ, ਤਾਂ ਹੀ ਜਿਹੜਾ ਹੈ ਉਹ ਟੌਪ ਤੁਹਾਡਾ ਮਜ਼ਬੂਤ ਉੱਭਰ ਕੇ ਸਾਹਮਣੇ ਆਏਗਾ। ਨਹੀਂ ਤਾਂ ਇਹ ਧਰਾਸ਼ਾਹੀ ਹੋ ਜਾਏਗਾ। ਲੋਕਾਂ ਦਾ ਲੋਕਤੰਤਰ ਦੇ ਵਿੱਚ ਕੋਈ ਵੀ ਵਿਸ਼ਵਾਸ ਹੀ ਨਹੀਂ ਰਹੇਗਾ, ਕਿਉਂਕਿ ਤੁਹਾਡੇ ਜਿਹੜੇ ਲੋਕ ਸਭਾ ਜਾਂ ਵਿਧਾਨ ਸਭਾ 'ਚ ਜਾਣ ਵਾਲੇ ਨੁਮਾਇੰਦੇ ਨੇ, ਤੁਸੀਂ ਉਹਨਾਂ ਨੂੰ ਤਾਂ ਮਿਲ ਵੀ ਨਹੀਂ ਪਾ ਰਹੇ। ਸੋ ਤੁਹਾਡਾ ਉਹਨਾਂ ਨਾਲ ਕਿਸੇ ਤਰੀਕੇ ਦਾ ਕੋਈ ਸੰਪਰਕ ਹੀ ਨਹੀਂ ਹੈ। ਸੋ ਸੰਪਰਕ ਹੀ ਨਹੀਂ ਹੈ ਤਾਂ ਤੁਸੀਂ ਉਹਨਾਂ ਨਾਲ ਹਮੇਸ਼ਾ ਨਾਰਾਜ਼ ਹੀ ਰਹੋਗੇ, ਤੇ ਹਮੇਸ਼ਾ ਕ੍ਰਾਂਤੀ ਲਈ ਹੀ ਤਿਆਰ ਰਹੋਗੇ, ਉਹਨਾਂ ਨਾਲ ਅਸਹਿਮਤ ਹੀ ਰਹੋਗੇ। ਉਸ ਤੋਂ ਬਾਅਦ 11ਵਾਂ ਪੁਆਇੰਟ ਨਾਲ ਹੀ ਕਰਾ ਦਿੰਦਾ ਵਾ। 11ਵਾਂ ਪੁਆਇੰਟ ਜਿਹੜਾ ਹੈ ਉਹਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਸ਼ਕਤੀਆਂ ਦਾ ਵਿਕੇਂਦਰੀਕਰਨ। ਕਹਿੰਦਾ ਲੋਕਤੰਤਰ ਦੀ ਸਫਲਤਾ ਲਈ ਜ਼ਰੂਰੀ ਹੈ ਕਿ ਸ਼ਕਤੀਆਂ ਦਾ ਕੇਂਦਰੀਕਰਨ ਨਾ ਹੋਣ ਦਿੱਤਾ ਜਾਵੇ। ਕੁਝ ਨਵਾਂ ਹੈ ਨਹੀਂ, ਮੈਂ ਦੱਸ ਚੁੱਕਿਆ। ਸ਼ਕਤੀਆਂ ਦਾ ਵਿਕੇਂਦਰੀਕਰਨ ਲੋਕਾਂ ਨੂੰ ਪ੍ਰਸ਼ਾਸਨ ਚਲਾਉਣ ਦੀ ਕਲਾ ਵਿੱਚ ਸਿੱਖਿਅਤ ਕਰਦਾ ਹੈ। ਇਹ ਸੇਮ ਪੁਆਇੰਟ ਜੋ ਆਪਾਂ ਹੁਣੇ ਗ੍ਰਾਮ ਸਭਾ ਵਾਲਾ ਪੜ੍ਹ ਕੇ ਆਏ ਹਾਂ, ਇਹ ਉਸੇ ਦੀ ਗੱਲ ਕਰ ਰਿਹਾ। ਤੁਸੀਂ ਇੱਥੇ ਲਿਖ ਦੇਣਾ, ਸ਼ਕਤੀਆਂ ਦਾ ਵਿਕੇਂਦਰੀਕਰਨ ਲਿਖਣ ਦੀ ਲੋੜ ਨਹੀਂ, ਲਿਖੋ ਕਿ ਗ੍ਰਾਮ ਸਭਾ ਲੋਕਾਂ ਨੂੰ ਪ੍ਰਸ਼ਾਸਨ ਚਲਾਉਣ ਦੀ ਕਲਾ ਵਿੱਚ ਸਿੱਖਿਅਤ ਕਰਦੀ ਹੈ। ਸ਼ਕਤੀਆਂ ਦੇ ਵਿਕੇਂਦਰੀਕਰਨ ਕਾਰਨ ਸਰਕਾਰ ਦਾ ਕੋਈ ਵੀ ਅੰਗ ਜਿਹੜੇ ਮੈਂ 3 ਅੰਗ ਦੱਸੇ ਸੀਗੇ, ਠੀਕ ਹੈ ਜੀ, ਔਰ ਅਧਿਕਾਰੀ ਜੋ ਹੈ ਉਹ ਨਿਰੰਕੁਸ਼ ਨਹੀਂ ਬਣ ਸਕਦਾ। ਓਕੇ, ਡਨ। ਦੋਨੋਂ ਪੁਆਇੰਟ ਨਾਲ ਜੁੜਦੇ ਵਾਲੇ ਹੋ ਗਏ। ਹਾਲੇ ਤੱਕ ਆਪਾਂ 4.1 ਜਿਹੜੇ ਪੜ੍ਹਾਈ ਲਿਖਾਈ ਦੇ ਨਾਲ ਸੰਬੰਧਿਤ ਸੀ 4 ਪੁਆਇੰਟ ਉਹ ਸੀਗੇ। ਉਸ ਤੋਂ ਬਾਅਦ LEF ਦੇ ਨਾਲ 3 ਪੁਆਇੰਟ ਹੋ ਗਏ, 7 ਹੋ ਗਏ, ਔਰ 2 ਪੁਆਇੰਟ ਜਿਹੜੇ ਹੈ ਉਹ ਆਹ ਵਾਲੇ ਕਵਰ ਕਰ ਚੁੱਕੇ ਹਾਂ। 8ਵਾਂ ਤੇ 11ਵਾਂ ਜਿਹੜਾ ਕਿ ਵਿਕੇਂਦਰੀਕਰਨ ਨਾਲ ਜੁੜਦਾ ਸੀਗਾ। ਹਾਲੇ ਤੱਕ ਆਪਾਂ 9 ਪੁਆਇੰਟ ਕਵਰ ਕਰ ਚੁੱਕੇ ਹਾਂ।
ਨਾਲ ਦੀ ਨਾਲ ਨਾ ਆਹ ਲਾਸਟ ਵਾਲਾ ਪੁਆਇੰਟ ਵੀ ਜਿਹੜਾ ਕਰ ਹੀ ਦਿੰਦੇ ਹਾਂ। ਜਿਵੇਂ ਕਿ ਮੈਂ ਪਿਛਲੀ ਆਪਣੀ ਤੁਹਾਡੀ ਵੀਡੀਓ ਦੇ ਵਿੱਚ ਤੁਹਾਨੂੰ ਜਦੋਂ ਸਮੱਸਿਆਵਾਂ ਦੱਸ ਰਿਹਾ ਸੀਗਾ, ਉਦੋਂ ਮੈਂ ਦੱਸਿਆ ਸੀ ਕਿ ਰਾਜਨੀਤਿਕ ਦਲ ਜਿਹੜੇ ਆ ਉਹ ਸੰਗਠਿਤ ਨਹੀਂ ਹੈ, ਉਹਨਾਂ 'ਚ ਵਿਚਾਰਧਾਰਾ ਦੀ ਜਿਹੜੀ ਹੈ ਉਹ ਕਮੀ ਹੈ, ਮੈਂ ਦੱਸਿਆ ਸੀਗਾ। ਠੀਕ ਹੈ, ਸੋ ਮੈਂ ਦੱਸਿਆ ਸੀ ਕਿਵੇਂ ਅਰਵਿੰਦ ਕੇਜਰੀਵਾਲ ਜੀ ਵੱਲੋਂ ਜਿਹੜਾ ਹੈ ਕਾਂਗਰਸ ਨੂੰ ਜਿਹੜੀ ਭੰਡੀ ਕਰਕੇ ਉਸ ਤੋਂ ਬਾਅਦ ਕਾਂਗਰਸ ਦੇ ਨਾਲ ਹੀ ਰਲ ਕੇ ਸਰਕਾਰ ਬਣਾ ਲਈ ਸੀਗੀ। ਮੈਂ BSP ਦਾ ਐਗਜ਼ਾਮਪਲ ਵੀ ਦਿੱਤਾ ਸੀਗਾ। ਠੀਕ ਹੈ, ਤਾਂ ਕਹਿੰਦਾ ਸਿਧਾਂਤ ਤੇ ਆਧਾਰਿਤ, ਯਾਨੀ ਕਿ ਵਿਚਾਰਧਾਰਾ ਜਿਹੜੀ ਹੋਣੀ ਚਾਹੀਦੀ ਹੈ, ਅਸੂਲ ਤੁਹਾਡੇ ਹੋਣੇ ਚਾਹੀਦੇ, ਕੁਝ ਪ੍ਰਿੰਸੀਪਲਸ ਹੋਣੇ ਜਿਨ੍ਹਾਂ 'ਤੇ ਤੁਸੀਂ ਖੜੇ ਰਹੋ। ਠੀਕ ਹੈ, ਇਹ ਬਾਰ-ਬਾਰ ਜਿਹੜਾ ਓਪਰਚੁਨਿਟੀ ਦੇ ਆਧਾਰ 'ਤੇ ਜਿਹੜਾ ਹੈ ਅਵਸਰਵਾਦ ਨੂੰ ਦੇਖਦੇ ਹੋਏ, ਆਪਣੇ ਨਿੱਜੀ ਹਿੱਤਾਂ ਨੂੰ ਸਾਧਦੇ ਹੋਏ ਬਾਰ-ਬਾਰ ਪਾਰਟੀਆਂ ਜਿਹੜੀਆਂ ਹੈ ਉਹ ਆਮ ਜਨਤਾ ਦੇ ਨਾਲ ਧੋਖਾ ਨਾ ਕਮਾਉਣ, ਨਾ ਇਹ ਉਮੀਦਵਾਰਾਂ ਵੱਲੋਂ ਕੀਤਾ ਜਾਵੇ, ਨਾ ਇਹ ਦਲਾਂ ਵੱਲੋਂ ਕੀਤਾ ਜਾਵੇ। ਕਹਿੰਦੇ ਜੀ ਰਾਜਨੀਤਿਕ ਦਲ ਜਿਹੜੇ ਆ ਉਹ ਲੋਕਤੰਤਰ ਦੀ ਰੀੜ੍ਹ ਦੀ ਹੱਡੀ ਨੇ, ਬਿਲਕੁਲ ਸਪਾਈਨ ਨੇ, ਕਿਉਂਕਿ ਲੋਕਤੰਤਰ ਦੇ ਵਿੱਚ ਕੀ ਹੈ, ਉਹ ਚੋਇਸ ਹੋਣੀ ਜਿਹੜੀ ਆ ਉਹ ਜ਼ਰੂਰੀ ਹੈ, ਚੋਇਸ ਹੋਣੀ ਜ਼ਰੂਰੀ ਹੈ। ਠੀਕ ਹੈ ਨਾ, ਚੋਇਸ ਹੋਣੀ ਜ਼ਰੂਰੀ ਹੈ, ਤਾਂ ਉਹ ਚੋਇਸ ਕੌਣ ਦਊਗਾ? ਉਹ ਰਾਜਨੀਤਿਕ ਦਲਾਂ ਵੱਲੋਂ, ਜਿਹੜੇ ਵੱਖ-ਵੱਖ ਵਿਚਾਰਧਾਰਾ ਰੱਖਣ ਵਾਲੇ ਦਲ ਨੇ ਉਹਨਾਂ ਵੱਲੋਂ ਦਿੱਤੀ ਜਾਂਦੀ ਹੈ। ਵੱਖਰੀ ਪਾਰਟੀ ਇੱਕ ਨਵੀਂ ਕਦੋਂ ਬਣਦੀ ਹੈ? ਜਦੋਂ ਪੁਰਾਣੀ ਵਿਚਾਰਧਾਰਾ ਨਾਲ ਤੁਸੀਂ ਸਹਿਮਤ ਨਹੀਂ ਹੋ। ਠੀਕ ਹੈ ਨਾ, ਜੇ ਉੱਥੇ ਕੋਈ ਪਾਰਟੀ ਨਹੀਂ ਹੈ, ਜੇ ਉੱਥੇ ਚੋਇਸ ਹੀ ਨਹੀਂ ਹੈ ਉੱਥੇ ਲੋਕਾਂ ਦੇ, ਜਿਵੇਂ ਹੁਣ ਚਾਈਨਾ ਹੈ, ਉੱਥੇ ਇੱਕੋ ਹੀ ਪਾਰਟੀ ਜਿਹੜੀ ਹੈ ਉਹ ਕੰਮ ਕਰਦੀ ਹੈ। ਸ਼ਾਇਦ ਛੋਟੀਆਂ-ਮੋਟੀਆਂ ਹੋਰ ਪਾਰਟੀਆਂ ਵੀ ਹੋਣਗੀਆਂ, ਲੇਕਿਨ ਮੇਨ ਇੱਕੋ ਹੀ ਪਾਰਟੀ ਹੈ, ਕਮਿਊਨਿਸਟ ਪਾਰਟੀ। ਠੀਕ ਹੈ, ਉਹਦੇ ਵੱਲੋਂ ਹੀ ਆਪਣੇ 2 ਕੈਂਡੀਡੇਟ ਜਿਹੜੇ ਐਲਾਨ ਦਿੱਤੇ ਜਾਂਦੇ, ਮਤਲਬ ਵਿਚਾਰਧਾਰਾ ਦਾ ਤਾਂ ਕੋਈ ਉਹ ਸੰਘਰਸ਼ ਹੋ ਹੀ ਨਹੀਂ ਸਕਦਾ ਨਾ। ਜਿਵੇਂ ਹੁਣ ਭਾਰਤ ਦੇ ਵਿੱਚ ਵਿਚਾਰਧਾਰਾ ਦਾ ਸੰਘਰਸ਼ ਪਾਇਆ ਜਾਂਦਾ ਵੈ ਕਿ ਜਿਹੜੀ ਕਾਂਗਰਸ ਪਾਰਟੀ ਹੈ ਉਹਨੂੰ ਲਿਬਰਲ ਪਾਰਟੀ ਮੰਨਿਆ ਜਾਂਦਾ ਵੈ। ਠੀਕ ਹੈ, ਤੇ ਜਿਹੜੀ BJP ਆ ਉਹਨੂੰ ਕੱਟੜ ਪਾਰਟੀ ਮੰਨ ਲੈਂਦੇ, ਮਤਲਬ ਇੱਦਾਂ ਸੁਣਿਆ ਹੈ। ਮੇਰੀ ਕੋਈ ਆਪਣੀ ਕੋਈ ਰਾਏ ਨਹੀਂ ਹੈ ਇਹਦੇ ਵਿੱਚ, ਮੈਂ ਜੋ ਅਖਬਾਰਾਂ ਚ ਪੜ੍ਹਦਾ ਦੇਖਦਾ ਰਹਿਣਾ, ਮੈਂ ਉਹੀ ਤੁਹਾਨੂੰ ਦੱਸ ਰਿਹਾ ਵਾਂ। ਠੀਕ ਹੈ, ਸੋ ਜਿਹੜੀ ਤੁਹਾਡੀ ਉੱਥੇ ਪਾਰਟੀ ਹੈ ਚਾਈਨਾ 'ਚ, ਉਹ ਹੈ CP, ਯਾਨੀ ਕਿ ਕਮਿਊਨਿਸਟ ਪਾਰਟੀ ਹੈ, ਕਮਿਊਨਿਸਟ ਪਾਰਟੀ ਆਫ ਚਾਈਨਾ ਹੋਏਗੀ ਉਹਦਾ ਨਾਮ। ਤਾਂ ਕਮਿਊਨਿਸਟ ਪਾਰਟੀ ਵੱਲੋਂ 2 ਕੈਂਡੀਡੇਟ ਜਿਹੜੇ ਹੈ ਐਲਾਨ ਦਿੱਤੇ ਜਾਂਦੇ ਆ। ਠੀਕ ਹੈ, ਵਿਚਾਰਧਾਰਾ ਦੀ ਤਾਂ ਕੋਈ ਜੰਗ ਹੀ ਨਹੀਂ ਹੈਗੀ, ਉਹ ਕਹਿੰਦੇ ਇਹਨਾਂ ਦੋਨਾਂ 'ਚ ਹੀ ਚੁਣ ਲਓ ਜਿਹੜਾ ਚੁਣਨਾ ਹੋਵੇ। ਠੀਕ ਹੈ, ਉੱਥੇ ਉਹਨਾਂ ਲੋਕਾਂ ਕੋਲ ਜੋ ਹੈ ਉਹ ਰਾਜਨੀਤਿਕ ਦਲ ਜਿਹੜੇ ਆ, ਬਹੁਦਲੀ ਪ੍ਰਣਾਲੀ ਨਹੀਂ ਹੈਗੀ ਰਾਜਨੀਤਿਕ ਦਲਾਂ ਦੀ, ਜਿਹਦੇ ਕਰਕੇ ਉਹਨਾਂ ਦੀ ਲੋਕਤੰਤਰ ਜਿਹੜਾ ਹੈ ਉੱਥੇ ਚੋਇਸ ਨਾ ਹੋਣ ਕਰਕੇ ਜੋ ਹੈ ਉਹ ਇੱਕ ਕਮਜ਼ੋਰ ਲੋਕਤੰਤਰ ਜਾਂ ਸਿਊਡੋ ਲੋਕਤੰਤਰ, ਦਿਖਾਵੇ ਦਾ ਲੋਕਤੰਤਰ ਹੀ ਮੰਨਿਆ ਜਾਏਗਾ ਉਹਨੂੰ, ਚਾਈਨਾ ਨੂੰ। ਸਿਧਾਂਤਾਂ ਤੇ ਆਧਾਰਿਤ ਸੰਗਠਿਤ ਰਾਜਨੀਤਿਕ ਦਲ ਲੋਕਤੰਤਰ ਵਿੱਚ ਸਥਿਰਤਾ ਤੇ ਮਜ਼ਬੂਤੀ ਲਿਆਉਂਦੇ ਨੇ। ਜੇ ਤੁਸੀਂ ਅਵਸਰਵਾਦ ਦੇ ਮਤਲਬ ਸਿਰਫ ਅਵਸਰਵਾਦ ਹੀ ਦੇਖੋਗੇ, ਓਪਰਚੁਨਿਟੀ ਦੇਖੋਗੇ, ਤਾਂ ਜਿਵੇਂ ਕਿ ਮੈਂ ਪਿਛਲੀ ਵੀਡੀਓ 'ਚ ਐਗਜ਼ਾਮਪਲ ਦਿੱਤੀ ਸੀ ਕਿ BJP ਨੂੰ ਜੋ ਹੈ ਉਹ 50 ਸੀਟਾਂ ਚਾਹੀਦੀਆਂ ਸੀ, 50 MP ਹੋਰ ਚਾਹੀਦੇ ਸੀਗੇ ਸਰਕਾਰ ਬਣਾਉਣ ਵਾਸਤੇ, 273 MP ਪੂਰੇ ਕਰਨ ਲਈ। ਉਹਨਾਂ ਨੇ BSP ਵਾਲਿਆਂ ਨੂੰ ਮਨਾ ਲਿਆ, ਔਰ ਸਪੋਜ਼ ਕਰ ਲਓ ਕਿਸੇ ਇੱਕ ਹੋਰ ਪਾਰਟੀ ਨੂੰ ਜੋ ਹੈ ਉਹਨਾਂ ਨੂੰ ਵੀ, ਕਾਂਗਰਸ ਨੂੰ ਸਪੋਜ਼ ਕਰ ਲਓ, ਉਹਨਾਂ ਨੂੰ ਵੀ 50 ਹੀ MP ਚਾਹੀਦੇ ਸੀਗੇ ਸਰਕਾਰ ਬਣਾਉਣ ਲਈ, ਦੋਨਾਂ ਦੀ। ਠੀਕ ਹੈ, ਤਾਂ ਅੱਜ BSP ਵਾਲਿਆਂ ਨੇ ਨਾ ਕੀ ਹੋਇਆ, ਅੱਜ ਜੁਆਇਨ ਕਰ ਲਿਆ BJP ਨੂੰ, ਲੇਕਿਨ ਥੋੜੇ ਦਿਨ ਬਾਅਦ BJP ਨਾਲ ਦਾਲ ਨਹੀਂ ਗਲੀ। ਠੀਕ ਹੈ, ਛਾਲ ਮਾਰ ਕੇ ਕਿਤੇ ਚਲ ਗਏ ਕਾਂਗਰਸ, ਮਤਲਬ ਸਰਕਾਰ BJP ਦੀ ਅੱਜ ਬਣਾਈ ਸੀਗੀ, ਢਾਹ ਦਿੱਤੀ, ਹੁਣ ਕਾਂਗਰਸ ਦੀ ਬਣਵਾਤੀ। ਥੋੜੇ ਦਿਨ ਬਾਅਦ ਫਿਰ ਦਿਲ ਕੀਤਾ ਕਾਂਗਰਸ ਤੋਂ ਵਾਪਸ ਆ ਗਏ BJP, ਮਤਲਬ ਇਹੀ ਕੁਝ ਕਰਦੇ ਰਹਿਣਗੇ। ਠੀਕ ਹੈ, ਸੋ ਇਦਾਂ ਦੇ ਬਹੁਤ ਸਾਰੇ ਦਲ ਨੇ, ਛੁੱਟਪੁੱਟ ਦਲ ਜਿਹੜੇ ਹੈਗੇ ਆ ਉਹ ਨੈਸ਼ਨਲ ਪਾਰਟੀ ਨੂੰ ਜੋ ਹੈ ਉਹ ਕਿਸੇ ਨਾ ਕਿਸੇ ਤਰੀਕੇ ਬਲੈਕਮੇਲ ਕਰਦੇ ਰਹਿੰਦੇ ਨੇ, ਤੇ ਰਾਜਨੀਤਿਕ ਅਸਥਿਰਤਾ ਜੋ ਹੈ ਲੋਕਤੰਤਰ ਦੇ ਵਿੱਚ ਬਣੀ ਰਹਿੰਦੀ ਹੈ। ਕਿਉਂਕਿ ਇਹ ਜਿਹੜੀਆਂ ਪਾਰਟੀਆਂ, ਜਿਹੜੀਆਂ ਛੋਟੀ-ਮੋਟੀ ਪਾਰਟੀਆਂ ਨੇ, ਉਹਨਾਂ ਵੱਲੋਂ ਸਿਧਾਂਤਾਂ ਤੇ ਕੰਮ ਨਹੀਂ ਕੀਤਾ ਜਾਂਦਾ, ਉਹਨਾਂ ਤੋਂ ਸਿਰਫ ਅਫਸਰ ਦੇ ਅਨੁਸਾਰ ਜੋ ਹੈ, ਮੌਕੇ ਦੇ ਅਨੁਸਾਰ ਜਿਹੜਾ ਹੈ, ਮੌਕਾ ਪ੍ਰਸਤੀ ਦੇ ਅਨੁਸਾਰ, ਆਪਣੇ ਹਿੱਤਾਂ ਦੇ ਅਨੁਸਾਰ, ਨਿੱਜੀ ਹਿੱਤਾਂ ਦੇ ਅਨੁਸਾਰ ਜਿਹੜਾ ਹੈ ਉਹ ਕੰਮ ਕੀਤਾ ਜਾਂਦਾ, ਜਿਹਦੇ ਕਰਕੇ ਲੋਕਤੰਤਰ ਦੇ ਵਿੱਚ ਅਸਥਿਰਤਾ ਜੋ ਹੈ ਉਹ ਪਾਈ ਜਾਂਦੀ ਹੈ। ਠੀਕ ਹੈ ਜੀ, ਉਸ ਤੋਂ ਬਾਅਦ ਜਾਤੀਵਾਦੀ ਤੇ ਸੰਪਰਦਾਇਕਤਾ ਦੇ ਆਧਾਰਿਤ ਦਲ, ਮੈਂ ਪਿਛਲੇ ਉਹਦੇ ਵੀਡੀਓ 'ਚ ਐਗਜ਼ਾਮਪਲ ਦਿੱਤਾ ਵੀ ਸੀਗਾ ਕਿ ਜਿਵੇਂ ਮੈਂ ਐਗਜ਼ਾਮਪਲ ਦਿੱਤਾ ਸੀਗਾ ਕਿ ਜਿਹੜੀ ਤੁਹਾਡੀ SP ਹੈ, ਯਾਨੀ ਕਿ ਸਮਾਜਵਾਦੀ ਪਾਰਟੀ ਹੈ, ਉਹ ਇਹ ਮੰਨਿਆ ਜਾਂਦਾ ਕਿ ਉਹ ਸਿਰਫ ਯਾਦਵ ਦੀ ਪਾਰਟੀ ਹੈ, ਜਾਂ BSP ਹੈ ਉਹਨੂੰ ਸਿਰਫ ਔਰ ਸਿਰਫ ਦਲਿਤਾਂ ਦੀ ਪਾਰਟੀ ਮੰਨਿਆ ਜਾਂਦਾ ਹੈ। ਸੋ ਇਹੋ ਜਿਹੀ ਪਾਰਟੀਆਂ ਜਿਹੜੀਆਂ ਹੈਗੀਆਂ ਵੈ, ਇਹੋ ਜਿਹੇ ਦਲ ਜਿਹੜੇ ਹੈ ਉਹ ਲੋਕਤੰਤਰ ਦੀ ਜਿਹੜੀ ਛਵੀ ਹੈ ਉਹਨਾਂ ਨੂੰ ਧੂਮਿਲ ਕਰਦੇ ਆ। ਮੈਂ ਇੱਕ ਇਹਨਾਂ ਦੇ ਪਾਰਟੀਆਂ ਦੇ ਨਿਸ਼ਾਨਾ ਨਹੀਂ ਸਾਧ ਰਿਹਾ, ਮੇਰਾ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ, ਮੇਰੀ ਇਹਨਾਂ ਦਾ ਕੋਈ ਦੁਸ਼ਮਣੀ ਨਹੀਂ ਹੈਗੀ, ਮੈਂ ਤਾਂ ਸਿਰਫ ਐਗਜ਼ਾਮਪਲ ਲੈ ਰਿਹਾ ਵਾਂ, ਔਰ ਜੋ ਫੈਕਟ ਦੇ ਵਿੱਚ ਅਕਸਰ ਹੁੰਦਾ ਰਹਿੰਦਾ ਹੈ ਉਹਦੇ ਬਾਰੇ ਤੁਹਾਨੂੰ ਦੱਸ ਰਿਹਾ ਵਾਂ। ਠੀਕ ਹੈ, ਮੇਰੇ ਇਹਦੇ 'ਤੇ ਕੋਈ ਵੀ ਵਿਊ ਨਹੀਂ ਨੇ। ਓਕੇ, ਠੀਕ ਹੈ ਜੀ। ਉਸ ਤੋਂ ਬਾਅਦ ਆਵਲੀ ਗੱਲ ਤਾਂ ਜਿਹੜੀ ਹੈ, ਮਤਲਬ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਵਾਂ ਕਿ ਭਾਰਤ ਵਿੱਚ ਸੰਵਿਧਾਨ ਲਾਗੂ ਹੋਣ ਤੇ 1950 ਤੋਂ ਹੀ ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਵੋਟ ਦਾ ਅਧਿਕਾਰ ਦਿੱਤਾ। ਰਾਜਨੀਤਿਕ ਸਮਾਨਤਾ ਤਾਂ ਤੁਸੀਂ ਲੈ ਆਉਂਦੀ ਸੀਗੀ, ਤੁਹਾਡੇ ਦੇਸ਼ ਆਰਥਿਕ ਸਮਾਨਤਾ ਦੀ ਹਲੇ ਘਾਟ ਹੈ। ਠੀਕ ਹੈ, ਜਦਕਿ ਵੱਡੇ ਤੇ ਵਿਕਸਿਤ ਦੇਸ਼ ਅਮਰੀਕਾ ਜਿਹੜੇ ਹੈ ਉਹਨਾਂ ਵੱਲੋਂ ਇਹ ਅਧਿਕਾਰ ਜਿਹੜੇ ਹੈ ਪੁਰਸ਼ਾਂ ਤੋਂ ਕਾਫੀ ਦੇਰ ਬਾਅਦ ਜਿਹੜੇ ਮਹਿਲਾਵਾਂ ਨੂੰ ਦਿੱਤੇ ਗਏ। ਸ਼ਾਇਦ 1960s ਦੇ ਵਿੱਚ ਜਾ ਕੇ ਉਹਨਾਂ ਨੇ ਮਹਿਲਾਵਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਸੀਗਾ। ਤਾਂ ਮਤਲਬ ਉਹ ਮਹਿਲਾਵਾਂ ਨੂੰ ਵੋਟ ਪਾਉਣ ਦੇ ਲਾਇਕ ਹੀ ਨਹੀਂ ਸਮਝਦੇ ਸੀ, ਮਤਲਬ, ਲੇਕਿਨ ਕਹਾਉਣ ਨੂੰ ਜਿਹੜੇ ਉਹ ਇੱਕ ਆਪਣੇ ਆਪ ਨੂੰ ਇੱਕ ਬਹੁਤ ਵੱਡੀ ਡੈਮੋਕ੍ਰੇਸੀ ਕਹਾਉਂਦੇ ਨੇ। ਠੀਕ ਹੈ ਜੀ, ਉਸ ਤੋਂ ਬਾਅਦ ਹੁਣ ਮੈਂ ਗੱਲ ਕਰਨੀ ਹੈ ਜੀ 9ਵੇਂ ਨੰਬਰ ਪੁਆਇੰਟ ਦੀ, ਨਿਆਂਪਾਲਿਕਾ ਦੀ ਸੁਤੰਤਰਤਾ ਦੀ ਜਿਹੜੀ ਹੈ ਉਹ ਮੈਂ ਗੱਲ ਤੁਹਾਡੇ ਨਾਲ ਕਰਨ ਜਾ ਰਿਹਾ ਹਾਂ। 9ਵੇਂ ਪੁਆਇੰਟ ਦੇ ਵਿੱਚ ਨਿਆਂਪਾਲਿਕਾ ਦੀ ਸੁਤੰਤਰਤਾ ਦੀ ਗੱਲ ਕੀਤੀ ਜਾ ਰਹੀ ਹੈ। ਜਿਵੇਂ ਕਿ ਮੈਂ ਪਹਿਲਾਂ ਦੱਸ ਚੁੱਕਿਆ, ਸ਼ਾਸਨ ਦੇ ਕਿੰਨੇ ਅੰਗ ਨੇ? 3 ਅੰਗ ਨੇ। ਠੀਕ ਹੈ ਜੀ, ਔਰ ਤਿੰਨੋਂ ਅੰਗ ਜਿਹੜੇ ਆ ਇੱਕ ਦੂਜੇ ਦੇ ਚੈੱਕ ਐਂਡ ਬੈਲੈਂਸ ਦਾ ਕੰਮ ਕਰਦੇ ਆ। ਮੈਂ ਤੁਹਾਨੂੰ ਆਲਰੇਡੀ ਇਹ ਵੀ ਦੱਸਿਆ ਹੋਇਆ ਹੈ, ਜੀ ਤੁਸੀਂ ਚੈਪਟਰ ਮੇਰੇ ਨਾਲ 12 ਕੀਤਾ ਹੈ, ਕਿ ਕਾਰਜਪਾਲਿਕਾ ਤੇ ਜਿਹੜੀ ਹੈ ਉਹ ਵਿਧਾਨਪਾਲਿਕਾ ਕਿਵੇਂ ਕੰਟਰੋਲ ਜਿਹੜਾ ਹੈ ਬਣਾ ਕੇ ਰੱਖਦੀ ਹੈ। ਕਾਰਜਪਾਲਿਕਾ ਨੂੰ ਵਿਧਾਨਪਾਲਿਕਾ ਦੇ ਪ੍ਰਤੀ ਜੋ ਹੈ ਕਿਵੇਂ ਜੋ ਹੈ ਉਹ
ਜਵਾਬਦੇਹ ਬਣਾਇਆ ਜਾਂਦਾ ਹੈ। ਹੁਣ ਇਹਨਾਂ ਦੋਨਾਂ ਦੇ ਉੱਤੇ ਜਿਹੜੀ ਹੈ ਉਹ ਇਹਨਾਂ ਦੋਨਾਂ ਦੇ ਉੱਤੇ ਕੰਟਰੋਲ ਕੌਣ ਕਰਦਾ? ਇਹਨਾਂ ਦੋਨਾਂ ਨੂੰ ਕੰਟਰੋਲ ਨਹੀਂ ਕਰਦਾ, ਇਹਨਾਂ ਨੂੰ ਚੈੱਕ ਐਂਡ ਬੈਲੈਂਸ ਕਰਦਾ ਵੈ ਕਿ ਜੇ ਇਹਨਾਂ ਵੱਲੋਂ ਕਦੇ ਕੁਝ ਗਲਤ ਕੀਤਾ ਜਾ ਰਿਹਾ ਹੈ, ਠੀਕ ਹੈ, ਤਾਂ ਇਹਨਾਂ ਨੂੰ ਉਹ ਕੰਮ ਕਰਨ ਤੋਂ ਰੋਕਿਆ ਜਾਂਦਾ ਹੈ ਨਿਆਂਪਾਲਿਕਾ ਵੱਲੋਂ। ਸਾਡੇ ਦੇਸ਼ ਦੀ ਜੋ ਹੈ ਉਹ ਸੁਪਰੀਮ ਕੋਰਟ ਤੇ ਹਾਈ ਕੋਰਟ ਵੱਲੋਂ, ਠੀਕ ਹੈ, ਤੇ ਨਿਆਂਪਾਲਿਕਾ ਹੋ ਗਈ ਸੁਪਰੀਮ ਕੋਰਟ, ਹਾਈ ਕੋਰਟ ਤੇ ਜਿਹੜੇ ਸੁਬੋਰਡੀਨੇਟ ਕੋਰਟਸ ਨੇ ਜਿਹੜੇ ਡਿਸਟ੍ਰਿਕਟ ਲੈਵਲ ਤੇ ਮਿਲਦੇ ਨੇ। ਸੁਤੰਤਰਤਾ ਦੀ ਕੀ ਗੱਲ ਹੈ? ਜਿਵੇਂ ਕਿ ਮੈਂ ਤੁਹਾਨੂੰ ਯਾਦ ਹੋਵੇ, ਜੇ ਤੁਸੀਂ ਮੇਰੇ ਨਾਲ ਚੈਪਟਰ 12 ਤੇ ਚੈਪਟਰ 13 ਪੜ੍ਹਿਆ, ਮੈਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਗੱਲ ਕੀਤੀ ਸੀਗੀ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਗੱਲ ਕੀਤੀ ਸੀ, ਉੱਥੇ ਮੈਂ ਤੁਹਾਨੂੰ ਸੰਵਿਧਾਨਿਕ ਸੰਸਥਾਵਾਂ ਬਾਰੇ ਦਾ ਜ਼ਿਕਰ ਕੀਤਾ ਸੀਗਾ, ਕੌਨਸਟੀਟਿਊਸ਼ਨਲ ਬਾਡੀਜ਼ ਦੀ ਗੱਲ ਕੀਤੀ ਸੀ, ਠੀਕ ਹੈ ਜੀ। ਉੱਥੇ ਮੈਂ ਦੱਸਿਆ ਸੀ ਕਿ ਸੰਵਿਧਾਨਿਕ ਸੰਸਥਾਵਾਂ ਦੀ ਜੋ ਆਜ਼ਾਦੀ ਹੈ, ਜਿਹੜੀ ਸੁਤੰਤਰਤਾ ਹੈ, ਉਹਨੂੰ ਕਿਵੇਂ ਮਤਲਬ ਜੋ ਹੈ ਉਹ ਕਿਵੇਂ ਬਚਾ ਕੇ ਰੱਖਿਆ ਜਾਂਦਾ ਹੈ। ਮੈਂ ਤੁਹਾਨੂੰ ਦੱਸਿਆ ਸੀ ਕਿ ਉਹਨਾਂ ਦੀ ਚੋਣ ਕਿਵੇਂ ਹੁੰਦੀ ਹੈ, ਉਹਨਾਂ ਨੂੰ ਕਿਵੇਂ ਉਹਨਾਂ ਦੀ ਪਦਵੀ ਤੋਂ ਹਟਾਇਆ ਜਾ ਸਕਦਾ ਹੈ, ਉਹਨਾਂ ਦੀ ਸੈਲਰੀ ਨੂੰ ਘੱਟ ਨਹੀਂ ਕੀਤਾ ਜਾ ਸਕਦਾ, ਉਹਨਾਂ ਨੂੰ ਹਟਾਉਣਾ ਜਿਹੜੀ ਉਹਨਾਂ ਦੀ ਪੋਸਟ ਤੋਂ ਇੰਨਾ ਆਸਾਨ ਨਹੀਂ ਹੈ, ਫਿਕਸਡ ਪੀਰੀਅਡ ਜਿਹੜਾ ਹੈ, ਫਿਕਸਡ ਟੈਨਿਓਰ ਦਿੱਤਾ ਜਾਂਦਾ ਹੈ। ਸੋ ਇੱਦਾਂ ਹੀ ਨਿਆਂਪਾਲਿਕਾ ਦੀ ਸੁਤੰਤਰਤਾ ਸਾਡੇ ਦੇਸ਼ ਦੇ ਵਿੱਚ ਵੀ ਜੋ ਹੈ ਉਹ ਤੈਅ ਕੀਤੀ ਗਈ ਹੈ। ਔਰ ਕਿਉਂਕਿ ਨਿਆਂਪਾਲਿਕਾ ਜੋ ਹੈ ਉਸ ਨੂੰ ਸੰਵਿਧਾਨਿਕ ਸੰਸਥਾ ਮੰਨਿਆ ਜਾਂਦਾ ਹੈ। ਤੁਹਾਨੂੰ ਉਹ ਵੀਡੀਓਜ਼ ਤੁਸੀਂ ਮੇਰੀਆਂ ਪਿੱਛੇ ਦੇਖੀਆਂ, ਤੁਸੀਂ ਇਸ ਚੀਜ਼ ਨੂੰ ਬਿਲਕੁਲ ਈਜ਼ੀਲੀ ਰਿਲੇਟ ਕਰ ਪਾ ਰਹੇ ਹੋ, ਕਿਉਂਕਿ ਜੱਜਾਂ ਨੂੰ ਜਿਹੜਾ ਟਾਈਮ ਪੀਰੀਅਡ ਦਿੱਤਾ ਜਾ ਰਿਹਾ ਉਹ ਵੀ ਫਿਕਸ ਦਿੱਤਾ ਜਾ ਰਿਹਾ ਕਿ ਤੁਸੀਂ 62 ਜਾਂ 65 ਦੀ ਏਜ ਤੱਕ ਜਿਹੜੇ ਹੈ ਰਿਟਾਇਰ ਹੋਵੋਗੇ। ਤੁਹਾਡੀ ਸੈਲਰੀ ਨੂੰ ਤੁਹਾਡੇ ਪੀਰੀਅਡ ਦੇ ਦੌਰਾਨ ਜਿਹੜਾ ਹੈ ਉਹ ਘੱਟ ਨਹੀਂ ਕੀਤਾ ਜਾਏਗਾ, ਤੁਹਾਡੀ ਸਰਵਿਸ ਦੇ ਦੌਰਾਨ ਜਿਹੜਾ ਹੈ ਉਹ ਘੱਟ ਨਹੀਂ ਕੀਤਾ ਜਾ ਸਕਦਾ। ਜੇ ਤੁਹਾਨੂੰ ਹਟਾਉਣਾ ਹੋਵੇ ਤਾਂ ਸੰਸਦ ਦੇ ਵਿੱਚ ਜਿਹੜੀ ਹੈਗੀ ਉਹ ਵਿਸ਼ੇਸ਼ ਬਹੁਮਤ ਚਾਹੀਦਾ ਹੋਏਗਾ, ਔਰ 2/3 ਦੀ ਮੈਜੋਰਟੀ ਜਿਹੜੀ ਕਿ ਮਿਲਣੀ ਬੜੀ ਔਖੀ ਹੁੰਦੀ ਹੈ ਦੋਨੋਂ ਸਦਨਾਂ ਦੇ ਵਿੱਚ ਵੱਖ-ਵੱਖ, ਠੀਕ ਹੈ, ਉਹਦੇ ਰਾਹੀਂ ਤੁਹਾਨੂੰ ਹਟਾਇਆ ਜਾਏਗਾ। ਸੋ ਨਿਆਂਪਾਲਿਕਾ ਦੀ ਸੁਤੰਤਰਤਾ ਸਾਡੇ ਦੇਸ਼ ਇੱਦਾਂ ਜਿਹੜੀ ਹੈ ਉਹ ਤੈਅ ਕੀਤੀ ਜਾਂਦੀ ਹੈ। ਸੋ ਕਹਿੰਦਾ ਇੱਕ ਸੱਚੇ ਲੋਕਤੰਤਰ ਵਿੱਚ ਨਿਆਂਪਾਲਿਕਾ ਦੀ ਸੁਤੰਤਰਤਾ ਬਹੁਤ ਜ਼ਰੂਰੀ ਹੈ, ठीक है, आम लाइन है। न्यायपालिका का ईमानदार ते निडर होना जरूरी है। ईमानदार ते निडर दोनों पॉइंट समझते हैं। हुणे रीसेंट दे विच की होया कि भारत दे जो चीफ जस्टिस ऑफ इंडिया सीगे, चीफ जस्टिस ऑफ इंडिया यानी कि मुख न्यायाधीश सीगे, यानी कि जिहड़े सुप्रीम कोर्ट दे विच जिहड़ा एक तरह के चेयरमैन होणगे, ठीक है, जिहड़े मुख न्यायाधीश ने उन्हां वल्लों राज्य सभा दे ਉਹਨਾਂ ਨੂੰ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਗਿਆ ਉਹਨਾਂ ਦੇ ਰਿਟਾਇਰ ਹੋਣ ਤੋਂ ਬਾਅਦ। ਹੁਣ ਬਹੁਤ ਸਾਰੇ ਲੋਕਾਂ ਦਾ ਤੁਸੀਂ ਰਾਜ ਸਭਾ ਦਾ ਮੈਂਬਰ ਕਿਵੇਂ ਬਣਦਾ ਤੁਹਾਨੂੰ ਪਿਛਲੀ ਵੀਡੀਓਜ਼ ਤੋਂ ਪਤਾ ਹੋਣਾ ਚਾਹੀਦਾ ਹੈ, ਚੈਪਟਰ 12 ਚੈਪਟਰ 13, ਠੀਕ ਹੈ। ਤਾਂ ਰਾਜ ਸਭਾ ਦਾ ਮੈਂਬਰ ਕਿਵੇਂ ਬਣਦਾ ਚੈਪਟਰ 12 ਦੇ ਵਿੱਚ ਦੱਸਿਆ ਹੋਇਆ ਹੈ, ਠੀਕ ਹੈ। ਸੋ CGI ਨੂੰ ਜੋ ਹੈ ਉਹ ਰਾਜ ਸਭਾ ਦਾ ਜੋ ਹੈ ਉਹ MP ਬਣਾ ਦਿੱਤਾ ਗਿਆ, ਠੀਕ ਹੈ। ਹੁਣ ਬਹੁਤ ਸਾਰੇ ਲੋਕਾਂ ਨੇ ਸਵਾਲ ਚੁੱਕਿਆ ਕਿ ਇਹ ਜਿਹੜੇ CGI ਸਾਹਿਬ ਸੀਗੇ ਨਾ, ਇਹਨਾਂ ਵੱਲੋਂ ਆਲਰੇਡੀ ਜੋ ਹੈ ਉਹ ਕੁਝ ਪਾਰਟੀਆਂ ਨਾਲ, ਸ਼ਾਇਦ ਸੱਤਾਧਾਰੀ ਪਾਰਟੀ ਹੈ ਉਹਨਾਂ ਦੇ ਨਾਲ ਜਿਹੜਾ ਹੈ ਉਹ ਡੀਲ ਕਰ ਲਈ ਗਈ ਸੀ ਕਿ ਤੁਸੀਂ ਦੱਸੋ ਕਿਹੜੇ ਕੇਸ ਦੇ ਵਿੱਚ ਤੁਸੀਂ ਮੇਰੇ ਕੀ ਕਹਿੰਦੇ ਹੁੰਦੇ ਕਿਹੜੇ ਕੇਸ ਦੇ ਵਿੱਚ ਜੋ ਹੈ ਸਰਕਾਰ ਦੀ ਮਦਦ ਕਰੋਗੇ ਜਦੋਂ ਇਹ ਰਿਟਾਇਰ ਹੋਣ ਲੱਗੇ ਉਦੋਂ ਠੀਕ ਹੈ। ਤੇ ਮੈਨੂੰ ਤੁਸੀਂ ਹੈ ਜਦੋਂ ਹੀ ਮੈਂ ਰਿਟਾਇਰ ਹੋਇਆ ਮੈਨੂੰ ਰਾਜ ਸਭਾ MP ਜਿਹੜਾ ਬਣਾ ਦਿਓ। ਮਤਲਬ ਇਹ ਲੋਕਾਂ ਦਾ ਇਲਜ਼ਾਮ ਹੈ, ਇਹ ਸੱਚ ਕਿੰਨਾ ਹੈ ਝੂਠ ਕਿੰਨਾ ਮੈਨੂੰ ਕੁਝ ਨਹੀਂ ਪਤਾ, ਠੀਕ ਹੈ। ਸੋ ਇਹ ਇਲਜ਼ਾਮ ਜਿਹੜਾ ਹੈ ਉਹ ਲਾਇਆ ਗਿਆ ਇਹਨਾਂ ਤੇ ਕਿ ਤੁਸੀਂ ਸਰਕਾਰ ਦੇ ਨਾਲ ਡੀਲ ਕਰ ਲਈ ਸੀਗੀ, ਠੀਕ ਹੈ। ਤਾਂ ਇਹਦਾ ਮਤਲਬ ਹੋਇਆ ਕਿ ਜਿਹੜੀ ਤੁਹਾਡੀ ਜੁਡੀਸ਼ਰੀ ਹੈ, ਜਿਹੜੇ ਤੁਹਾਡੇ ਜੱਜ ਨੇ ਉਹ ਇਮਾਨਦਾਰ ਨਹੀਂ ਹੋਏ, ਠੀਕ ਹੈ ਨਾ। ਔਰ ਉਹਨਾਂ ਨੇ ਕਿਸੇ ਨਾ ਕਿਸੇ ਦਬਾਅ ਦੇ ਹੇਠ ਜਿਹੜਾ ਹੈ, ਚਾਹੇ ਉਹ ਲਾਲਚ ਸੀਗਾ ਚਾਹੇ ਦਬਾਅ ਸੀਗਾ, ਉਹਦੇ ਅਧੀਨ ਜਿਹੜਾ ਹੈ ਉਹ ਨਿਰਣੇ ਦਿੱਤੇ, ਠੀਕ ਹੈ। ਸੋ ਨਿਆਂਪਾਲਿਕਾ ਇੱਥੇ ਜੋ ਹੈ ਉਹ ਸੁਤੰਤਰ ਨਹੀਂ ਮੰਨੀ ਜਾ ਰਹੀ। ਸੁਤੰਤਰ ਨਿਆਂਪਾਲਿਕਾ ਲੋਕਾਂ ਦੇ ਅਧਿਕਾਰਾਂ ਤੇ ਆਜ਼ਾਦੀ ਦੀ ਰੱਖਿਅਕ ਮੰਨੀ ਜਾਂਦੀ ਹੈ। ਮੈਂ ਤੁਹਾਨੂੰ ਹੁਣੇ ਥੋੜੀ ਦੇਰ ਪਹਿਲੇ ਦੱਸ ਕੇ ਹਟਿਆ ਕਿ ਫੰਡਾਮੈਂਟਲ ਰਾਈਟਸ ਦਾ ਜੇ ਉਲੰਘਣ ਹੋਊਗਾ ਸਰਕਾਰ ਵੱਲੋਂ, ਤੁਸੀਂ ਕਿੱਥੇ ਜਾ ਸਕਦੇ ਹੋ? ਤੁਸੀਂ ਜਾ ਸਕਦੇ ਹੋ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਵਿੱਚ। ਇਹਨੂੰ ਤੁਹਾਡੀ ਜਿਹੜੇ ਅਧਿਕਾਰ ਨੇ, ਜਿਹੜੀ ਤੁਹਾਡੀ ਆਜ਼ਾਦੀ ਜਿਹੜੀ ਸਰਕਾਰ ਵੱਲੋਂ ਦਮਨ ਕੀਤਾ ਜਾ ਰਿਹਾ, ਉਹਨੂੰ ਸੁਨਿਸ਼ਚਿਤ ਕੀਤਾ ਜਾਊਗਾ ਕਿਹਦੇ ਵੱਲੋਂ? ਉਹ ਸੁਪਰੀਮ ਕੋਰਟ ਤੇ ਹਾਈ ਕੋਰਟ ਵੱਲੋਂ। ਇਸ ਲਈ ਤੁਹਾਡੀ ਆਜ਼ਾਦੀ ਦਾ ਰੱਖਿਅਕ ਕੌਣ ਹੈ? ਤੁਹਾਡੀ ਆਜ਼ਾਦੀ ਦਾ ਗਾਰਡੀਅਨ ਕੌਣ ਹੈ? ਉਹ ਹੈ ਸੁਤੰਤਰ ਨਿਆਂਪਾਲਿਕਾ। ਨਿਆਂਪਾਲਿਕਾ ਦੇ ਅੱਗੇ ਬਾਰ-ਬਾਰ ਜਿਹੜਾ ਹੈ ਉਹ ਐਡਜੈਕਟਿਵ ਲਾ ਰਹੇ ਸੁਤੰਤਰ, ਠੀਕ ਹੈ। ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਗੇ, ਆਜ਼ਾਦੀ ਦੀ ਰੱਖਿਆ ਕਰਨਗੇ। ਸੁਤੰਤਰ ਤੇ ਇਮਾਨਦਾਰ ਨਿਆਂਪਾਲਿਕਾ ਸਰਕਾਰਾਂ ਨੂੰ ਨਿਰੰਕੁਸ਼ ਹੋਣ ਤੇ ਰੋਕ ਲਾਉਂਦੀਆਂ ਨੇ। ਸਮਝ ਗਏ? ਮੈਂ ਆਲਰੇਡੀ ਦੱਸ ਚੁੱਕਿਆ, ਚੈੱਕ ਐਂਡ ਬੈਲੈਂਸ ਵਾਲਾ ਸਿਸਟਮ ਦੱਸਿਆ ਸੀ ਨਾ ਹੁਣੇ, ਕਿ ਜੇ ਕੁਝ ਸਰਕਾਰ ਵੱਲੋਂ ਗਲਤ ਕੀਤਾ ਜਾ ਰਿਹਾ ਹੈ ਤਾਂ ਇਸ ਤੇ ਰੋਕ ਕੌਣ ਲਾਏਗਾ? ਉਹ ਨਿਆਂਪਾਲਿਕਾ ਵੱਲੋਂ ਲਾਈ ਜਾਏਗੀ। ਲਾਰਡ ਭਾਈ ਸਾਹਿਬ ਦਾ ਨਾਮ ਕੀ ਹੈ? ਨਾਮ ਨਹੀਂ ਪੜਿਆ ਜਾ ਰਿਹਾ। ਲਾਰਡ ਬ੍ਰਾਈਸ ਦੇ ਅਨੁਸਾਰ ਕਿਸੇ ਵੀ ਦੇਸ਼ ਦੀ ਸਰਕਾਰ ਦੀ ਕਾਰਜਕੁਸ਼ਲਤਾ ਨੂੰ ਜਾਣਨ ਲਈ ਉਸ ਦੀ ਸੁਤੰਤਰ ਤੇ ਨਿਰਪੱਖ ਨਿਆਂਪਾਲਿਕਾ ਤੋਂ ਬਿਨਾਂ ਹੋਰ ਕੋਈ ਕਸੌਟੀ ਨਹੀਂ ਹੈ। ਜੇ ਤੁਸੀਂ ਨਿਆਂਪਾਲਿਕਾ ਦਾ ਕੰਮ ਦੇਖ ਲਓਗੇ, ਨਿਆਂਪਾਲਿਕਾ ਵੱਲੋਂ ਐਸੇ ਬਹੁਤ ਸਾਰੇ ਡਿਸੀਜਨ ਦਿੱਤੇ ਜਾ ਰਹੇ ਜਿਹੜੇ ਸਰਕਾਰ ਦੇ ਅਗੇਂਸਟ ਜਾ ਰਹੇ ਨੇ। ਸਰਕਾਰ ਨੂੰ ਜਿਹੜਾ ਹੈ ਬਾਰ-ਬਾਰ ਚਿਤਾਇਆ ਜਾਂਦਾ ਹੈ, ਵਾਰਨਿੰਗ ਦਿੱਤੀ ਜਾਂਦੀ ਹੈ, ਸਰਕਾਰ ਨੂੰ ਕੁਝ ਕੰਮ ਕਰਨ ਲਈ ਜਿਹੜਾ ਹੈ ਉਹ ਐਨਫੋਰਸ ਕੀਤਾ ਜਾਂਦਾ ਹੈ ਬਾਰ-ਬਾਰ ਕਿਸੇ ਜਗ੍ਹਾ ਦੀ ਨਿਆਂਪਾਲਿਕਾ ਵੱਲੋਂ। ਦੈਟ ਮੀਨਸ ਕਿ ਉਹ ਜਿਹੜੀ ਨਿਆਂਪਾਲਿਕਾ ਉਹ ਨਿਰਪੱਖ ਹੋ ਕੇ ਕੰਮ ਕਰ ਰਹੀ ਹੈ, ਸੁਤੰਤਰ ਹੋ ਕੇ ਕੰਮ ਕਰ ਰਹੀ ਹੈ, ਠੀਕ ਹੈ। ਤਾਂ ਜੇ ਇਹ ਨਿਆਂਪਾਲਿਕਾ ਚੰਗਾ ਕੰਮ ਕਰੇਗੀ ਤਾਂ ਸਰਕਾਰ ਦੀ ਕਾਰਜਕੁਸ਼ਲਤਾ ਜਿਹੜੀ ਹੈ, ਸਰਕਾਰ ਦੀ ਕਾਰਜਕੁਸ਼ਲਤਾ ਵੀ ਜਿਹੜੀ ਹੈ ਉਹ ਵਧੇਗੀ, ਕਿਉਂਕਿ ਸਰਕਾਰ ਜੋ ਹੈ ਉਹਨੂੰ ਵੀ ਮਜਬੂਰੀ ਦੇ ਵਿੱਚ ਚਾਹੇ ਮਜਬੂਰੀ 'ਚ ਚਾਹੇ
ਚਾਹੇ ਨਿਆਂਪਾਲਿਕਾ ਦੇ ਦਬਾਅ ਵਿੱਚ ਚੰਗੇ ਕੰਮ ਕਰਨੇ ਪੈਣਗੇ। ਉਸ ਤੋਂ ਬਾਅਦ ਰੂਲ ਆਫ ਲਾਅ, ਕਾਨੂੰਨ ਦਾ ਸ਼ਾਸਨ। ਜਦੋਂ ਮੈਂ ਕੱਲ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਆਰਟੀਕਲ 14 ਟੂ ਆਰਟੀਕਲ 18 ਪੜ੍ਹਾਇਆ, ਇਕੁਐਲਿਟੀ ਦੀ ਗੱਲ ਕੀਤੀ ਸੀ, ਉੱਥੇ ਮੈਂ ਕਾਨੂੰਨ ਦੇ ਸ਼ਾਸਨ ਦੀ ਗੱਲ ਕੀਤੀ ਸੀ ਆਰਟੀਕਲ 14 ਦੇ ਵਿੱਚ, ਜਿਹਦੇ ਵਿੱਚ ਮੈਂ ਕਿਹਾ ਸੀਗਾ ਕਿ ਕਿਸੇ ਵੀ ਦੇਸ਼ ਦਾ ਜੋ ਸ਼ਾਸਨ ਹੈ ਉਹ ਕਿਸੇ ਇੱਕ ਵਿਅਕਤੀ ਦੀ ਮਰਜ਼ੀ ਨਾਲ ਜਾਂ ਫਿਰ ਜਿਹੜਾ ਸਮੂਹ ਹੈ ਉਹਦੇ ਨਾਲ ਨਾ ਚੱਲ ਕੇ ਕਿਹਦੇ ਨਾਲ ਚੱਲ ਰਿਹਾ, ਉਹ ਭਾਰਤ ਦਾ ਜੋ ਸੰਵਿਧਾਨ ਹੈ ਉਹਦੇ ਰਾਹੀਂ ਜੋ ਹੈ ਭਾਰਤ ਦਾ ਸ਼ਾਸਨ ਚਲਾਇਆ ਜਾ ਰਿਹਾ ਹੈ। ਔਰ ਇਹਦੇ ਵਿੱਚ ਸਾਰੇ ਜਿਹੜੇ ਨਿਯਮ ਕਾਨੂੰਨ ਨੇ ਉਹ ਲਿਖਿਤ ਨੇ, ਔਰ ਲਿਖਿਤ ਨਿਯਮਾਂ ਕਾਨੂੰਨਾਂ ਦੇ ਅਨੁਸਾਰ ਜੋ ਹੈ ਦੇਸ਼ ਦਾ ਸ਼ਾਸਨ ਚਲਾਇਆ ਜਾਂਦਾ ਹੈ। ਕਹਿੰਦਾ ਕਾਨੂੰਨ ਦਾ ਸ਼ਾਸਨ ਜੋ ਹੈ ROL ਜਿਹੜਾ ਹੈ ਉਹ ਰੂਲ ਆਫ ਲਾਅ ਜਿਹੜਾ ਹੈ ਉਹ ਲੋਕਤੰਤਰ ਦੀ ਸਫਲਤਾ ਲਈ ਅਤੀ ਜ਼ਰੂਰੀ ਹੈ। ਪਹਿਲੀ ਲਾਈਨ ਸਾਰਿਆਂ ਸਿਮਿਲਰ ਲਿਖਦਾ ਵਾਰ-ਵਾਰ। ਇਸ ਦਾ ਅਰਥ ਹੈ ਕੋਈ ਵੀ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ ਹੈ। ਜਿਵੇਂ ਕਿ ਮੈਂ ਐਗਜ਼ਾਮਪਲ ਵੀ ਦਿੱਤਾ ਸੀਗਾ ਕਿ ਇੱਕ ਜੇ ਸਪੋਜ਼ ਕਰੋ ਕਿ ਕਿਸੇ ਮਿਨਿਸਟਰ ਦੇ ਬੇਟੇ ਵੱਲੋਂ ਕੋਈ ਕਤਲ ਕਰ ਦਿੱਤਾ ਜਾਂਦਾ ਹੈ, ਠੀਕ ਹੈ, ਤਾਂ ਉਹਨੂੰ ਵੀ 7 ਸਾਲ ਦੀ ਹੀ ਸਜ਼ਾ ਹੋਏਗੀ। ਜੇ ਕਿਸੇ ਆਮ ਵਿਅਕਤੀ ਵੱਲੋਂ ਜੇ ਉਹ ਗਲਤੀ ਕੀਤੀ ਜਾਂਦੀ ਤਾਂ ਉਹਨੂੰ ਵੀ 7 ਸਾਲ ਦੀ ਸਜ਼ਾ ਹੀ ਹੋਏਗੀ। ਕਿਸੇ ਨੂੰ ਵੀ ਪੱਖਪਾਤੀ ਢੰਗ ਨਾਲ ਜੋ ਹੈ ਸਜ਼ਾ ਨਹੀਂ ਮਿਲਣੀ ਚਾਹੀਦੀ। ਕੋਈ ਵੀ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ ਹੈ। ਹਰ ਇੱਕ ਨੂੰ ਕਾਨੂੰਨ ਦੇ ਸਾਹਮਣੇ ਜੋ ਹੈ ਉਹ ਸਮਾਨ ਸਮਝਿਆ ਜਾਏਗਾ, ਜੋ ਕਿ ਤੁਹਾਡੇ ਵਿੱਚ ਲਿਖਿਆ ਆਰਟੀਕਲ 14 ਦੇ ਵਿੱਚ ਲਿਖਿਆ, ਜੋ ਮੈਂ ਪਿਛਲੀ ਵੀਡੀਓ 'ਚ ਕਰਾ ਚੁੱਕਿਆ। ਸੋ ਅੱਜ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ ਕਿਹੜੇ ਪ੍ਰੀ ਰੈਕੁਜ਼ਿਟਸ ਨੇ ਜਿਹੜੇ ਕਿ ਕਿਸੇ ਵੀ ਲੋਕਤੰਤਰ ਨੂੰ ਜੋ ਹੈ ਉਹ ਸਫਲ ਬਣਾਉਂਦੇ ਨੇ। ਉਮੀਦ ਕਰਦਾ ਤੁਹਾਨੂੰ ਸਾਰਾ ਕੁਝ ਸਮਝ ਆਏਗਾ। ਜੇ ਕੁਝ ਨਹੀਂ ਪਤਾ ਲੱਗਿਆ ਹੋਏਗਾ ਤਾਂ ਪਲੀਜ਼ ਤੁਸੀਂ ਕਮੈਂਟ ਬਾਕਸ 'ਚ ਲਿਖਿਓ, ਆਪਾਂ